ਅੰਗ 29ਵਾਂ। ਜਿਸ ਦਿਨ ਬਚਨ ਸਿੰਘ ਗ੍ਰਿਫਤਾਰ ਹੋਇਆ ਹੈ, ਸੁੰਦਰੀ ਨੇ ਪੜ੍ਹਾਉਣ ਦਾ ਕੰਮ ਨਹੀਂ ਕੀਤਾ, ਨਾ ਹੀ ਉਸਨੂੰ ਆਪਣੇ ਤਨ ਬਦਨ ਦੀ ਹੋਸ਼ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੀਕ ਕਦੇ ਕਿਸੇ ਬੂਹੇ ਤੇ ਕਦੇ ਕਿਸੇ ਦੇ ਘਰ ਨੱਠੀ ਫਿਰਦੀ ਹੈ, ਕਦੇ ਵਕੀਲਾਂ ਪਾਸ, ਕਦੇ ਮੁਨਸ਼ੀਆਂ ਦੇ ਘਰੀਂ ਤੇ ਕਦੇ ਗਵਾਹਾਂ ਦੇ ਤਰਲੇ ਕੱਢਦੀ ਫਿਰਦੀ ਹੈ। ਉਸ ਨੂੰ ਖਾਣ ਪੀਣ ਜਾਂ ਕੱਪੜੇ ਲੱਤੇ ਤੱਕ ਦੀ ਬਦਲਣ ਦੀ ਸੁੱਧ ਨਹੀਂ, ਪਰ ਇੰਨਾ ਕੁਝ ਕਰਨ ਤੇ ਵੀ ਉਸ ਨੂੰ ਕਿਤੋਂ ਸਫਲਤਾ ਦੀ ਆਸ ਦਿਖਾਈ ਨਾ ਦਿੱਤੀ। ਬਚਨ ਸਿੰਘ ਦੀ ਮਾਂ ਵੱਲੋਂ ਪੈਰਵੀ ਹੋ ਰਹੀ ਹੈ, ਪਰ ਉਸ ਦੇ ਰਿਸ਼ਤੇਦਾਰਾਂ ਦੀ ਅੰਦਰੋਂ ਅੰਦਰੀ ਇਹ ਕੋਸ਼ਿਸ਼ ਹੈ ਕਿ ਬਚਨ ਸਿੰਘ ਦਾ ਕੰਡਾ ਕੱਢ ਕੇ ਉਹ ਉਸਦੀ ਭੂਈ ਭਾਂਡੇ ਉੱਤੇ ਕਬਜ਼ਾ ਕਰ ਲੈਣ। ਦੂਜੇ ਪਾਸੇ ਪਾਲਾ ਸਿੰਘ ਵੀ ਇਸੇ ਟੋਹ ਵਿੱਚ ਹੈ ਕਿ ਕਿਹੜਾ ਵੇਲਾ ਹੋਵੇ ਜਦ ਸੁੰਦਰੀ ਨੂੰ ਪ੍ਰਾਪਤ ਕਰਕੇ ਉਹ ਆਪਣੇ ਘਰ ਦਾ ਬੂਹਾ ਖੋਲੇ। ਉਸਦੇ ਰਾਸਤੇ ਦੀ ਰੋਕ ਬਹੁਤ ਕੁਝ ਹਟ ਚੁੱਕੀ ਹੈ। ਪਾਲਾ ਸਿੰਘ ਦੀ ਹਿੰਮਤ ਨਾਲ ਸਾਰਾ ਬਾਨਣ ਐਸੀ ਸਫਾਈ ਨਾਲ ਬੰਨਿਆ ਗਿਆ ਹੈ ਕਿ ਬਚਨ ਸਿੰਘ ਦੇ ਬਚਨ ਦੀ ਕੋਈ ਆਸ ਬਾਕੀ ਨਹੀਂ ਰਹੀ। ਪੁਲਿਸ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ, ਜਿਸ ਦੇ ਆਧਾਰ ਤੇ ਦਫਾ 302 ਹੇਠ ਬਚਨ ਸਿੰਘ ਦਾ ਚਲਾਨ ਹੋ ਚੁੱਕਾ ਹੈ। ਸੇਠ ਰਲਾਰਾਮ ਤੇ ਉਸਦੇ ਪੁੱਤਰ ਨੇ ਪੁਲਿਸ ਵਿੱਚ ਬਿਆਨ ਦਿੱਤਾ ਹੈ ਕਿ ਬਚਨ ਸਿੰਘ ਅਨਵਰ ਦਾ ਮੁਜਰਾ ਰੋਕਣ ਲਈ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਧੌਂਸਾ ਦਿੰਦਾ ਰਹਿੰਦਾ ਸੀ, ਪਰ ਜਦ ਅਸਾਂ ਉਸਦਾ ਕਹਿਣਾ ਨਾ ਮੰਨਿਆ ਤਾਂ ਜਾਂਦਾ ਹੋਇਆ ਕਹਿ ਗਿਆ, ਚੰਗਾ, ਮੈਂ ਉਸਨੂੰ ਦੂਜੀ ਤਰ੍ਹਾਂ ਰੋਕਾਂਗਾ। ਪਾਲਾ ਸਿੰਘ ਨੇ ਲਿਖਾਇਆ, ਵਕੂਏ ਤੋਂ ਇੱਕ ਦਿਨ ਪਹਿਲਾਂ ਬਚਨ ਸਿੰਘ ਮੈਨੂੰ ਮਿਲਿਆ ਸੀ ਤੇ ਕਹਿੰਦਾ ਸੀ, ਮੈਨੂੰ ਕੋਈ ਐਸਾ ਬੰਦਾ ਦੱਸ ਜਿਹੜਾ 100-150 ਰੁਪਏ ਲੈ ਕੇ 2-3 ਖੂਨ ਕਰ ਸਕੇ। ਪਰ ਜਦ ਮੈਂ ਉਸਨੂੰ ਇਸ ਗੱਲੋਂ ਮਨ੍ਹੇ ਕੀਤਾ ਤਾਂ ਕਹਿਣ ਲੱਗਾ, ਮੈਂ ਆਪੇ ਹੀ ਸਭ ਕੁਝ ਕਰ ਲਵਾਂਗਾ। ਇਸ ਤੋਂ ਛੁੱਟ ਪਾਲਾ ਸਿੰਘ ਦੇ ਸਾਥੀਆਂ ਵਿੱਚੋਂ ਕਿਸੇ ਨੇ ਕਿਹਾ, ਮੈਂ ਉਸ ਰਾਤ ਉਸਨੂੰ ਇੱਕ ਛੁਰਾ ਲਈ ਅਨਵਰ ਦੇ ਬੂਹੇ ਅੱਗੇ ਫੇਰੇ ਪਾਉਂਦਿਆਂ ਦੇਖਿਆ ਸੀ। ਕਿਸੇ ਨੇ ਕਿਹਾ, ਮੈਂ ਪ੍ਰਭਾਤ ਵੇਲੇ ਉਸਨੂੰ ਖੂਹ ਤੇ ਲਹੂ ਲਿਬੜੇ ਕੱਪੜੇ ਧੋਂਦਿਆਂ ਡਿੱਠਾ ਸੀ ਤੇ ਕਿਸੇ ਨੇ ਕਿਹਾ, ਵਕੂਏ ਵਾਲੀ ਰਾਤ ਮੈਂ ਖੁਦ ਉਸਨੂੰ ਅਨਵਰ ਦੇ ਚੁਬਾਰੇ ਚੜ੍ਹਦਿਆਂ ਤੱਕਿਆ ਸੀ, ਜਦ ਕਿ ਕਰਮਚੰਦ ਤੇ ਪੰਡਿਤ ਹੋਰੀ ਵੀ ਅਨਵਰ ਦੀ ਬੈਠਕ ਵਿੱਚ ਮੁਜਰੇ ਬਾਰੇ ਕੁਝ ਸਲਾਹਾਂ ਕਰਨ ਲਈ ਮੌਜੂਦ ਸਨ। ਇਸ ਤੋਂ ਛੁੱਟ ਇੱਕ ਲੁਹਾਰ ਨੇ ਉਹ ਛੁਰਾ ਜਿਹੜਾ ਲਹੂ ਨਾਲ ਭਰਿਆ ਹੋਇਆ ਅਨਵਰ ਦੇ ਚੁਬਾਰੇ ਚੋਂ ਲੱਭਾ ਸੀ, ਵੇਖ ਕੇ ਕਹਿ ਦਿੱਤਾ ਕਿ ਇਹ ਮੇਰੀ ਦੁਕਾਨ ਦਾ ਬਣਿਆ ਹੋਇਆ ਹੈ ਤੇ ਬਚਨ ਸਿੰਘ ਮੈਥੋਂ ਮੁੱਲ ਲੈ ਗਿਆ ਸੀ। ਸਾਰਾ ਮੁਕੱਦਮਾ ਹੀ ਬਚਨ ਸਿੰਘ ਦੇ ਵਿਰੁੱਧ ਸੀ। ਸੁੰਦਰੀ ਨੇ ਸਭ ਤੋਂ ਪਹਿਲਾਂ ਵਕੀਲ ਪਾਸ, ਜਿਹੜਾ ਬਚਨ ਸਿੰਘ ਦੀ ਮਾਂ ਨੇ ਖੜਾ ਕੀਤਾ ਸੀ, ਰਾਤ ਦੀ ਅਨਵਰ ਵਾਲੀ ਮੁਲਾਕਾਤ ਦਾ ਸਾਰਾ ਹਾਲ ਦੱਸਣ ਦੀ ਸਲਾਹ ਕੀਤੀ, ਪਰ ਇਸ ਤੋਂ ਪਹਿਲਾਂ ਉਸਨੇ ਇਹ ਸਾਰਾ ਭੇਦ ਬਚਨ ਸਿੰਘ ਪਾਸ ਖੋਲ੍ਹਣਾ ਜ਼ਰੂਰੀ ਸਮਝਿਆ। 2-3 ਦਿਨਾਂ ਦੀ ਭੱਜੋ ਨੱਸੀ ਤੋਂ ਬਾਅਦ ਅਖੀਰ ਸੁੰਦਰੀ ਨੂੰ ਮੁਲਾਕਾਤ ਦੀ ਆਗਿਆ ਮਿਲ ਹੀ ਗਈ। ਅੰਗ 30ਵਾਂ। ਜੇਲ੍ਹ ਦੀ ਸੰਗੀਨ ਕੋਠੜੀ ਵਿੱਚ ਬਚਨ ਸਿੰਘ ਬੰਦ ਸੀ। ਜਿਸ ਸਿਪਾਹੀ ਰਾਹੀਂ ਉਸਨੇ ਸੁੰਦਰੀ ਨੂੰ ਚਿੱਠੀ ਭੇਜ ਕੇ ਉੱਤਰ ਮੰਗਵਾਇਆ ਸੀ, ਉਸੇ ਦੀ ਮਦਦ ਨਾਲ ਅੱਜ ਬਚਨ ਸਿੰਘ ਨਾਲ ਸੁੰਦਰੀ ਦੀ ਮੁਲਾਕਾਤ ਦਾ ਦਿਨ ਨਿਯਤ ਸੀ। ਸ਼ਾਮ ਦੇ 5 ਵਜੇ ਦਾ ਵੇਲਾ ਸੀ। ਮੁਲਾਕਾਤ ਵਾਲੇ ਕੈਦੀਆਂ ਨੂੰ ਉਹਨਾਂ ਦੀਆਂ ਕੋਠੜੀਆਂ ਵਿੱਚੋਂ ਕੱਢ ਕੇ ਜੇਲ੍ਹ ਦੀ ਡਿਓਢੀ ਨਾਲ ਲੱਗਦੇ ਸੀਖਾਂ ਵਾਲੇ ਵਰਾਂਡੇ ਵਿੱਚ ਲਿਆਂਦਾ ਗਿਆ। ਇਹਨਾਂ ਵਿੱਚ ਬਚਨ ਸਿੰਘ ਵੀ ਮੌਜੂਦ ਸੀ। ਸੀਖਾਂ ਵਿੱਚੋਂ ਧੱਕਦਾ ਹੋਇਆ ਬਚਨ ਸਿੰਘ ਕਿਸੇ ਦੀ ਉਡੀਕ ਕਰ ਰਿਹਾ ਸੀ। ਉਸਨੇ ਸੁੰਦਰੀ ਨੂੰ ਦੂਰੋਂ ਆਉਂਦੇ ਵੇਖਿਆ। ਉਹ ਕਲੇਜਾ ਫੜ ਕੇ ਬੈਠ ਗਿਆ। ਸੁੰਦਰੀ ਦੀ ਹਾਲਤ ਇਸ ਵੇਲੇ ਵੇਖਣ ਤੋਂ ਬਾਹਰੀ ਸੀ। ਉਸਦੇ ਸਰੀਰ ਵਿੱਚ ਮਾਨੋ ਰੱਤ ਦਾ ਨਿਸ਼ਾਨ ਨਹੀਂ ਸੀ। ਚਿਹਰੇ ਦਾ ਹੁਲੀਆ ਇੱਕਦਮ ਮੁਰਦੇ ਵਰਗਾ ਸੀ। ਕੱਪੜੇ ਮੈਲੇ ਤੇ ਵਾਲ ਖਿਲਰੇ ਹੋਏ, ਸਿਰ ਤੋਂ ਪੈਰਾਂ ਤੱਕ ਗਮ ਦੀ ਮੂਰਤ ਬਣੀ ਹੋਈ। ਉਹ ਇਸ ਤਰ੍ਹਾਂ ਝੁਟਲਾਉਂਦੀ ਹੋਈ ਤੁਰੀ ਆ ਰਹੀ ਸੀ ਜਿਵੇਂ ਹੁਣੇ ਡਿੱਗੀ ਕਿ ਡਿੱਗੀ। ਸੁੰਦਰੀ ਜੀ, ਤੁਹਾਡਾ ਉਹ ਹੌਸਲਾ ਕਿੱਥੇ ਗਿਆ? ਤੁਸੀਂ ਤੇ ਮੈਨੂੰ ਮੱਤਾ ਦਿੰਦੇ ਸੋ, ਬਚਨ ਸਿੰਘ ਨੇ ਸੀਖਾਂ ਵਿੱਚੋਂ ਹੱਥ ਕੱਢ ਕੇ ਉਸਦੀ ਬਾਂਹ ਹਿਲਾਉਂਦਿਆਂ ਹੋਇਆਂ ਕਿਹਾ। ਪਰ ਸੁੰਦਰੀ ਨੂੰ ਪਤਾ ਵੀ ਨਹੀਂ ਸੀ ਕਿ ਉਸਨੂੰ ਕੀ ਕੁਝ ਕਿਹਾ ਜਾ ਰਿਹਾ ਹੈ। ਇਤਨੇ ਦਿਨਾਂ ਤੋਂ ਉਹ ਇਹੋ ਸਮਝ ਰਹੀ ਸੀ ਕਿ ਉਸਦਾ ਦਿਲ ਬੜਾ ਤਕੜਾ ਹੈ। ਉਸਨੇ ਇੱਕ ਅੱਥਰ ਵੀ ਨਹੀਂ ਸੀ ਕੇਰੀ। ਪਰ ਬਚਨ ਸਿੰਘ ਦੇ ਸਾਹਮਣੇ ਹੋਣ ਦੀ ਦੇਰ ਸੀ ਕਿ ਉਸਦੀਆਂ ਅੱਖਾਂ ਵਿੱਚੋਂ ਘੜਿਆ ਬੱਧੀ ਪਾਣੀ ਉਛਲ ਪਿਆ। ਸ਼ਾਇਦ ਇਹ ਇੰਨੇ ਦਿਨਾਂ ਤੋਂ ਜਮ੍ਹਾਂ ਹੋ ਰੁਕਿਆ ਪਿਆ ਸੀ। ਸੁੰਦਰੀ ਜੀ, ਵਕਤ ਬਹੁਤ ਥੋੜ੍ਹਾ ਹੈ, ਬਚਨ ਸਿੰਘ ਨੇ ਉਸ ਨੂੰ ਧੀਰਜ ਦਿੰਦਿਆਂ ਹੋਇਆਂ ਕਿਹਾ। ਸੁੰਦਰੀ ਨੂੰ ਆਪਣੀ ਭੁੱਲ ਦਾ ਚੇਤਾ ਆ ਗਿਆ। ਉਸਦੇ ਅੱਥਰੂ ਇੱਕਦਮ ਬੰਦ ਹੋ ਗਏ ਤੇ ਅੱਖਾਂ ਨੂੰ ਪੂੰਝਦੀ ਹੋਈ ਬਚਨ ਸਿੰਘ ਵੱਲ ਤੱਕ ਕੇ ਬੋਲੀ, ਮੈਂ ਬਹੁਤ ਵਕਤ ਗੁਆ ਦਿੱਤਾ ਏ। ਬਚਨ ਸਿੰਘ ਨੇ ਆਪਣੇ ਗਲੇ ਦੀ ਆਵਾਜ਼ ਨੂੰ ਠੀਕ ਕਰਕੇ ਕਿਹਾ, ਨਹੀਂ, ਮਸੇ 5 ਕੁ ਮਿੰਟ ਹੋਏ ਨੇ, 20-25 ਮਿੰਟ ਅਜੇ ਬਾਕੀ ਨੇ। ਸੁੰਦਰੀ ਜੀ, ਇਸੇ ਤਰ੍ਹਾਂ ਮੈਂ ਤੁਹਾਨੂੰ ਲਿਖ ਭੇਜਿਆ ਸੀ ਕਿ ਮੇਰੇ ਨਾਲ ਮੁਲਾਕਾਤ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਪਰ ਮੈਂ ਕੀ ਕਰਦੀ? ਸੁੰਦਰੀ ਨੇ ਹਟਕੋਰਾ ਭਰ ਕੇ ਕਿਹਾ, ਇੱਕ ਕੰਮ ਲਈ ਮਿਲਣਾ ਜ਼ਰੂਰੀ ਸੀ।
ਕੀ ਕੰਮ ਸੀ ਇਹੋ ਜਿਹਾ? ਮੈਂ ਤੁਹਾਡੇ ਨਾਲ ਧੋਖਾ ਕੀਤਾ। ਅਸਲ ਗੱਲ ਤੁਹਾਨੂੰ ਨਹੀਂ ਸੀ ਦੱਸੀ। ਕੀ ਮਤਲਬ? ਉਸ ਦੇ ਉੱਤਰ ਵਿੱਚ ਸੁੰਦਰੀ ਨੇ ਉਸ ਰਾਤ ਵਾਲੀ ਘਟਨਾ ਜੋ ਉਸਨੇ ਬਚਨ ਸਿੰਘ ਤੋਂ ਲੁਕਾ ਰੱਖੀ ਸੀ, ਸਾਰੀ ਕਹਿ ਸੁਣਾਈ। ਸੁਣ ਕੇ ਬਚਨ ਸਿੰਘ ਹੱਕਾ ਬੱਕਾ ਰਹਿ ਗਿਆ। ਉਸਦਾ ਹੁਣ ਤੱਕ ਇਹੋ ਖਿਆਲ ਸੀ ਕਿ ਉਸਨੂੰ ਫਸਾਉਣ ਲਈ ਪਾਲਾ ਸਿੰਘ ਨੇ ਹੀ ਇਹ ਕਾਰਾ ਕੀਤਾ ਹੈ ਤੇ ਇਹ 3 ਖੂਨ ਪਾਲਾ ਸਿੰਘ ਜਾਂ ਉਸਦੀ ਪਾਰਟੀ ਨੇ ਕੀਤੇ ਹਨ। ਭਾਵੇਂ ਉਹਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਜੇ ਉਸਨੂੰ ਫਸਾਉਣ ਤੇ ਅਨਵਰ ਦਾ ਗਹਿਣਾ ਗੱਟਾ ਲੁੱਟਣਾ ਹੀ ਪਾਲਾ ਸਿੰਘ ਦਾ ਮਨੋਰਥ ਸੀ ਤਾਂ ਉਸਨੇ ਕਰਮਚੰਦ ਤੇ ਪੰਡਤ ਰਾਧੇ ਕਿਸ਼ਨ ਦਾ ਖੂਨ ਕਿਉਂ ਨਹੀਂ ਕੀਤਾ। ਪਰ ਫਿਰ ਇਹ ਸੋਚ ਕੇ ਉਸਦੀ ਸ਼ੰਕਾ ਮਿਟ ਗਈ ਕਿ ਖ਼ਬਰੇ ਉਸ ਸਮੇਂ ਇਹ ਦੋਵੇਂ ਭੱਦਰ ਪੁਰਸ਼ ਮੌਕੇ ਤੇ ਆ ਪਹੁੰਚੇ ਹੋਣਗੇ ਤੇ ਪਾਲਾ ਸਿੰਘ ਨੇ ਇਹਨਾਂ ਦੋਹਾਂ ਨੂੰ ਵੀ ਥਾਂ ਰੱਖਿਆ ਹੋਵੇਗਾ। ਪਰ ਅੱਜ ਸੁੰਦਰੀ ਦੇ ਮੂੰਹੋਂ ਇਸ ਮਾਮਲੇ ਦੀ ਅਸਲੀਅਤ ਸੁਣ ਕੇ ਕਿ ਅਨਵਰ ਨੇ ਪਹਿਲਾਂ ਉਹਨਾਂ ਦੋਹਾਂ ਦੇ ਖੂਨ ਕਰਕੇ ਆਪਣੀ ਛਾਤੀ ਵਿੱਚ ਛੁਰਾ ਮਾਰ ਲਿਆ ਸੀ, ਬਚਨ ਸਿੰਘ ਕੰਬਣ ਲੱਗ ਪਿਆ। ਇਸ ਤੋਂ ਛੁੱਟ ਸੁੰਦਰੀ ਦੀ ਮਾਂ ਅਨਵਰ ਦਾ ਭਿਆਨਕ ਅੰਤ, ਇਸ ਨੇ ਉਸਦੀ ਹੋਸ਼ ਹੀ ਗੁੰਮ ਕਰ ਦਿੱਤੀ। ਕਿੰਨਾ ਹੀ ਚਿਰ ਉਸਦੇ ਮੂੰਹੋਂ ਗੱਲ ਨਾ ਨਿਕਲ ਸਕੀ। ਅੱਜ ਬਚਨ ਸਿੰਘ ਮੈਨੂੰ ਵੇਸਵਾਦੀ ਧੀ ਸਮਝ ਰਿਹਾ ਹੈ, ਇਹ ਖਿਆਲ ਕਰਕੇ ਸੁੰਦਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਉਧਰ ਬਚਨ ਸਿੰਘ ਵੀ ਸੁੰਦਰ ਦੇ ਮਨੋਭਾਵਾਂ ਨੂੰ ਸਮਝ ਰਿਹਾ ਸੀ, ਇਸੇ ਕਰਕੇ ਉਹ ਇਸ ਵਿਸ਼ੇ ਤੇ ਹੋਰ ਗੱਲ ਕਥ ਨਹੀਂ ਸੀ ਕਰਨਾ ਚਾਹੁੰਦਾ। ਉਹ ਬੋਲਿਆ, ਅੱਛਾ ਜੋ ਹੋਈ ਸੋ ਹੋਈ, ਪਰ ਸੁੰਦਰੀ ਜੀ ਮਾਮਲਾ ਕਿੱਡਾ ਅਜੀਬ ਏ। ਹਾਂ ਸੱਚ, ਗਿਆਨੀ ਹੋਰੀ ਅਜੇ ਆਏ ਨਹੀਂ, ਸ਼ਾਇਦ ਅੱਜ ਸ਼ਾਮ ਤੀਕ ਆ ਜਾਣ। ਤਾਂ ਤੁਸੀਂ ਸਵੇਰੇ ਦੀ ਗੱਡੀ ਉਹਨਾਂ ਨਾਲ ਚਲੇ ਜਾਓਗੇ ਨਾ? ਨਹੀਂ, ਮੈਂ ਅਜੇ ਨਹੀਂ ਜਾ ਸਕਦੀ। ਕਿਉਂ? ਮੈਂ ਅਦਾਲਤ ਵਿੱਚ ਬਿਆਨ ਦੇਣਾ ਏ। ਕੀ ਬਿਆਨ? ਇਹੋ ਜਿਹੜਾ ਤੁਹਾਨੂੰ ਸੁਣਾਇਆ ਏ। ਇਸ ਦੀ ਮਦਦ ਨਾਲ ਮੈਂ ਤੁਹਾਨੂੰ ਨਿਰਦੋਸ਼ ਸਾਬਤ ਕਰਾਂਗੀ। ਬਚਨ ਸਿੰਘ ਨੂੰ ਹਾਸਾ ਆ ਗਿਆ। ਉਹ ਬੋਲਿਆ, ਸੁੰਦਰੀ ਜੀ ਤੁਹਾਡੀਆਂ ਇਹਨਾਂ ਗੱਲਾਂ ਦਾ ਕੌਣ ਇਤਬਾਰ ਕਰੇਗਾ? ਹਾਂ, ਜੇ ਕਦੇ ਅਨਵਰ ਆਪਣੀ ਇਸ ਕਰਨੀ ਬਾਬਤ ਹੋਈ ਹੱਥੀਂ ਲਿਖਿਆ ਸਬੂਤ ਛੱਡ ਜਾਂਦੀ ਤਾਂ ਮਰਦੀ ਹੋਈ ਪੁਲਿਸ ਪਾਸ ਕੋਈ ਇਸ ਕਿਸਮ ਦਾ ਬਿਆਨ ਲਿਖਾ ਜਾਂਦੀ ਤਾਂ ਭਾਵੇਂ ਕੁਝ ਬਚਾਓ ਹੋ ਸਕਦਾ, ਪਰ ਹੁਣ ਤੇ ਛੁੱਟ ਇਸ ਤੋਂ ਕਿ ਲੋਕੀ ਹਾਸੀ ਉਡਾਉਣ, ਹੋਰ ਕੋਈ ਫਾਇਦਾ ਨਹੀਂ ਹੋਣਾ। ਸੁੰਦਰੀ ਜੋਸ਼ ਵਿੱਚ ਬੋਲੀ, ਇਹੋ ਕਹਿ ਕੇ ਮੇਰੀ ਹਾਸੀ ਉਡਾਉਣਗੇ ਕਿ ਮੈਂ ਸੁੰਦਰੀ ਇੱਕ ਕੰਜਰੀ ਦੀ ਧੀ ਏ? ਇੱਕ ਵਾਰੀ ਨਹੀਂ 1000 ਵਾਰ ਕਹਿ ਲੈਣ ਦਿਓ, ਮੈਨੂੰ ਇਸ ਦੀ ਕੋਈ ਪਰਵਾਹ ਨਹੀਂ। ਨਹੀਂ ਸੁੰਦਰੀ ਜੀ, ਮੈਂ ਨਹੀਂ ਸਹਾਰ ਸਕਦਾ ਕਿ ਤੁਹਾਡਾ ਇਹ ਭੇਤ ਖੁੱਲੇ। ਜੇ ਮੇਰੇ ਨਾਲ ਤੁਹਾਡਾ ਸੱਚਾ ਪਿਆਰ ਹੈ ਤਾਂ ਇਸ ਭੇਦ ਨੂੰ ਲੁਕਾਈ ਰੱਖੋ। ਦੂਜੀ ਗੱਲ ਇਹ ਕਿ ਅਦਾਲਤ ਨੇ ਤੁਹਾਡੇ ਇਸ ਬਿਆਨ ਨੂੰ ਇਤਬਾਰਯੋਗ ਨਹੀਂ ਮੰਨਣਾ। ਇਸ ਦੀ ਪੁਸ਼ਟੀ ਲਈ ਤੁਹਾਡੇ ਕੋਲ ਕੋਈ ਸਬੂਤ ਨਹੀਂ। ਕੁਝ ਚਿਰ ਸੋਚ ਕੇ ਬਚਨ ਸਿੰਘ ਫਿਰ ਬੋਲਿਆ, ਪਰ ਮੈਨੂੰ ਤੇ ਅਸਚਰਜ ਆਉਂਦਾ ਏ ਕਿ ਉਹ ਕੋਈ ਲਿਖਤ ਕਿਉਂ ਨਾ ਛੱਡ ਗਈ। ਜਿੱਥੋਂ ਤੱਕ ਮੇਰਾ ਕਿਆਸ ਕਹਿੰਦਾ ਏ, ਲਿਖਤ ਉਹ ਨਹੀਂ ਸੀ ਛੱਡ ਸਕਦੀ, ਕਿਉਂਕਿ ਉਸਦੇ ਅਜਿਹੇ ਕਰਨ ਨਾਲ ਮੇਰਾ ਵੀ ਜ਼ਿਕਰ ਆਉਂਦਾ ਸੀ, ਪਰ ਉਹ ਸ਼ਾਇਦ ਨਹੀਂ ਸੀ ਚਾਹੁੰਦੀ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸੁੰਦਰੀ ਉਸਦੀ ਧੀ ਹੈ। ਦੂਜਾ, ਉਸਨੂੰ ਇਹ ਗੱਲ ਦਾ ਵੀ ਪਤਾ ਸੀ ਕਿ ਉਸਦੀ ਇਸ ਕਰਨੀ ਦਾ ਫਲ ਤੁਹਾਨੂੰ ਹੀ। ਕਹਿੰਦਿਆਂ ਕਹਿੰਦਿਆਂ ਸੁੰਦਰੀ ਦਾ ਗਲਾ ਭਰ ਆਇਆ ਤੇ ਉਹ ਕੁਝ ਨਾ ਬੋਲ ਸਕੀ। ਦੋਹਾਂ ਵਿੱਚ ਮਸੇ ਇੰਨੀਆਂ ਹੀ ਗੱਲਾਂ ਹੋਈਆਂ ਸਨ। ਦੁਖੀ ਦਿਲਾਂ ਦੇ ਕਈ ਲੰਬੇ ਅਫਸਾਨੇ ਸੁਣਨੇ ਅਜੇ ਬਾਕੀ ਸਨ ਕਿ ਮੁਲਾਕਾਤਾਂ ਖਤਮ ਹੋਣ ਦੀ ਘੰਟੀ ਵੱਜਦਿਆਂ ਹੀ ਸਾਰੇ ਕੈਦੀ ਆਪਣੀ ਮਰਜ਼ੀ ਨਾਲ ਅਥਵਾ ਸਿਪਾਹੀਆਂ ਦੇ ਧੱਕਿਆਂ ਨਾਲ ਮੁਲਾਕਾਤੀ ਜੰਗਲੇ ਛੱਡ ਤੁਰੇ। ਬਚਨ ਸਿੰਘ ਅੱਗੇ ਫੋਲਣ ਲਈ ਸੁੰਦਰੀ ਦੇ ਦਿਲ ਵਿੱਚ ਜਿਹੜੇ ਦੁੱਖਾਂ ਦੇ ਦਫ਼ਤਰ ਭਰੇ ਪਏ ਸਨ, ਸਾਰੇ ਧਰੇ ਧਰਾਏ ਹੀ ਰਹਿ ਗਏ। ਬਚਨ ਸਿੰਘ ਤੋਂ ਵੱਖ ਹੋਣ ਵੇਲੇ ਉਸਦੀਆਂ ਅੱਖਾਂ ਅੱਗੇ ਹਨੇਰਾ ਸੀ ਤੇ ਉਸਨੂੰ ਪਤਾ ਹੀ ਨਾ ਲੱਗਾ ਜੋ ਕਿਹੜੇ ਵੇਲੇ ਬਚਨ ਸਿੰਘ ਉਸਦੀਆਂ ਅੱਖਾਂ ਸਾਹਮਣੇ ਹਟ ਗਿਆ, ਅਥਵਾ ਜਾਣ ਲੱਗਿਆ ਜਿਹੜੇ ਅੰਤਮ ਵਾਕ ਉਸਨੇ ਕਹੇ ਉਹ ਕੀ ਸਨ। ਅੰਗ 31। ਨਿਰਾਸਤਾ। ਸਭ ਪਾਸੀ ਨਿਰਾਸਤਾ ਹੀ ਨਿਰਾਸਤਾ। ਦੂਰ ਤੱਕ, ਜਿੱਥੋਂ ਤੱਕ ਅੱਖਾਂ ਦੀ ਨਜ਼ਰ ਤੇ ਮਨ ਦੀ ਕਲਪਨਾ ਪਹੁੰਚ ਸਕਦੀ ਸੀ, ਸੁੰਦਰੀ ਨੂੰ ਨਿਰਾਸਤਾ ਹੀ ਨਿਰਾਸਤਾ ਦਿਖਾਈ ਦੇ ਰਹੀ ਸੀ। ਗਿਆਨੀ ਜੀ ਵੀ ਦੂਜੇ ਦਿਨ ਆ ਗਏ। ਮੁਕੱਦਮਾ ਕਿਉਂਕਿ ਅੰਮ੍ਰਿਤਸਰ ਦੀ ਅਦਾਲਤ ਵਿੱਚ ਚੱਲ ਰਿਹਾ ਸੀ, ਇਸ ਲਈ ਗਿਆਨੀ ਜੀ ਤੇ ਸੁੰਦਰੀ ਦੋਵੇਂ ਅੰਮ੍ਰਿਤਸਰ ਵਿੱਚ ਰਹਿ ਕੇ ਮੁਕੱਦਮੇ ਦੀ ਪੈਰਵੀ ਕਰਨ ਲੱਗੇ। ਰਵਾਨੀ ਜਾਂ ਦੀਵਾਨਪੁਰ ਰਹਿਣਾ ਸੁੰਦਰੀ ਲਈ ਬੜਾ ਬੇਲੋੜਾ ਤੇ ਖਤਰਨਾਕ ਸੀ। ਬਚਨ ਸਿੰਘ ਦਾ ਮੁਕੱਦਮਾ ਹੇਠਲੀ ਅਦਾਲਤ ਵਿੱਚ ਚੱਲ ਰਿਹਾ ਸੀ ਤੇ ਇਸ ਦਾ ਅੰਤਮ ਫੈਸਲਾ ਕੀ ਹੋਵੇਗਾ, ਇਹ ਸਭ ਦੀਆਂ ਅੱਖਾਂ ਅੱਗੇ ਸੀ। ਕਿਉਂਕਿ ਮੁਕੱਦਮੇ ਦੀ ਬਣਤਰ ਹੀ ਐਸੀ ਬਣ ਚੁੱਕੀ ਸੀ ਕਿ ਮੁਲਜ਼ਮ ਦੇ ਬਚਣ ਲਈ ਕੋਈ ਰਸਤਾ ਬਾਕੀ ਨਹੀਂ ਸੀ। ਮੁਜਰੇ ਦੀ ਵਿਰੋਧਤਾ ਬਾਰੇ ਬਚਨ ਸਿੰਘ ਦੀ ਕਈਆਂ ਦਿਨਾਂ ਤੋਂ ਦੌੜ ਭੱਜ ਉਸਦੇ ਖੂਨੀ ਹੋਣ ਦਾ ਸਭ ਤੋਂ ਵੱਡਾ ਕਾਰਨ ਮਿਥਿਆ ਗਿਆ।
ਇਸ ਤੋਂ ਛੁੱਟ ਕਤਲ ਵਾਲੀ ਰਾਤ ਅਨਵਰ ਦੇ ਬੂਹੇ ਅੱਗੇ ਉਸਦਾ ਫੇਰੇ ਮਾਰਨਾ ਵੀ ਸਾਬਤ ਹੋ ਚੁੱਕਾ ਸੀ ਤੇ ਇਹ ਇਕੱਲਾ ਸਬੂਤ ਹੀ 100 ਵਰਗਾ ਸੀ। ਉੱਤੋਂ ਪਾਲਾ ਸਿੰਘ ਤੇ ਉਸਦੀ ਪਾਰਟੀ ਦੀ ਹਿੰਮਤ ਨਾਲ ਬਨੌਟੀ ਗਵਾਹਾਂ ਨੇ ਵੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ। ਵਾਰਦਾਤ ਕਿਵੇਂ ਹੋਈ? ਉਸ ਰਾਤ ਜਿਸ ਵੇਲੇ ਸੁੰਦਰੀ ਅਨਵਰ ਪਾਸੋਂ ਵਾਪਸ ਚਲੀ ਗਈ, ਉਸੇ ਵੇਲੇ ਅਨਵਰ ਨੇ ਆਪਣੇ ਇੱਕ ਸਾਜੀ ਭੇਜ ਕੇ ਕਰਮਚੰਦ ਤੇ ਪੰਡਤ ਰਾਧੇ ਕਿਸ਼ਨ ਨੂੰ ਸੱਦ ਭੇਜਿਆ ਸੀ। ਅਨਵਰ ਦਾ ਸੱਦਾ ਦੋਹਾਂ ਲਈ ਰੱਬ ਦੀ ਰਹਿਮਤ ਤੇ ਦੇ ਤੁੱਲ ਸੀ। ਦੋਵੇਂ ਉਸਦੀ ਬੈਠਕ ਵੱਲ ਭੱਜ ਗਏ। ਅਨਵਰ ਨੇ ਦੋਹਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਖੂਬ ਪ੍ਰੇਮ ਦਾ ਨਾਟਕ ਰਚਿਆ। ਕੁਝ ਤਾਂ ਉਹ ਦੋਵੇਂ ਅੱਗੇ ਹੀ ਪੀ ਕੇ ਅੰਨੇ ਹੋਏ ਸਨ, ਉੱਤੋਂ ਉਸਨੇ ਹੋਰ ਪਿਆਣੀ ਸ਼ੁਰੂ ਕੀਤੀ। ਅਖੀਰ ਜਦ ਦੋਵੇਂ ਗੁੱਟ ਹੋ ਗਏ ਤਾਂ ਅਨਵਰ ਨੇ ਆਪਣੇ ਛੁਰੇ ਨਾਲ ਇੱਕ ਵਾਰ ਨਾਲ ਦੋਹਾਂ ਦੀ ਜ਼ਿੰਦਗੀ ਦਾ ਦੀਵਾ ਗੁੱਲ ਕਰ ਦਿੱਤਾ ਤੇ ਤੀਜੇ ਵਾਰ ਨਾਲ ਆਪਣਾ। ਰੋਜ਼ ਵਾਂਗ ਸਵੇਰੇ ਜਦ ਅੰਨਾ ਅਨਵਰ ਦੀ ਬੁੱਢੀ ਨੌਕਰਾਣੀ ਅੰਦਰ ਆਈ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ ਉਸਨੇ ਜ਼ੋਰ ਦੀ ਚੀਕ ਮਾਰੀ, ਜਿਸ ਨੂੰ ਸੁਣ ਕੇ ਕਈ ਲੋਕ ਉੱਪਰ ਆ ਗਏ। ਹੁੰਦਿਆਂ ਹੁੰਦਿਆਂ ਉੱਥੇ ਚੌਖੀ ਭੀੜ ਇਕੱਠੀ ਹੋ ਗਈ। ਸਾਰਾ ਅੰਦਰ ਖੂਨ ਨਾਲ ਲੱਥ-ਪੱਥ ਸੀ। ਤਿੰਨੇ ਲੋਥਾਂ ਉਸ ਵਿੱਚ ਤਰ ਰਹੀਆਂ ਸਨ। ਪਾਲਾ ਸਿੰਘ ਹੋਰਾਂ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਉਹਨਾਂ ਨੇ ਅਗਲਵਾਂਢੇ ਹੀ ਪੁਲਿਸ ਸੱਦ ਲਿਆਂਦੀ ਤੇ ਸਾਰੇ ਖੂਨੀ ਨਾਟਕ ਦਾ ਹੀਰੋ ਬਚਨ ਸਿੰਘ ਨੂੰ ਪ੍ਰਗਟ ਕੀਤਾ। ਖੂਨ ਕਿਉਂ ਹੋਏ ਤੇ ਕਿਸਨੇ ਕੀਤੇ, ਇਸ ਗੱਲ ਦਾ ਅਸਲੀ ਭੇਦ ਛੁੱਟ ਸੁੰਦਰੀ ਤੋਂ ਕਿਸੇ ਨੂੰ ਵੀ ਮਾਲੂਮ ਨਹੀਂ ਸੀ, ਪਰ 95% ਲੋਕਾਂ ਦਾ ਸ਼ੱਕ ਬਚਨ ਸਿੰਘ ਉੱਤੇ ਹੀ ਸੀ। ਨਿਸ਼ਚੇ ਦੇ ਥਾਂ ਸ਼ੱਕ ਕਿਉਂ ਸੀ? ਸਿਰਫ ਇੱਕ ਖਿਆਲ ਕਰਕੇ ਕਿ ਅਨਵਰ ਨੂੰ ਤਾਂ ਭਲਾ ਉਸ ਨੇ ਸੁਧਾਰ ਦੇ ਜੋਸ਼ ਵਿੱਚ ਕਤਲ ਕਰ ਦਿੱਤਾ ਸਹੀ, ਪਰ ਦੂਜੇ ਦੋਹਾਂ ਨੂੰ, ਜਿਨ੍ਹਾਂ ਨਾਲ ਉਸਦੀ ਕੋਈ ਜਾਣ ਪਛਾਣ ਤੇ ਨਾ ਕੋਈ ਅਵਾਦਾਤ ਸੀ, ਉਸ ਨੇ ਕਿਉਂ ਕਤਲ ਕੀਤਾ? ਪਰ ਲੋਕਾਂ ਦਾ ਇਹ ਸ਼ੱਕ ਵੀ ਦੂਰ ਹੋ ਗਿਆ ਤੇ ਬਚਨ ਸਿੰਘ ਦੇ ਦੋਸ਼ੀ ਹੋਣ ਦਾ ਸਭ ਨੂੰ ਨਿਸ਼ਚਾ ਹੋ ਗਿਆ। ਜਦ ਕੁਝ ਗਵਾਹਾਂ ਨੇ ਸਾਬਤ ਕਰ ਦਿੱਤਾ ਕਿ ਪੰਡਤ ਰਾਧੇ ਕਿਸ਼ਨ ਤੇ ਕਰਮਚੰਦ ਅਨਵਰ ਦੇ ਮਕਾਨ ਉੱਤੇ ਦੂਜੇ ਦਿਨ ਹੋਣ ਵਾਲੇ ਮੁਜਰੇ ਬਾਬਤ ਸਲਾਹ ਕਰਨ ਲਈ ਪਹੁੰਚੇ ਸਨ ਕਿ ਬਚਨ ਸਿੰਘ ਅਨਵਰ ਦਾ ਖੂਨ ਕਰਕੇ ਛੁਰਾ ਹੱਥ ਵਿੱਚ ਲਈ ਪਰਤਿਆ, ਤਾਂ ਭੇਦ ਖੁੱਲ੍ਹ ਜਾਣ ਦੇ ਡਰੋਂ ਉਸਨੇ ਉਹਨਾਂ ਦੋਹਾਂ ਨੂੰ ਵੀ ਪਾਰ ਬੁਲਾਇਆ। ਵਿਚਾਰੀ ਸਦਾ ਕੌਰ ਪਛਾੜਾਂ ਖਾ ਰਹੀ ਸੀ। ਇੱਧਰ ਸੁੰਦਰੀ ਦੀ ਇੱਕ ਲੱਤ ਕਚਹਿਰੀ ਤੇ ਦੂਜੀ ਵਕੀਲ ਦੀ ਬੈਠ ਕੇ। ਬਚਨ ਸਿੰਘ ਦੇ ਵਕੀਲ ਨੇ ਸੁੰਦਰੀ ਦੀ ਸ਼ਹਾਦਤ ਨੂੰ ਸਫ਼ਾਈ ਦੇ ਗਵਾਹਾਂ ਵਿੱਚ ਦਰਜ ਕਰ ਲਿਆ। ਜਦ ਬਚਨ ਸਿੰਘ ਉੱਤੇ ਫਰਦ ਜੁਰਮ ਲੱਗ ਗਿਆ ਤਾਂ ਸੁੰਦਰੀ ਦੀ ਗਵਾਹੀ ਹੋਈ। ਉਸਨੇ ਸ਼ੁਰੂ ਤੋਂ ਅਖੀਰ ਤੱਕ ਜੋ ਕੁਝ ਜਿਸ ਤਰ੍ਹਾਂ ਹੋਇਆ ਸੀ ਸਭ ਬਿਆਨ ਕਰ ਦਿੱਤਾ, ਪਰ ਮੁਕੱਦਮੇ ਨਾਲ ਉਸਦੀ ਲੰਮੀ ਰਾਮ ਕਹਾਣੀ ਦਾ ਕੁਝ ਵੀ ਸੰਬੰਧ ਨਾ ਸਮਝਿਆ ਗਿਆ। ਅਨਵਰ ਕੌਣ ਸੀ? ਪੰਡਤ ਰਾਧਾ ਕਿਸ਼ਨ ਤੇ ਕਰਮਚੰਦ ਨਾਲ ਚਾਲ ਚੱਲਣ ਕਿਹੋ ਜਿਹੇ ਸਨ? ਅਨਵਰ ਨੂੰ ਕਿਹੜੇ ਕਾਰਨਾਂ ਕਰਕੇ ਵੇਸਵਾ ਦਾ ਜੀਵਨ ਧਾਰਨ ਕਰਨਾ ਪਿਆ? ਸੁੰਦਰੀ ਨੇ ਇਹਨਾਂ ਗੱਲਾਂ ਉੱਤੇ ਲੱਗਦੀ ਵਾਹ ਚਾਨਣ ਪਾਉਣ ਦਾ ਯਤਨ ਕੀਤਾ, ਪਰ ਸੁੰਦਰੀ ਪਾਸ ਇਹਨਾਂ ਗੱਲਾਂ ਦੀ ਸੱਚਾਈ ਦਾ ਕੀ ਸਬੂਤ ਸੀ? ਜਿਨ੍ਹਾਂ ਪਾਸੋਂ ਸੁੰਦਰੀ ਦੇ ਖਿਆਲਾਂ ਦੀ ਪੁਸ਼ਟੀ ਹੋਣ ਦੀ ਆਸ ਹੋ ਸਕਦੀ ਸੀ, ਉਹ ਤਿੰਨੇ ਕਤਲ ਹੋ ਚੁੱਕੇ ਸਨ। ਇਸ ਤੋਂ ਛੁੱਟ ਉਹ ਚੌਥਾ ਮਹੱਲੇਦਾਰ ਵੀ ਸੁੰਦਰੀ ਦੇ ਬਿਆਨ ਅਨੁਸਾਰ ਅਨਵਰ ਦੇ ਹੱਥੋਂ ਮਾਰਿਆ ਜਾ ਚੁੱਕਾ ਸੀ। ਹੁਣ ਜੇ ਕੋਈ ਜਿਉਂਦਾ ਗਵਾਹ ਸੀ ਤਾਂ ਉਹ ਸੀ ਤਾਰਾ ਚੰਦ, ਜਿਸਦੇ ਬਾਬਤ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਉਂਦਾ ਹੈ ਜਾਂ ਮਰਿਆ ਅਥਵਾ ਕਿੱਥੇ ਹੈ। ਸਫ਼ਾਈ ਦੇ ਵਕੀਲ ਨੇ ਬੜੀ ਨਿਰਾਸਤਾ ਵਿੱਚ ਸੁੰਦਰੀ ਨੂੰ ਕਿਹਾ, ਲੜਕੀ, ਜੇ ਅੱਜ ਤੇਰਾ ਪਿਓ ਮੌਜੂਦ ਹੁੰਦਾ ਤਾਂ ਹੋ ਸਕਦਾ ਸੀ ਇਸ ਮਾਮਲੇ ਵਿੱਚ ਕੁਝ ਮਦਦ ਮਿਲ ਜਾਂਦੀ। ਅਜੇ ਵੀ ਜੇ ਤੂੰ ਕਿਸੇ ਤਰ੍ਹਾਂ ਉਸਨੂੰ ਢੂੰਡ ਲਵੇਂ ਤਾਂ ਬੜਾ ਚੰਗਾ ਹੋਵੇ। ਬਾਕੀ ਰਹੀ ਇਹ ਗੱਲ ਕਿ ਖੂਨ ਕਿਸਨੇ ਕੀਤਾ, ਇਸ ਬਾਬਤ ਤਾਂ ਸੁੰਦਰੀ ਦੀ ਗਵਾਹੀ ਦੀ ਕੋਈ ਕੀਮਤ ਨਹੀਂ ਸੀ ਸਮਝੀ ਜਾ ਸਕਦੀ। ਭਾਵੇਂ ਸੁੰਦਰੀ ਨੇ ਆਪਣੇ ਬਿਆਨ ਵਿੱਚ ਸਾਫ਼ ਕਹਿ ਦਿੱਤਾ ਸੀ ਕਿ ਉਸਦੀ ਮਾਂ ਨੇ ਉਹਨਾਂ ਦੋਹਾਂ ਨੂੰ ਮਾਰਨ ਦਾ ਉਸਦੇ ਸਾਹਮਣੇ ਪ੍ਰਣ ਦੁਹਰਾਇਆ ਸੀ, ਪਰ ਅਦਾਲਤ ਨੂੰ ਕੀ ਪਤਾ ਦੁਹਰਾਇਆ ਸੀ ਕਿ ਨਹੀਂ। ਸੁੰਦਰੀ ਖੁਦ ਤਾਂ ਵਾਰਦਾਤ ਵੇਲੇ ਮੌਕੇ ਤੇ ਹੈ ਨਹੀਂ ਸੀ। ਅਦਾਲਤ ਨੇ ਸੁੰਦਰੀ ਦੇ ਸਾਰੇ ਬਿਆਨ ਨੂੰ ਬਨਾਵਟੀ ਕਹਾਣੀ ਅਥਵਾ ਪਾਗਲਪਨ ਹੀ ਖਿਆਲ ਕੀਤਾ। ਮੁੱਕਦੀ ਗੱਲ ਕਿ ਸੁੰਦਰੀ ਦੇ ਸਭ ਕੁਝ ਜਾਣਦਿਆਂ ਹੋਇਆਂ ਵੀ ਉਸਦੀ ਗਵਾਹੀ ਦਾ ਮੁਲਜ਼ਮ ਨੂੰ ਕੋਈ ਫਾਇਦਾ ਨਾ ਪਹੁੰਚ ਸਕਿਆ ਤੇ ਮੁਕੱਦਮਾ ਅਖੀਰ ਸੈਸ਼ਨ ਸੁਪਰਦ ਹੋ ਗਿਆ। ਸੁੰਦਰੀ ਨੂੰ ਸਾਰੀ ਨੱਠ ਭੱਜ ਵਿੱਚੋਂ ਜੇ ਕੋਈ ਚੀਜ਼ ਮਿਲੀ ਤਾਂ ਇਹ ਕਿ ਅੱਗੇ ਲੋਕ ਉਸੇ ਨੂੰ ਅਛੂਤਾਂ ਦੀ ਕੁੜੀ ਕਹਿੰਦੇ ਸਨ, ਹੁਣ ਕੰਜਰਾਂ ਦੀ ਕੁੜੀ ਕਹਿਣ ਲੱਗ ਪਏ। ਅਦਾਲਤੀ ਕਾਨੂੰਨ ਧਨਵਾਨਾਂ ਦਾ ਨੌਕਰ ਤੇ ਨਿਰਧਨਾਂ ਦਾ ਮਾਲਕ ਹੈ।
ਉਹ ਅਮੀਰਾਂ ਦੇ ਹੁਕਮ ਵਿੱਚ ਤੁਰਦਾ ਹੈ ਤੇ ਗਰੀਬਾਂ ਨੂੰ ਆਪਣੇ ਹੁਕਮ ਵਿੱਚ ਤੋਰਦਾ ਹੈ। ਮੁਕੱਦਮੇ ਦੇ ਵਿਚਾਲੇ ਕਈ ਵਾਰ ਬਚਨ ਸਿੰਘ ਦੀਆਂ ਸੁੰਦਰੀਆਂ ਸਦਾ ਕੌਰ ਤੇ ਗਿਆਨੀ ਜੀ ਨਾਲ ਮੁਲਾਕਾਤਾਂ ਹੋਈਆਂ, ਜਿਨ੍ਹਾਂ ਦਾ ਦੁੱਖ ਦ੍ਰਿਸ਼ਟ ਵਿਖਾ ਕੇ ਅਸੀਂ ਪਾਠਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਸੈਸ਼ਨ ਅਦਾਲਤ ਨੇ ਕੁਝ ਪੇਸ਼ੀਆਂ ਤੋਂ ਬਾਅਦ ਬਚਨ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਬਦਨਸੀਬ ਸਦਾ ਕੌਰ ਲਈ ਇਹ ਅਸਹਿ ਵਾਰ ਮਾਰੂ ਸਾਬਤ ਹੋਇਆ। ਇਹ ਖਬਰ ਸੁਣਦਿਆਂ ਹੀ ਉਸਦੇ ਹੋਸ਼ ਹਵਾਸ ਕੁਝ ਚਿਰ ਲਈ ਜਵਾਬ ਦੇ ਗਏ। ਬਚਨ ਸਿੰਘ ਦੇ ਵਾਰਸਾਂ ਵੱਲੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ। ਸੁੰਦਰੀ ਲਈ ਇਹ ਸੱਟ ਕੋਈ ਸਧਾਰਨ ਨਹੀਂ ਸੀ, ਪਰ ਉਸਦੇ ਅੰਦਰ ਜਿਹੜੀ ਬਦਲੇ ਦੀ ਅੱਗ ਮੱਗ ਰਹੀ ਸੀ, ਉਸਦੀ ਗਰਮੀ ਨੇ ਉਸਨੂੰ ਡੋਲਣ ਨਾ ਦਿੱਤਾ, ਸਗੋਂ ਉਸਦੇ ਦਿਲ ਨੂੰ ਹੋਰ ਵੀ ਅਡੋਲ ਤੇ ਦ੍ਰਿੜ ਕਰ ਦਿੱਤਾ। ਧੰਨਵਾਦ। ਅੰਗ 32ਵਾਂ। ਅੰਮ੍ਰਿਤਸਰ ਦੀ ਇੱਕ ਛੋਟੀ ਜਿਹੀ ਗਲੀ ਵਿੱਚ ਮਕਾਨ ਕਿਰਾਏ ਤੇ ਲੈ ਕੇ ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਬਚਾਉਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ। ਫਾਂਸੀ ਦੇ ਹੁਕਮ ਦੇ ਵਿਰੁੱਧ ਹਾਈ ਕੋਰਟ ਵਿੱਚ ਭਾਵੇਂ ਅਪੀਲ ਕੀਤੀ ਜਾ ਚੁੱਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ। ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਸਦੇ ਦਿਲ ਵਿੱਚ ਦਿਨੋ ਦਿਨ ਵੱਧਦੀ ਜਾ ਰਹੀ ਸੀ, ਪਰ ਇਹ ਵੀ ਨਿਰੀ ਹਵਾ ਵਿੱਚ ਸੋਟੇ ਮਾਰਨ ਵਾਲੀ ਗੱਲ ਸੀ। ਉਸਨੂੰ ਰਹਿ ਰਹਿ ਕੇ ਆਪਣੀ ਮੂਰਖਤਾ ਉੱਤੇ ਅਫਸੋਸ ਹੋ ਰਿਹਾ ਸੀ ਕਿ ਉਸਨੇ ਅਨਵਰ ਪਾਸੋਂ ਤਾਰਾ ਚੰਦ ਦਾ ਹੁਲੀਆ ਪੁੱਛ ਲਿਆ ਹੁੰਦਾ। ਬਿਨਾਂ ਸ਼ਕਲ ਦੀ ਪਹਿਚਾਣ ਤੋਂ ਉਹ ਕੀਕਣ ਉਸਦੀ ਸੂਹ ਕੱਢਣ ਵਿੱਚ ਕਾਮਯਾਬ ਹੋ ਸਕਦੀ ਸੀ। ਅਨਵਰ ਪਾਸੋਂ ਉਹਨੂੰ ਇੰਨਾ ਹੀ ਪਤਾ ਲੱਗ ਸਕਿਆ ਸੀ ਕਿ ਤਾਰਾ ਚੰਦ ਜਦੋਂ ਸਿਆਲਕੋਟ ਇੱਕ ਸਰਕਾਰੀ ਦਫ਼ਤਰ ਵਿੱਚ ਨੌਕਰੀ ਕਰਦਾ ਸੀ। ਇਸੇ ਆਧਾਰ ਉੱਤੇ ਸੁੰਦਰੀ ਨੇ ਸਿਆਲਕੋਟ ਵਿੱਚ ਜਾ ਕੇ ਦਫ਼ਤਰਾਂ ਵਿੱਚ ਫਿਰ ਕੇ ਕਈ ਦਿਨ ਜਾਇਆ ਕੀਤਾ, ਪਰ ਅੱਜ ਤੋਂ 18-19 ਵਰ੍ਹੇ ਪਹਿਲਾਂ ਦੀਆਂ ਗੱਲਾਂ ਦਾ ਥੋਹ ਪਤਾ ਉਸਨੂੰ ਕਿੱਥੋਂ ਮਿਲਣਾ ਸੀ। ਉਧਰੋਂ ਵੀ ਸੁੰਦਰੀ ਨੂੰ ਨਿਰਾਸ਼ ਹੀ ਮੁੜਨਾ ਪਿਆ, ਪਰ ਸੁੰਦਰੀ ਨੇ ਦਿਲ ਨਹੀਂ ਛੱਡਿਆ। ਉਸਨੇ ਨੱਠੋ ਭੱਜੀ ਬਰਾਬਰ ਜਾਰੀ ਰੱਖੀ। ਨਾਲ ਹੀ ਕੁਝ ਪੈਸੇ ਕਮਾਉਣ ਦੇ ਖਿਆਲ ਨਾਲ ਉਸਨੇ ਕਾਫੀ ਚਿਰ ਤੋਂ ਛੱਡਿਆ ਹੋਇਆ ਲਿਖਣ ਦਾ ਕੰਮ ਫੇਰ ਜਾਰੀ ਕਰ ਦਿੱਤਾ। ਉਹ ਦਿਨ ਰਾਤ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ ਸੀ। ਖਾਣ ਪੀਣ, ਕੱਪੜੇ ਲੱਤੇ, ਕਿਸੇ ਗੱਲ ਦੀ ਉਸਨੂੰ ਸੋਝੀ ਨਹੀਂ ਸੀ। ਹਾਈ ਕੋਰਟ ਦੇ ਫੈਸਲੇ ਨੂੰ ਉਹ ਬੜੀ ਬੇਤਾਬੀ ਨਾਲ ਉਡੀਕ ਰਹੀ ਸੀ ਤੇ ਇਸੇ ਉਡੀਕ ਵਿੱਚ ਉਸਨੇ ਕਈ ਮਹੀਨੇ ਬਿਤਾ ਦਿੱਤੇ। ਇਹਨਾਂ ਦਿਨਾਂ ਵਿੱਚ ਉਸਦੀਆਂ ਅਨੇਕਾਂ ਕਹਾਣੀਆਂ ਪੰਜਾਬੀ ਦੇ ਰਸਾਲਿਆਂ ਵਿੱਚ ਛਪੀਆਂ, ਜਿਨ੍ਹਾਂ ਨੇ ਇੱਕ ਗੁੰਮਨਾਮ ਲੇਖਕ ਦੀਆਂ ਧੂਮਾਂ ਪਾ ਦਿੱਤੀਆਂ। ਗਿਆਨੀ ਜੀ ਸੁੰਦਰੀ ਦਾ ਬੜਾ ਧਿਆਨ ਰੱਖਦੇ ਸਨ। ਹਰ ਵੇਲੇ ਉਸਨੂੰ ਆਤਮਿਕ ਉਪਦੇਸ਼ ਦੇ ਕੇ ਉਸਦੇ ਹਿਰਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਸੁੰਦਰੀ ਦੇ ਅੰਦਰ ਜਿਹੜੀ ਹਿੰਸਾ ਦੀ ਅੱਗ ਬਲ ਰਹੀ ਸੀ, ਉਸ ਉੱਤੇ ਕੁਝ ਅਸਰ ਨਹੀਂ ਸੀ ਹੁੰਦਾ। ਸੁੰਦਰੀ ਦਾ ਸਰੀਰ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਸੀ, ਪਰ ਉਸਦਾ ਮਨ ਸਗੋਂ ਕਰੜਾ ਤੇ ਬੇਲਚਕ ਹੁੰਦਾ ਜਾ ਰਿਹਾ ਸੀ। ਉਸਨੂੰ ਜਿਵੇਂ ਸਾਰੀਆਂ ਦੁਨੀਆ ਤੋਂ ਨਫ਼ਰਤ ਜਿਹੀ ਹੋ ਗਈ ਸੀ। ਜ਼ਿੰਦਗੀ ਉਸਨੂੰ ਅਸਹਿ ਤੇ ਬੇਲੋੜਾ ਜਿਹਾ ਬੋਝ ਮਾਲੂਮ ਹੁੰਦਾ ਸੀ। ਅਚਾਨਕ ਤੇ ਇੱਕ ਵਾਰਗੀ ਹੀ ਉਸਦੇ ਸਬਰ ਦਾ ਪਿਆਲਾ ਉਛਲ ਪਿਆ, ਜਦ ਇੱਕ ਦਿਨ ਉਸਨੂੰ ਬਚਨ ਸਿੰਘ ਦੀ ਚਿੱਠੀ ਮਿਲੀ। ਬਚਨ ਸਿੰਘ ਦੇ ਹੱਥਾਂ ਦਾ ਸਿਰਨਾਮਾ ਪਛਾਣ ਕੇ ਉਸਨੇ ਧੜਕਦੇ ਦਿਲ ਨਾਲ ਲਿਫਾਫਾ ਖੋਲ੍ਹਿਆ ਤੇ ਚਿੱਠੀ ਦੀ ਪਹਿਲੀ ਸਤਰ ਸੁੰਦਰੀ ਜੀ ਅੰਤਮ ਪਿਆਰ ਪੜ੍ਹਦਿਆਂ ਹੀ ਉਸਦੇ ਸਿਰ ਨੂੰ ਚੱਕਰ ਆਉਣ ਲੱਗੇ, ਪਰ ਉਸਨੇ ਝੱਟ ਹੀ ਆਪਣੇ ਆਪ ਨੂੰ ਸੰਭਾਲਿਆ ਤੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਅਪੀਲ ਨਾ ਮਨਜ਼ੂਰ ਹੋ ਚੁੱਕੀ ਹੈ ਤੇ ਫਾਂਸੀ ਦਾ ਦਿਨ ਵੀ ਮੁਕਰਰ ਹੋ ਗਿਆ ਹੈ, ਆਉਂਦੇ ਮੰਗਲਵਾਰ। ਸੁੰਦਰੀ ਦੇ ਹੱਥਾਂ 'ਚੋਂ ਚਿੱਠੀ ਡਿੱਗ ਪਈ। ਉਸਦੇ ਹੱਥ ਪੈਰ ਮੁੜਦੇ ਜਾਂਦੇ ਸਨ, ਪਰ ਉਸਨੇ ਕਚੀਚੀ ਖਾ ਕੇ ਇੱਕ ਵਾਰੀ ਫੇਰ ਦਿਲ ਨੂੰ ਕਰੜਾ ਕੀਤਾ। ਗਿਆਨੀ ਜੀ ਦੇ ਆਤਮਿਕ ਉਪਦੇਸ਼ਾਂ ਨੇ ਇਸ ਵੇਲੇ ਉਸਦੀ ਮਦਦ ਕੀਤੀ ਤੇ ਉਸਨੇ ਫੇਰ ਪੜ੍ਹਨਾ ਸ਼ੁਰੂ ਕੀਤਾ। ਆਹ ਸੁੰਦਰੀ ਜੀ, ਜਾਣਦੇ ਹੋ ਇਸ ਵੇਲੇ ਮੇਰੇ ਦਿਲ ਦੀ ਕੀ ਹਾਲਤ ਹੈ? ਕੋਈ ਵੀ ਨਹੀਂ ਜਾਣ ਸਕਦਾ, ਬਿਨਾਂ ਉਸ ਬਦਨਸੀਬ ਤੋਂ ਜਿਸ ਨਾਲ ਮੇਰੇ ਵਾਲੀ ਹਾਲਤ ਵਾਪਰੀ ਹੋਵੇ। ਉਫ਼, ਇਹ ਦੁਨੀਆ ਕਿਤਨੀ ਡਰਾਉਣੀ ਮਾਲੂਮ ਹੋ ਰਹੀ ਹੈ। ਸਿੱਖਾਂ ਵਾਲੀ ਕੋਠੜੀ ਵਿੱਚ, ਤੇ ਉਹ ਵੀ ਸਧਾਰਨ ਕੈਦੀਆਂ ਵਾਲੀ ਨਹੀਂ, ਫਾਂਸੀ ਵਾਲੀ ਕੋਠੜੀ ਵਿੱਚ ਹੋਣ ਤੇ ਵੀ ਮੈਂ ਜਾਣੀਦਾ ਇਸ ਵੇਲੇ ਕੈਦ ਤੋਂ ਆਜ਼ਾਦ ਹਾਂ ਤੇ ਆਪਣੇ ਆਪ ਨੂੰ ਇਸ ਦੁਨੀਆ ਦੇ ਉੱਤੇ ਉੜਦਾ ਫਿਰਦਾ ਵੇਖ ਰਿਹਾ ਹਾਂ। ਇਸ ਤੋਂ ਬਾਅਦ ਦੂਜੇ ਤੋਂ ਬਾਅਦ ਤੀਜਾ ਦ੍ਰਿਸ਼ ਅੱਖਾਂ ਅੱਗੋਂ ਲੰਘਦਾ ਜਾਂਦਾ ਹੈ। ਕਿਹੜੇ ਦ੍ਰਿਸ਼? ਉਹੀ ਜਿਹੜੇ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੱਕ ਵੇਖ ਚੁੱਕਾ ਹਾਂ।
ਜਦੋਂ ਸੁਪਰਡੈਂਟ ਨੇ ਮੇਰੀ ਕੋਠੜੀ ਪਾਸ ਆ ਕੇ ਮੈਨੂੰ ਇੱਕ ਵੇਰਾਂ ਫਾਂਸੀ ਦਾ ਹੁਕਮ ਸੁਣਾਇਆ ਸੀ, ਉਦੋਂ ਮੇਰੀ ਕੀ ਹਾਲਤ ਹੋਈ। ਉਸਦੇ ਮੂੰਹੋਂ ਇੱਕ ਦੋ ਅੱਖਰਾਂ ਦਾ ਸ਼ਬਦ ਨਿਕਲਣ ਦੀ ਹੀ ਦੇਰ ਸੀ ਕਿ ਮੇਰੇ ਲਈ ਦੁਨੀਆ ਦਾ ਢਾਂਚਾ ਹੀ ਬਦਲ ਗਿਆ। ਉਸ ਵੇਲੇ ਕੋਠੜੀ ਦੀਆਂ ਕੰਧਾਂ, ਛੱਤਾਂ, ਸੀਖਾਂ ਵਾਲੇ ਬੂਹੇ ਤੇ ਫਰਸ਼ ਆਦਿ ਸਭ ਚੀਜ਼ਾਂ ਫਾਂਸੀ ਫਾਂਸੀ ਦਾ ਸ਼ੋਰ ਮਚਾ ਕੇ ਮੇਰੇ ਕੰਨ ਖਾ ਰਹੀਆਂ ਸਨ। ਬਾਹਰ ਮੰਤਰੀ ਬੰਦੂਕ ਮੋਢੇ ਤੇ ਧਰੀ ਮੂੰਹ ਵਿੱਚ ਗੁਣਗੁਣਾਉਂਦਾ ਹੋਇਆ ਇੱਧਰ ਉੱਧਰ ਤੇ ਉੱਧਰੋਂ ਇੱਧਰ ਆਉਂਦਾ ਜਾਂਦਾ ਸੀ। ਉਹ ਵੀ ਜਿਵੇਂ ਫਾਂਸੀ ਦਾ ਰਾਗ ਅਲਾਪ ਰਿਹਾ ਸੀ। ਸਾਹਮਣੇ ਵਾਲੇ ਤੂਤ ਦੇ ਦਰੱਖਤ ਉੱਤੇ ਕਾਂ ਬੋਲ ਰਹੇ ਸਨ, ਜਿਵੇਂ ਉਹਨਾਂ ਨੂੰ ਫਾਂਸੀ ਸ਼ਬਦ ਬਿਨਾਂ ਹੋਰ ਕੁਝ ਯਾਦ ਨਹੀਂ ਸੀ। ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਸਾਂ। ਨਹੀਂ ਕਾਂਬਾ ਨਹੀਂ ਸੀ ਛਿੜਿਆ ਹੋਇਆ, ਨਾ ਹੀ ਮੇਰਾ ਕੋਈ ਅੰਗ ਕੰਬਦਾ ਮਾਲੂਮ ਹੁੰਦਾ ਸੀ। ਪਰ ਮੇਰਾ ਅੰਦਰਲਾ ਕੁਝ ਇਸ ਤਰ੍ਹਾਂ ਅਨੁਭਵ ਕਰਦਾ ਹੀ ਜਿਕਣ ਮੈਂ ਕੰਬ ਰਿਹਾ ਹਾਂ। ਮੇਰਾ ਦਿਲ, ਦਿਮਾਗ, ਮੇਰੇ ਖਿਆਲ ਤੇ ਹਰ ਇੱਕ ਚੀਜ਼ ਕੰਬ ਰਹੀ ਸੀ। ਫਰਸ਼, ਛੱਤ, ਸਾਹਮਣਾ ਵਿਹੜਾ ਤੇ ਬਾਹਰਲੇ ਦਰੱਖਤ ਕੰਬ ਰਹੇ ਸਨ। ਕਈ ਘੰਟੇ ਮੇਰੀ ਇਹੋ ਹਾਲਤ ਰਹੀ। ਫਿਰ ਹੌਲੀ-ਹੌਲੀ ਦੂਸਰਾ ਸੀਨ ਆਇਆ। ਉਹ ਸੀ ਇੱਕ ਭੋਲੀ-ਭਾਲੀ ਦੇਵੀ ਦੀ ਤਸਵੀਰ, ਜਿਸ ਦਾ ਰੰਗ ਸਰੋਂ ਦੇ ਫੁੱਲ ਵਰਗਾ ਪੀਲਾ ਸੀ, ਜਿਸ ਦਾ ਸਰੀਰ ਜਿਵੇਂ ਕਿਸੇ ਡਾਕਟਰ ਦੀ ਡਿਸਪੈਂਸਰੀ ਵਿੱਚ ਰੱਖਣ ਵਾਲਾ ਹੱਡੀਆਂ ਦਾ ਢਾਂਚਾ ਸੀ, ਪਰ ਉਸਦੇ ਵਿੱਚੋਂ ਪੀਲੇ ਚਿਹਰੇ ਵਿੱਚੋਂ ਕੋਈ ਚਮਕ ਪੈਦਾ ਹੋ ਰਹੀ ਸੀ। ਤੇ ਬਸ ਉਹੀ ਮੇਰੇ ਦਿਲ ਵਿੱਚ ਖੋਹ ਪਾ ਰਹੀ ਸੀ। ਉਸ ਨੂੰ ਵੇਖਦਿਆਂ ਹੀ ਮੈਨੂੰ ਕੁਝ ਸਰੂਰ ਜਿਹਾ ਆ ਗਿਆ। ਮੈਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਮੌਤ ਦੀ ਸਜ਼ਾ ਪਾ ਚੁੱਕਾ ਹਾਂ। ਇਹ ਸੀ ਮੇਰੀ ਸੁੰਦਰੀ। ਦੂਜੇ ਹੀ ਪਲ ਉਹ ਤਸਵੀਰ ਅਲੋਪ ਹੋ ਗਈ ਤੇ ਮੇਰੀਆਂ ਅੱਖਾਂ ਫਾਂਸੀ ਦੀ ਪੀਂਘ ਨੂੰ ਵੇਖ ਰਹੀਆਂ ਸਨ ਤੇ ਉਸ ਦੇ ਕੋਲ ਹੀ ਇੱਕ ਕਾਲੇ ਤੇ ਡਰਾਉਣੇ ਮੂੰਹ ਵਾਲੇ ਜੱਲਾਦ ਨੂੰ, ਜਿਹੜਾ ਬੜੀ ਮਿਹਨਤ ਨਾਲ ਫਾਂਸੀ ਦੇ ਰੱਸੇ ਨੂੰ ਤੇਲ ਮਲ ਕੇ ਉਸ ਨੂੰ ਕਿਸੇ ਚੀਜ਼ ਦਾ ਘੋਟਾ ਚਾੜ ਰਿਹਾ ਸੀ। ਇਸ ਨਜ਼ਾਰੇ ਨੂੰ ਵੇਖ ਕੇ ਮੈਨੂੰ ਫਿਰ ਉਸੇ ਹੀ ਪਹਿਲੀ ਵਾਰ ਵਾਲਾ ਕਾਂਬਾ ਛਿੜ ਗਿਆ। ਮੇਰਾ ਦਿਲ ਹੋਰ ਕਈ ਤਰ੍ਹਾਂ ਦੇ ਬੇਉੜਕ ਖਿਆਲਾਂ ਵਿੱਚ ਰੁੜ ਗਿਆ। ਮੇਰਾ ਦਿਲ ਘਬਰਾਈ ਹੋਈ ਆਵਾਜ਼ ਨੂੰ ਜੱਲਾਦ ਨੂੰ ਜਿਵੇਂ ਕਹਿ ਰਿਹਾ ਸੀ, ਮੇਰੇ ਦੋਸਤ ਰਤਾ ਠਹਿਰ ਜਾ, ਇਤਨੀ ਕਾਹਲੀ ਨਾ ਕਰ। ਅਜੇ ਮੇਰੇ ਕਈ ਅਧੂਰੇ ਕੰਮ ਪਏ ਨੇ, ਇਹਨਾਂ ਨੂੰ ਮੁਕਾ ਲੈਣ ਦੇ। ਮੈਂ ਬਹੁਤਾ ਚਿਰ ਨਹੀਂ ਲਾਵਾਂਗਾ, ਬਸ ਝਟਪਟ। ਪਰ ਜੱਲਾਦ ਸਗੋਂ ਹੋਰ ਛੇਤੀ ਕਰ ਰਿਹਾ ਸੀ। ਵਾਹ, ਮੈਨੂੰ ਮੇਰਾ ਕੰਮ ਮੁਕਾਉਣ ਦੀ ਕਾਹਲੀ ਹੈ ਤੇ ਤੈਨੂੰ ਆਪਣਾ ਕੰਮ ਮੁਕਾਉਣ ਦੀ। ਤੇ ਉਹ ਫੇਰ ਦਬਾ ਦਬ ਘੋਟਾ ਚਾੜਨ ਲੱਗਾ। ਮੇਰਾ ਦਿਲ ਉਸਦਾ ਉੱਤਰ ਸੁਣ ਕੇ ਨਿਰਾਸ਼ ਹੋ ਗਿਆ। ਮੇਰਾ ਹਾਲ ਉਸ ਮੁਸਾਫਰ ਵਾਂਗ ਹੋ ਗਿਆ ਜਿਸ ਨੇ ਅਜੇ ਕਈ ਗੱਡੇ ਅਸਬਾਬ ਦੇ ਰੇਲ ਗੱਡੀ ਵਿੱਚ ਲੱਦਣੇ ਹੋਣ, ਪਰ ਗੱਡੀ ਨੇ ਵਿਸਲ ਤੇ ਬਾਬੂ ਨੇ ਹਰੀ ਝੰਡੀ ਦੇ ਦਿੱਤੀ ਹੋਵੇ। ਆਹ ਸੁੰਦਰੀ ਜੀ, ਤੁਸੀਂ ਆਪਣੀ ਕਿਸੇ ਚਿੱਠੀ ਵਿੱਚ ਇਸ ਮੌਤ ਦੀਆਂ ਸਿਫਤਾਂ ਕੀਤੀਆਂ ਸਨ। ਉਹਨਾਂ ਦੇ ਅਸਰ ਨਾਲ ਮੈਨੂੰ ਵੀ ਉਸੇ ਤਰ੍ਹਾਂ ਸਮਝਣ ਲੱਗ ਪਿਆ ਸਾਂ, ਪਰ ਉਹ ਫਾਂਸੀ ਦਾ ਹੁਕਮ ਸੁਣਦਿਆਂ ਹੀ ਤੁਹਾਡੇ ਸਾਰੇ ਉਪਦੇਸ਼ ਭੁੱਲ ਗਏ। ਇਹ ਮੌਤ ਅੱਗੇ ਨਾਲੋਂ ਵੀ 1000 ਗੁਣਾ ਵੱਧ ਡਰਾਉਣੀ ਸ਼ਕਲ ਬਣਾਈ ਮੇਰੇ ਸਾਹਮਣੇ ਆ ਖੜੀ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨਾਲ ਮੁਲਾਕਾਤ ਨਾ ਕਰਨਾ। ਇਸ ਨਾਲ ਮੇਰੀ ਤਕਲੀਫ ਹੋਰ ਵੱਧ ਜਾਵੇਗੀ, ਪਰ ਹੁਣ ਹਾਲਤ ਉਹ ਨਹੀਂ ਰਹੀ। ਮੈਨੂੰ ਜਾਪਦਾ ਹੈ ਜੋ ਮੇਰੇ ਸਾਰੇ ਦੁੱਖਾਂ ਦਾ ਦਾਰੂ ਹੀ ਤੁਸੀਂ ਹੋ। ਬਸ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਤੇ ਸਿਰਫ ਇੱਕੋ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੇਰੀ ਉਮੀਦ ਹੈ ਕਿ ਤੁਹਾਡਾ ਮਿਲਾਪ ਮੇਰੇ ਲਈ ਇਤਨਾ ਲਾਭਕਾਰੀ ਸਾਬਿਤ ਹੋਵੇਗਾ ਕਿ ਮੈਂ ਸ਼ਾਂਤੀ ਤੇ ਸੁਖੀ ਨਾਲ ਮਰਾਂਗਾ। ਸੁੰਦਰੀ ਜੀ, ਇਹ ਗੱਲਾਂ ਕੌਣ ਲਿਖ ਰਿਹਾ ਹੈ? ਇਹ ਵਲਵਲੇ ਕਿੱਥੋਂ ਉੱਠ ਰਹੇ ਹਨ ਤੇ ਕਿਹੜੀ ਚੀਜ਼ ਦਿਮਾਗ ਵਿੱਚ ਬੈਠੀ ਹੋਈ ਤਰਤੀਬਵਾਰ ਇਹਨਾਂ ਨੂੰ ਕਲਮ ਦੇ ਹਵਾਲੇ ਕਰ ਰਹੀ ਹੈ? ਇਤਨੇ ਛੋਟੇ ਜਿਹੇ ਦਿਲ ਤੇ ਦਿਮਾਗ ਵਿੱਚ ਇੰਨਾ ਕੁਝ ਕਿਸ ਤਰ੍ਹਾਂ ਸਮਾ ਰਿਹਾ ਹੈ? ਤੇ ਕੀ ਇੱਕ 4 ਗਜ਼ਾਂ ਦੀ ਰੱਸੀ ਆਪਣੇ ਇੱਕ ਝੂਟੇ ਨਾਲ ਇਸ ਤਰ੍ਹਾਂ ਕੁਝ ਦਾ ਅੰਤ ਕਰ ਦੇਵੇਗੀ? ਕੀ ਜਰਾ ਕੁ ਜਿੰਨੇ ਹੁਲਾਰੇ ਨਾਲ ਹੀ ਅੱਖਾਂ ਦੀਆਂ ਨਹਿਰਾਂ ਜੋ ਇਸ ਵੇਲੇ ਹੜ੍ਹ ਲਿਆਉਣ ਵਾਲੀ ਤੇਜ਼ੀ ਨਾਲ ਵਹਿ ਰਹੀਆਂ ਹਨ, ਇੱਕਦਮ ਸੁੱਕ ਕੇ ਬੰਜਰ ਹੋ ਜਾਣਗੀਆਂ? ਕੀ ਇਹ ਹੱਥ ਜਿਹੜੇ ਬਿਜਲੀ ਦੀ ਤੇਜ਼ੀ ਨਾਲ ਕਲਮ ਨੂੰ ਚਲਾ ਰਹੇ ਨੇ, ਠੀਕ ਅੱਜ ਤੋਂ 6ਵੇਂ ਦਿਨ ਲੱਕੜ ਦੇ ਸੱਕ ਬਣ ਜਾਣਗੇ? ਹਿਰਦੇ ਦੇ ਮੰਦਰ ਵਿੱਚ ਜਿਸ ਸਵਰਗੀ ਦੇਵੀ ਦੀ ਮੂਰਤ ਬਿਰਾਜਮਾਨ ਹੈ ਤੇ ਮੈਂ ਰੋਜ਼ ਹੀ ਪਿਆਰ ਦੇ ਫੁੱਲ ਨਾਲ ਜਿਸ ਦੀ ਪੂਜਾ ਕਰਦਾ ਹਾਂ, ਉਹ ਪ੍ਰੀਤਮਾ ਹੋਣੀ ਦੇ ਜ਼ੁਲਮੀ ਹਥੌੜੇ ਦੀ ਇੱਕੋ ਸੱਟ ਨਾਲ ਚੀਨਾ ਚੀਨਾ ਹੋ ਜਾਵੇਗੀ। ਓਹੋ, ਮੈਂ ਕਿਤਨਾ ਮੂਰਖ ਹਾਂ। ਘਰ ਵਿੱਚ ਲੱਗੀ ਹੋਈ ਅੱਗ ਨੂੰ ਚੁੱਲ੍ਹਿਆਂ ਦੇ ਨਾਲ ਬੁਝਾਉਣ ਵਾਂਗ ਮੈਂ ਇਹ ਕਥਾ ਛੇੜ ਬੈਠਾ ਹਾਂ। ਸੁੰਦਰੀ ਜੀ, ਬਸ ਕਰਦਾ ਹਾਂ। ਇਹ ਦੁੱਖਾਂ ਭਰੇ ਅਫਸਾਨੇ ਮੁੱਕਣ ਵਾਲੇ ਨਹੀਂ। ਜਿਸ ਨੂੰ ਸੱਚਮੁੱਚ ਪਿਆਸ ਲੱਗੀ ਹੋਵੇ, ਸੁਪਨੇ ਵਿੱਚ ਮਣਾ ਮੂੰਹੀਂ ਪਾਣੀ ਪੀਣ ਦਾ ਵੀ ਪਿਆਸ ਨਹੀਂ ਬੁਝਦੀ। ਤੁਹਾਡੇ ਨਾਲ ਮੇਰਾ ਇਤਨਾ ਹੀ ਰਿਸ਼ਤਾ ਸੀ, ਪਰ ਨਹੀਂ, ਇਹ ਤਾਂ ਪ੍ਰਲਯ ਕਾਲ ਤੱਕ ਅਟੱਲ ਰਹੇਗਾ।
ਵੇਖੋ ਸੁੰਦਰੀ ਜੀ, ਤੁਹਾਡੀ ਉਸ ਚਿੱਠੀ ਦਾ ਭਾਵ ਮੈਂ ਉਦੋਂ ਨਹੀਂ ਸਾਂ ਸਮਝਿਆ, ਪਰ ਹੁਣ ਸਮਝ ਆਈ ਹੈ ਕਿ ਤੁਸੀਂ ਮੇਰੇ ਮਰਨ ਤੋਂ ਬਾਅਦ ਜਿਉਣਾ ਨਹੀਂ ਚਾਹੁੰਦੇ। ਮੈਂ ਤੁਹਾਨੂੰ ਇਹ ਆਖਰੀ ਸਲਾਹ ਦਿੰਦਾ ਹਾਂ ਕਿ ਤੁਸੀਂ ਹਰਗਿਜ਼ ਅਜਿਹਾ ਨਾ ਕਰਨਾ। ਪਰ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਨਾ ਵੀ ਮੰਨੋਗੇ, ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਚੇਤਾ ਕਰਾ ਦਿਆਂ, ਤੁਹਾਡੇ ਸਿਰ ਤੇ ਇੱਕ ਦੁਖੀ ਹਸਤੀ ਦਾ ਬੋਝ ਹੈ, ਮੇਰੀ ਨਿਆਸਰੀ ਮਾਤਾ ਜੀ ਦਾ, ਜਿਹੜੀ ਇਸ ਵੇਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਹੀ ਹੈ। ਬਸ ਜਦ ਤੱਕ ਤੁਸੀਂ ਉਸ ਵੱਲੋਂ ਬੇਫਿਕਰ ਨਹੀਂ ਹੋ ਜਾਂਦੇ, ਤਦ ਤੱਕ ਤੁਹਾਡਾ ਕੋਈ ਹੱਕ ਨਹੀਂ ਹੈ ਅਜਿਹਾ ਕਰਨ ਦਾ। ਜਦ ਕਿ ਅਸਾਂ ਲੱਖਾਂ ਵਰ੍ਹਿਆਂ ਲਈ ਇਕੱਠੇ ਹੋਣਾ ਤੇ ਰਹਿਣਾ ਹੈ, ਤਾਂ ਫਿਰ ਇਹ ਥੋੜ੍ਹਾ ਜਿਹਾ ਵਿਛੋੜਾ ਸਹਾਰਨਾ ਕੋਈ ਔਖੀ ਗੱਲ ਹੈ। ਮੈਂ ਤੁਹਾਡੀ ਉਡੀਕ ਕਰਾਂਗਾ, ਪਰ ਤੁਸੀਂ ਆਪਣਾ ਫਰਜ਼, ਜੋ ਮੈਂ ਤੁਹਾਡੇ ਜ਼ਿੰਮੇ ਲਾ ਚੱਲਿਆ ਹਾਂ, ਪੂਰੇ ਕੀਤੇ ਬਿਨਾਂ ਮੇਰੇ ਪਾਸ ਨਹੀਂ ਆ ਸਕਦੇ। ਸੋਮਵਾਰ ਮੇਰੇ ਘਰਦਿਆਂ ਦੀ ਮੁਲਾਕਾਤ ਹੋਵੇਗੀ ਤੇ ਮੰਗਲਵਾਰ ਤੁਹਾਡੀ। ਸੋ ਮੰਗਲਵਾਰ ਸਵੇਰੇ ਗਿਆਨੀ ਜੀ ਨਾਲ ਇੱਥੇ ਪਹੁੰਚ ਜਾਣਾ ਤੇ ਸੁੰਦਰੀ ਜੀ, ਤੁਹਾਡੀ ਮੁਲਾਕਾਤ ਖੁੱਲੀ ਡੁੱਲੀ ਹੋਵੇਗੀ। ਸੁਪਰਡੈਂਟ ਨੇ ਖਾਸ ਮਿਹਰਬਾਨੀ ਕਰਕੇ ਇਸ ਦਾ ਇਕਰਾਰ ਕੀਤਾ ਹੈ। ਸੁੰਦਰੀ ਜੀ, ਕੀ ਮੈਂ ਚਿੱਠੀ ਖਤਮ ਕਰ ਦਿਆਂ? ਇਹ ਕੰਮ ਮੈਨੂੰ ਕਿੰਨਾ ਔਖਾ ਜਾਪਦਾ ਹੈ। ਮਾਨੋ ਚਿੱਠੀ ਖਤਮ ਹੋਣ ਦੇ ਨਾਲ ਹੀ ਮੇਰੇ ਭਾਣੇ ਸਾਰਾ ਸੰਸਾਰ ਖਤਮ ਹੋ ਜਾਵੇਗਾ ਤੇ ਮੇਰੇ ਨਾਲ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਰਹਿ ਜਾਵੇਗਾ। ਕਾਗਜ਼ ਖਤਮ ਹੋ ਚੁੱਕਾ ਹੈ, ਹਾਸ਼ੀਏ ਉੱਤੇ ਵੀ ਥਾਂ ਬਾਕੀ ਨਹੀਂ ਰਹੀ। ਅੱਖਰਾਂ ਵਿੱਚ ਅੱਖਰ ਘੁਸੇੜ ਕੇ ਇੰਨਾ ਕੁਝ ਹੀ ਲਿਖ ਸਕਿਆ ਹਾਂ। ਸਿਰ ਤੇ ਖੜਾ ਜਮਾਦਾਰ ਤੰਗ ਕਰ ਰਿਹਾ ਹੈ ਕਿ ਛੇਤੀ ਚਿੱਠੀ ਬੰਦ ਕਰ, ਪਰ ਸੁਪਰਡੈਂਟ ਦੇ ਆਉਣ ਦਾ ਵੇਲਾ ਹੋ ਗਿਆ ਹੈ। ਤੁਹਾਡੀ ਪਿਆਰ ਭਰੀ ਸੂਰਤ ਨੂੰ ਦਿਲ ਵਿੱਚ ਰੱਖਦਿਆਂ ਹੋਇਆਂ ਮੇਰੀ ਸੁੰਦਰੀ ਜੀ, ਚਿੱਠੀ ਸਮਾਪਤ ਕਰਦਾ ਹਾਂ। ਅੰਤਮ ਪਿਆਰ, ਤੁਹਾਡਾ ਬਚਨ ਸਿੰਘ। ਅੰਗ 33। ਫਾਂਸੀ ਦਾ ਹੁਕਮ ਹੋਣ ਤੋਂ ਲੈ ਕੇ ਅੱਜ ਤੱਕ ਬਚਨ ਸਿੰਘ ਦਿਨ ਰਾਤ ਸੈਂਕੜੇ ਤਰ੍ਹਾਂ ਦੇ ਖਿਆਲੀ ਮਹਿਲ ਉਸਾਰਦਾ ਤੇ ਢਾਉਂਦਾ ਰਿਹਾ। ਅਨੇਕਾਂ ਕਿਸਮ ਦੇ ਖਿਆਲ ਦਰਿਆ ਦੇ ਹੜ੍ਹ ਵਾਂਗ ਉਸਦੇ ਦਿਲ ਵਿੱਚ ਆਉਂਦੇ ਤੇ ਆ ਕੇ ਚਲੇ ਜਾਂਦੇ ਸਨ। ਅਖੀਰ ਅੱਖਾਂ ਅੱਗੇ ਉਹੀ ਫਾਂਸੀ ਤੇ ਉਹੀ ਮੌਤ, ਬਸ ਦੋ ਹੀ ਚੀਜ਼ਾਂ ਰਹਿ ਜਾਂਦੀਆਂ ਸਨ। ਪਰ ਅੱਜ ਜਦ ਕਿ ਉਸਦੇ ਫਾਂਸੀ ਮਿਲਣ ਦਾ ਅੰਤਮ ਦਿਨ ਹੈ, ਉਸਦੇ ਦਿਲ ਨੂੰ ਕੋਈ ਵਲਵਲਾ ਉਥਲ ਪੁਥਲ ਨਹੀਂ ਕਰ ਰਿਹਾ। ਸਾਰੀਆਂ ਤਾਕਤਾਂ ਉਬਲ ਕੇ ਜਿਵੇਂ ਠੰਡੀਆਂ ਹੋ ਰਹੀਆਂ ਹਨ ਤੇ ਕੇਵਲ ਇੱਕ ਮੌਤ ਦੀ ਹੀ ਤਸਵੀਰ ਉਸਦੇ ਸਾਹਮਣੇ ਹੈ। ਉਸਨੂੰ ਇਉਂ ਮਾਲੂਮ ਹੁੰਦਾ ਹੈ ਜਿਕਣ ਉਹ ਫਾਂਸੀ ਲੱਗਣ ਤੋਂ ਪਹਿਲਾਂ ਹੀ ਮਰ ਚੁੱਕਾ ਹੈ ਤੇ ਮਰ ਕੇ ਕਿਸੇ ਹੋਰ ਦੁਨੀਆ ਵਿੱਚ ਜਾ ਵਸਿਆ ਹੈ। ਨਾਲ ਵਾਲੀ ਬੈਰਕ ਪਾਸ 2-3 ਕੋਹਲੂ ਚੱਲ ਰਹੇ ਸਨ। ਉਹਨਾਂ ਦੀ ਚੀਂ ਚੀਂ ਆਵਾਜ਼ ਉਸਨੂੰ ਉਸੇ ਤਰ੍ਹਾਂ ਜਾਪਦੀ ਹੈ ਜਿਕਣ ਕੋਈ ਵਿਧਵਾ ਆਪਣੇ ਪਤੀ ਦੀ ਮੌਤ ਤੇ ਵਿਰਲਾਪ ਕਰ ਰਹੀ ਹੁੰਦੀ ਹੈ। ਕੋਠੜੀ ਦੀ ਇੱਕ ਨੁੱਕਰ ਵਿੱਚ ਇੱਕ ਟਿੱਡੀ ਟੀਂ ਟੀਂ ਕਰ ਰਹੀ ਸੀ, ਪਰ ਉਸਨੂੰ ਸੁਣਾਈ ਦਿੰਦਾ ਸੀ ਜਿਵੇਂ ਕੋਈ ਮਾਂ ਆਪਣੇ ਮੋਏ ਹੋਏ ਪੁੱਤਰ ਦਾ ਸਿਰ ਪੱਟਾ ਤੇ ਰੱਖ ਕੇ ਕੀਰਨੇ ਪਾ ਰਹੀ ਹੈ। ਸਾਹਮਣੇ ਵਾਲੇ ਮੈਦਾਨ ਵਿੱਚ ਕਿਸੇ ਵੇਲੇ 2-4 ਚਿੜੀਆਂ ਚੀਂ ਚੀਂ ਕਰਦੀਆਂ ਉੱਡਦੀਆਂ ਦਿਖਾਈ ਦਿੰਦੀਆਂ ਸਨ ਤੇ ਉਸਨੂੰ ਮਾਲੂਮ ਹੁੰਦਾ ਸੀ ਜਿਕਣ ਮੌਤ ਉਹਨਾਂ ਦੇ ਪਿੱਛੇ ਪਈ ਹੋਈ ਹੈ ਤੇ ਉਹ ਡਰ ਨਾਲ ਦੁਹਾਈ ਪਾਉਂਦੀਆਂ ਨੱਸੀਆਂ ਫਿਰਦੀਆਂ ਹਨ। ਲਾਹੌਰ ਸੈਂਟਰਲ ਜੇਲ੍ਹ ਦੀ ਇਸ ਤੰਗ ਕੋਠੜੀ ਵਿੱਚ ਬੈਠਿਆਂ ਹੀ ਉਸਨੂੰ ਬਦਨਸੀਬ ਮਾਂ ਦਾ ਖਿਆਲ ਆਇਆ, ਜਿਹੜੀ ਕੱਲ੍ਹ ਹੀ ਉਸਨੂੰ ਮਿਲਣ ਲਈ ਆਈ ਸੀ। ਫਿਰ ਸੁੰਦਰੀ ਦਾ ਖਿਆਲ ਆਇਆ, ਜਿਸਨੇ ਅੱਜ ਉਸਨੂੰ ਮਿਲਣ ਲਈ ਆਉਣਾ ਹੈ। ਉਹ ਆਪਣੀ ਸੀਖਾਂ ਵਾਲੀ ਤੰਗ ਕੋਠੜੀ ਵਿੱਚ ਬੈਠਾ ਸੋਚ ਰਿਹਾ ਸੀ, ਹੁਣ ਸੁੰਦਰੀ ਗੱਡੀਓਂ ਉਤਰੀ ਹੋਵੇਗੀ। ਬਾਬੂ ਨੂੰ ਟਿਕਟ ਦੇਣ ਲੱਗਿਆ ਉਸਦੇ ਪਤਲੇ ਪੀਲੇ ਹੱਥ ਕੰਬ ਰਹੇ ਹੋਣਗੇ। ਉਸਦੀਆਂ ਅੱਖਾਂ ਵਿੱਚ ਅੱਥਰੂ ਭਰੇ ਹੋਣ ਕਰਕੇ ਉਸਨੂੰ ਰਸਤਾ ਸਾਫ਼ ਨਹੀਂ ਦਿਸਦਾ ਹੋਣਾ। ਹੁਣ ਗਿਆਨੀ ਜੀ ਨੇ ਉਸਨੂੰ ਧੀਰਜ ਦਿਲਾਸਾ ਦੇ ਕੇ ਟਾਂਗੇ ਤੇ ਬਿਠਾਇਆ ਹੋਵੇਗਾ। ਹੁਣ ਟਾਂਗਾ ਜੇਲ੍ਹ ਵੱਲ ਦੌੜ ਰਿਹਾ ਹੋਵੇਗਾ। ਸੜਕ ਦੇ ਕੰਢੇ ਖੜੇ ਦਰੱਖਤ ਉਸਦੇ ਸਾਹਮਣਿਆਂ ਦੀ ਹੋ ਕੇ ਜਦ ਪਛਾਂ ਵੱਲ ਨੱਠੇ ਜਾਂਦੇ ਦਿਖਾਈ ਦਿੰਦੇ ਹੋਣਗੇ, ਤਾਂ ਉਹਨਾਂ ਨੂੰ ਉਹ ਬੀਤੇ ਸੁੱਖਾਂ ਦਾ ਰੂਪ ਸਮਝ ਕੇ ਕਹਿ ਰਹੀ ਹੋਵੇਗੀ, ਜਾਓ ਮੇਰੇ ਸਾਥੀਓ, ਜਾਓ ਤੇ ਸਦਾ ਲਈ ਜਾਓ। ਟਾਂਗਾ ਹੁਣ ਜੇਲ੍ਹ ਦੇ ਬੂਹੇ ਅੱਗੇ ਹੋਵੇਗਾ। ਸੁੰਦਰੀ ਦੀ ਨਜ਼ਰ ਸਭ ਤੋਂ ਪਹਿਲਾਂ ਕਾਲੇ ਫਾਟਕ ਤੇ ਪਵੇਗੀ, ਜਿਹੜਾ ਸ਼ੋਕ ਵਿੱਚ ਮਾਤਮ ਕਰਦਾ ਉਸਨੂੰ ਦਿਖਾਈ ਦੇਵੇਗਾ। ਬੂਹੇ ਅੱਗੇ ਟਹਿਲ ਰਿਹਾ ਲਾਲ ਪਗੜੀ ਵਾਲਾ ਸੰਤਰੀ ਉਸਨੂੰ ਧਰਮਰਾਜ ਦਾ ਜਮਦੂਤ ਦਿਸੇਗਾ। ਸ਼ਾਇਦ ਸੁੰਦਰੀ ਇਹ ਦ੍ਰਿਸ਼ ਨਹੀਂ ਵੇਖ ਸਕੇਗੀ ਤੇ ਉਹ ਬੇਹੋਸ਼। ਇਸ ਵੇਲੇ ਉਸਨੂੰ ਭਾਰੇ ਬੂਟਾਂ ਦੀ ਆਵਾਜ਼ ਆਈ ਤੇ ਉਹ ਉੱਠ ਕੇ ਖੜੋ ਗਿਆ। ਬਾਹਰ ਇੱਕ ਅੰਗਰੇਜ਼ ਸੁਪਰਡੈਂਟ, ਇੱਕ ਡਾਕਟਰ, 2 ਦਰੋਗੇ ਤੇ ਬਹੁਤ ਸਾਰੇ ਸਿਪਾਹੀ ਖੜੇ ਸਨ। ਕੋਠੜੀ ਦਾ ਬੂਹਾ ਖੁੱਲਿਆ ਤੇ ਬਿਨਾਂ ਕਿਸੇ ਦੇ ਕੁਝ ਕਹਿਣ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਫਾਂਸੀ ਦਾ ਵਕਤ ਹੋ ਗਿਆ ਹੈ। ਉਸਨੇ ਹੱਥਕੜੀਆਂ ਵੱਲ ਵੇਖ ਕੇ ਆਪਣੇ ਆਪ ਹੀ ਬਾਹਾਂ ਅੱਗੇ ਕਰ ਦਿੱਤੀਆਂ ਤੇ ਇੱਕ ਸਿਪਾਹੀ ਨੇ ਉਸਦੀਆਂ ਦੋਵੇਂ ਬਾਹਾਂ ਪਿੱਠ ਵੱਲ ਕਰਕੇ ਹੱਥਕੜੀ ਲਾ ਦਿੱਤੀ।
ਸਾਰੇ ਜਣੇ ਉਸ ਨੂੰ ਅੱਗੇ ਲਾ ਕੇ ਤੁਰ ਪਏ। ਬਚਨ ਸਿੰਘ ਜ਼ਮੀਨ ਤੇ ਤੁਰ ਰਿਹਾ ਸੀ, ਪਰ ਜ਼ਮੀਨ ਉਸ ਦੇ ਪੈਰਾਂ ਥੱਲੇ ਨਹੀਂ ਸੀ, ਮਾਨੋ ਉਹ ਹਵਾ ਵਿੱਚ ਤੁਰ ਰਿਹਾ ਸੀ। ਇਸ ਵੇਲੇ ਉਸ ਨੂੰ ਆਪਣੇ ਸਿਰ, ਦਿਮਾਗ ਤੋਂ ਸੱਖਣਾ ਤੇ ਸੀਨਾ ਦਿਲ ਤੋਂ ਬਿਨਾਂ ਮਾਲੂਮ ਹੁੰਦਾ ਸੀ। ਫਿਰ ਵੀ ਅਜੇ ਕੋਈ ਸਿੱਕ ਅਜਿਹੀ ਉਸਦੇ ਅੰਦਰ ਬਾਕੀ ਸੀ, ਜਿਹੜੀ ਉਸਦੇ ਇਸ ਲੋਥ ਰੂਪ ਸਰੀਰ ਵਿੱਚ ਕਿਸੇ ਵੇਲੇ ਇੱਕ ਅੱਧ ਚੂੰਡੀ ਵੱਢ ਜਾਂਦੀ। ਉਸਦੀਆਂ ਅੱਖਾਂ ਪੱਥਰ ਦੀਆਂ ਬਣੀਆਂ ਹੋਈਆਂ ਸਨ, ਪਰ ਅਜੇ ਵੀ ਕੁਝ ਹੋਰ ਵੇਖਣਾ ਚਾਹੁੰਦੀਆਂ ਸਨ। ਹੱਥ ਕੜੀ ਵਿੱਚ ਜਕੜੇ ਹੋਏ ਉਸਦੇ ਹੱਥ, ਉਂਗਲਾਂ ਨਾਲ ਕਿਸੇ ਵੇਲੇ ਉਸਦੀ ਜੰਜੀਰ ਨੂੰ ਟੋਹ ਕੇ ਇਹ ਅਨੁਭਵ ਕਰਨਾ ਚਾਹੁੰਦੇ ਸਨ, ਇਹ ਲੋਹਾ ਹੈ ਕਿ ਮਾਸ। ਹੁਣ ਬਚਨ ਸਿੰਘ ਆਪਣੇ ਆਪ ਨੂੰ ਇੱਕ ਅਜਿਹੇ ਥਾਂ ਤੇ ਖੜਾ ਵੇਖ ਰਿਹਾ ਸੀ, ਜਿਸ ਨੂੰ ਉਸਨੇ ਭਾਵੇਂ ਅੱਜ ਤੱਕ ਕਦੇ ਡਿੱਠਾ ਨਹੀਂ ਸੀ, ਪਰ ਬਿਨਾਂ ਵੇਖਣ ਤੋਂ ਵੀ ਉਸਨੇ ਕੇਵਲ ਕਲਪਨਾ ਦੁਆਰਾ ਇਹ ਥਾਂ ਵੇਖੀ ਹੋਈ ਸੀ। ਇਹ ਸੀ ਫਾਂਸੀ ਵਾਲੀ ਥਾਂ। ਇੱਕ ਵਾਰੀ ਤਾਂ ਬਚਨ ਸਿੰਘ ਉਹ ਥਾਂ ਵੇਖ ਕੇ ਅੱਡੀ ਤੋਂ ਚੋਟੀ ਤੱਕ ਕੰਬ ਗਿਆ, ਪਰ ਇਹ ਹਾਲਤ ਉਸਦੀ ਝੱਟ ਬਦਲ ਗਈ। ਉਸਦੀਆਂ ਅੱਖਾਂ ਦੇ ਸਾਹਮਣੇ ਹੁਣ ਕੁਝ ਵੀ ਨਹੀਂ ਸੀ, ਕੇਵਲ ਹਨੇਰਾ ਸੀ। ਉਸਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੰਨਾ ਕੁ ਚਿਰ ਉੱਥੇ ਖੜੋਤਾ ਰਿਹਾ। ਇਸ ਵੇਲੇ ਉਸਦੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਵੈਲ ਮਿਸਟਰ ਬਚਨ ਸਿੰਘ, ਕੋਈ ਬਾਤ ਕਹਿਣਾ ਮੰਗਤਾ? ਇਸਦਾ ਜਵਾਬ ਦਿੱਤਾ ਕਿਸੇ ਨੇ, ਉਸਨੇ ਜਾਂ ਕਿਸੇ ਹੋਰ ਨੇ। ਇਸਦਾ ਉਹਨੂੰ ਕੋਈ ਪਤਾ ਨਹੀਂ ਸੀ, ਤੇ ਇਹ ਜਾਣਦੇ ਹੋਇਆਂ ਵੀ ਕਿ ਉਸਨੇ ਉੱਤਰ ਦਿੱਤਾ ਹੈ, ਉਸਦਾ ਮਤਲਬ ਨਾ ਸਮਝ ਸਕਿਆ। ਇਸ ਤੋਂ ਬਾਅਦ ਫਿਰ ਪਹਿਲੀ ਆਵਾਜ਼ ਆਈ, ਅੱਛਾ ਉनको ਬੁਲਾਓ। ਇਹ ਗੱਲ ਬਚਨ ਸਿੰਘ ਦੇ ਕੰਨਾਂ ਵਿੱਚ ਪਈ, ਮਾਨੋ ਮੁੜ ਉਸਦੇ ਹੋਸ਼ ਹਵਾਸ ਕੁਝ ਚਿਰ ਲਈ ਕਾਇਮ ਹੋ ਗਏ। ਥੋੜੇ ਚਿਰ ਪਿੱਛੋਂ ਉਸਨੂੰ ਆਪਣੇ ਬੰਨਿਓ ਕਿਸੇ ਦੇ ਚੀਕ ਮਾਰਨ ਦੀ ਆਵਾਜ਼ ਆਈ। ਆਵਾਜ਼ ਨੂੰ ਪਛਾਣ ਕੇ ਉਸ ਝੱਟ ਪਿੱਛੇ ਤੱਕਿਆ। ਇਹ ਸੁੰਦਰੀ ਸੀ, ਜਿਸ ਨੂੰ ਗਿਆਨੀ ਜੀ ਮੋਢਿਆਂ ਤੋਂ ਥੰਬੀ ਇੱਕ ਪਾਸੇ ਲਈ ਆ ਰਹੇ ਸਨ। ਗਿਆਨੀ ਜੀ ਦੀ ਬੇਨਤੀ ਉੱਤੇ ਅਫਸਰਾਂ ਨੇ ਦੋਸ਼ੀ ਦੀ ਹੱਥਕੜੀ ਖੋਲ ਦਿੱਤੀ। ਸੁੰਦਰੀ ਹੁਣ ਬਚਨ ਸਿੰਘ ਦੇ ਸਾਹਮਣੇ ਖੜੀ ਸੀ, ਜੋ ਸਾਰਾ ਜ਼ੋਰ ਲਾ ਕੇ ਆਪਣੇ ਆਪ ਨੂੰ ਹੋਸ਼ ਵਿੱਚ ਰੱਖਣ ਦਾ ਯਤਨ ਕਰ ਰਹੀ ਸੀ। ਗਿਆਨੀ ਜੀ ਨੇ ਇੱਕ ਹੱਥ ਵਿੱਚ ਬਚਨ ਸਿੰਘ ਦਾ ਹੱਥ ਫੜਿਆ ਹੋਇਆ ਸੀ ਤੇ ਦੂਸਰੇ ਵਿੱਚ ਸੁੰਦਰੀ ਦਾ। ਉਹ ਦੋਵੇਂ ਪਥਰਾਈ ਹੋਈ ਨਜ਼ਰ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ। ਉਹਨਾਂ ਦੀਆਂ ਅੱਖਾਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਗੱਡੀਆਂ ਹੋਈਆਂ ਸਨ ਤੇ ਅੱਖਾਂ ਪੁਤਲੀਆਂ ਵਿੱਚੋਂ ਉਹਨਾਂ ਦੋਹਾਂ ਨੂੰ ਕੇਵਲ ਆਪੋ ਆਪਣਾ ਸਰੀਰ ਹੀ ਸੂਖਮ ਜਿਹੇ ਆਕਾਰ ਵਿੱਚ ਨਜ਼ਰ ਆ ਰਿਹਾ ਸੀ। ਬਸ ਹੋਰ ਕੁਝ ਨਹੀਂ, ਮਾਨੋ ਬਚਨ ਸਿੰਘ ਸੁੰਦਰੀ ਦੀਆਂ ਅੱਖਾਂ ਵਿੱਚ ਵੜ ਕੇ ਲੁਕਿਆ ਬੈਠਾ ਸੀ ਤੇ ਸੁੰਦਰੀ ਬਚਨ ਸਿੰਘ ਦੀਆਂ ਅੱਖਾਂ ਵਿੱਚ। ਇਸ ਵੇਲੇ ਸੁੰਦਰੀ ਦੀ ਗਿੱਚੀ ਨੂੰ ਕੋਈ ਠੰਡੀ ਠੰਡੀ ਚੀਜ਼ ਲੱਗਣ ਦਾ ਅਨੁਭਵ ਹੋਇਆ। ਉਸਨੇ ਡਿੱਠਾ, ਗਿਆਨੀ ਜੀ ਨੇ ਰੁਮਾਲ ਦੀ ਗੰਢ ਖੋਲ ਕੇ ਇੱਕ ਇੱਕ ਫੁੱਲਾਂ ਦਾ ਸਿਹਰਾ ਦੋਹਾਂ ਦੇ ਗਲ ਵਿੱਚ ਪਾ ਦਿੱਤਾ। ਉਹ ਇਹ ਵੇਖ ਰਹੀ ਸੀ ਕਿ ਉਸਦਾ ਹੱਥ ਬਚਨ ਸਿੰਘ ਦੇ ਹੱਥਾਂ ਵਿੱਚ ਹੈ। ਇਹਨਾਂ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਗਿਆਨੀ ਜੀ ਕਹਿ ਰਹੇ ਸਨ, ਹੇ ਦੋ ਜਵਾਨ ਦਿਵਾਲੀ, ਇਸ ਜੋੜੀ ਦਾ ਪ੍ਰੇਮ ਪ੍ਰਲੈ ਕਾਲ ਤੱਕ ਅਟੁੱਟ ਰਹੇ ਤੇ ਸਵਰਗ ਵਿੱਚ ਇਕੱਠੇ ਹੋ ਕੇ ਆਪਣਾ ਦੰਪਤੀ ਜੀਵਨ ਅਨੰਤ ਕਾਲ ਤੱਕ ਬਤੀਤ ਕਰਨ। ਇਸ ਵੇਲੇ ਅੰਗਰੇਜ਼ ਅਫਸਰ ਨੇ ਸਿਰ ਤੋਂ ਟੋਪੀ ਲਾ ਲਈ। ਬਾਕੀ ਦੇ ਜੋ ਸਾਰੇ ਮੁਸਲਮਾਨ ਸਨ, ਸਿਰ ਨਵਾ ਕੇ ਇੱਕ ਸੁਰ ਵਿੱਚ ਬੋਲੇ, ਆਮੀਨ ਆਮੀਨ। ਇਸ ਤੋਂ ਜ਼ਿਆਦਾ ਇੱਕ ਪਲ ਲਈ ਦੋਹਾਂ ਸਰੀਰਾਂ ਵਿੱਚ ਇੱਕ ਚੇਤਨਤਾ ਮਾਲੂਮ ਹੋਈ ਤੇ ਉਹਨਾਂ ਇੱਕ ਦੂਜੇ ਨੂੰ ਜੱਫੀ 'ਚ ਲੈ ਲਿਆ। 1 ਮਿੰਟ, 2 ਮਿੰਟ, 5 ਮਿੰਟ, ਅਖੀਰ 10 ਮਿੰਟ ਹੋ ਗਏ, ਪਰ ਉਹਨਾਂ ਦੀਆਂ ਬਾਹਾਂ ਢਿੱਲੀਆਂ ਨਾ ਹੋਈਆਂ। ਸੁਪਰਡੈਂਟ ਦਾ ਇਸ਼ਾਰਾ ਪਾ ਕੇ ਗਿਆਨੀ ਜੀ ਨੇ ਕਿਹਾ, ਕਾਕਾ ਬਚਨ ਸਿੰਘ, ਪੁੱਤਰੀ ਸੁੰਦਰੀ, ਮੇਰੇ ਬੱਚਿਓ, ਬਸ। ਪਰ ਉਹਨਾਂ ਇੱਕ ਦੂਜੇ ਨੂੰ ਨਾ ਛੱਡਿਆ। ਸ਼ਾਇਦ ਦੋਹਾਂ ਦੇ ਹੋਸ਼ ਹਵਾਸ ਜਵਾਬ ਦੇ ਚੁੱਕੇ ਸਨ। ਅਖੀਰ ਗਿਆਨੀ ਜੀ ਨੇ ਸੁੰਦਰੀ ਦੀ ਬਾਂਹ ਫੜਦਿਆਂ ਹੋਇਆ ਕਿਹਾ, ਮੇਰੀ ਬੱਚੀ, ਤੇ ਸੁਪਰਡੈਂਟ ਨੇ ਬਚਨ ਸਿੰਘ ਦੀ ਬਾਂਹ ਫੜ ਕੇ ਕਿਹਾ, ਮਿਸਟਰ ਬਚਨ ਸਿੰਘ। ਉਹਨਾਂ ਦੀਆਂ ਬਾਹਾਂ ਢਿੱਲੀਆਂ ਹੋ ਗਈਆਂ। ਬਚਨ ਸਿੰਘ ਮਦਹੋਸ਼ੀ ਦੀ ਹਾਲਤ ਵਿੱਚ ਖੜਾ ਸੀ, ਜਦ ਇੱਕ ਆਦਮੀ ਨੇ ਉਸਦੇ ਸਿਰ ਤੇ ਇੱਕ ਲੰਮਾ ਕਾਲਾ ਟੋਪ ਪਾ ਦਿੱਤਾ। ਸੁੰਦਰੀ ਡਿੱਗਣ ਹੀ ਲੱਗੀ ਸੀ ਕਿ ਗਿਆਨੀ ਹੋਰਾਂ ਉਸਨੂੰ ਥੰਮ ਲਿਆ। ਫਿਰ ਸੁਪਰਡੈਂਟ ਦੇ ਹੁਕਮ ਨਾਲ ਸੁੰਦਰੀ ਲਈ ਇੱਕ ਮੰਜਾ ਲਿਆਂਦਾ ਗਿਆ। ਇਸ ਤੋਂ ਬਾਅਦ ਜਦ ਸੁੰਦਰੀ ਨੂੰ ਹੋਸ਼ ਆਈ ਤਾਂ ਰਾਤ ਦਾ ਹਨੇਰਾ ਹਰ ਪਾਸੇ ਫੈਲ ਚੁੱਕਾ ਸੀ। ਇੰਜਣਾਂ ਦੀ ਫੱਪ-ਫੱਪ, ਮੁਸਾਫਰਾਂ ਦੀ ਕਾਂਵਾਂ-ਰੋਲੀ, ਛਾਬੇ ਵਾਲਿਆਂ ਦੀ ਪੇੜੇ ਲੈ ਮਿਠਾਈ ਲੈ ਆਵਾਜ਼ਾਂ ਤੇ ਸਿਗਰਟਾਂ ਦੇ ਧੂੰਏਂ ਦੀ ਮੁਸ਼ਕ ਨੂੰ ਉਸ ਅਨੁਮਾਨ ਲਾਇਆ ਕਿ ਉਹ ਰੇਲਵੇ ਸਟੇਸ਼ਨ ਤੇ ਹੈ ਤੇ ਇਹ ਕਮਰਾ ਮੁਸਾਫਰਖਾਨਾ ਹੈ। ਸੁੰਦਰੀ ਬੈਠ ਗਈ ਤੇ ਬੈਠਦਿਆਂ ਹੀ ਉਸਨੇ ਪਾਣੀ ਮੰਗਿਆ। ਗਿਆਨੀ ਜੀ ਗੜਬੀ ਲੈ ਕੇ ਪਾਣੀ ਲੈਣ ਚਲੇ ਗਏ। ਸੁੰਦਰੀ ਨੂੰ ਕੁਝ ਚਿਰ ਤੋਂ ਅੱਜ ਵਾਲੀ ਭੁੱਲੀ ਹੋਈ ਘਟਨਾ ਫੇਰ ਯਾਦ ਹੋ ਆਈ। ਇਸ ਵੇਲੇ ਉਹ ਆਪਣਾ ਸਿਰ ਇਸ ਤਰ੍ਹਾਂ ਮਾਲੂਮ ਹੁੰਦਾ ਸੀ ਜਿਕਣ ਕਈ ਮਣਾਂ ਦਾ ਹੋ ਗਿਆ ਹੈ। ਉਸ ਵਿੱਚ ਕੋਈ ਸੋਚ, ਕੋਈ ਫੁਰਨਾ ਜਾਂ ਕੋਈ ਖਿਆਲ ਬਾਕੀ ਨਹੀਂ। ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਇਹ ਬੋਝਲ ਪੱਥਰ ਉਸਨੂੰ ਦੁਖਦਾਈ ਜਿਹਾ ਮਾਲੂਮ ਹੋ ਰਿਹਾ ਸੀ।
ਕਿ ਮੈਂ ਕੀ ਹੋ ਗਈ ਹਾਂ। ਅੱਜ ਮੈਂ ਸਰਬੰਸ ਗਵਾ ਕੇ ਸੰਸਾਰ ਵਿੱਚ ਇਕੱਲੀ ਤੇ ਨਿਆਸਰੀ ਹਾਂ। ਇਸ ਗੱਲ ਦਾ ਵੀ ਉਸਨੂੰ ਖਿਆਲ ਨਹੀਂ ਸੀ। ਉਸਦੀ ਹਾਲਤ ਉਸ ਛੱਤ ਵਰਗੀ ਸੀ ਜਿਸ ਹੇਠੋਂ ਥੰਮੀ ਡਿੱਗ ਪਈ ਹੋਵੇ। ਉਹ ਕੁਝ ਚਿਰ ਇਸੇ ਤਰ੍ਹਾਂ ਡੌਰ ਭੌਰ ਪਥਰਾਈ ਨਜ਼ਰ ਨਾਲ ਇੱਧਰੋਂ ਉੱਧਰ ਤੱਕਦੀ ਰਹੀ। ਇੰਨੇ ਨੂੰ ਗਿਆਨੀ ਜੀ ਪਾਣੀ ਲੈ ਆਏ। ਪਾਣੀ ਨਾਲ ਉਸਦੇ ਅੰਦਰ ਕੁਝ ਸੱਤਾ ਜਿਹੀ ਆ ਗਈ ਤੇ ਹੌਲੀ-ਹੌਲੀ ਉਸਦੇ ਦਿਮਾਗ ਦੀ ਖੜੋਤੀ ਮਸ਼ੀਨ ਫੇਰ ਚਾਲੂ ਹੋਣ ਲੱਗੀ। ਉਸਦੇ ਨਾਲ ਹੀ ਸੰਸਾਰ ਦਾ ਨਕਸ਼ਾ ਉਸਨੂੰ ਵੱਟਦਾ ਮਾਲੂਮ ਹੋਣ ਲੱਗਾ। ਉਹ ਇਸ ਤਰ੍ਹਾਂ ਅਨੁਭਵ ਕਰਨ ਲੱਗੀ ਕਿ ਉਹ ਕਿਸੇ ਬੋਝ ਦੇ ਥੱਲੇ ਦਬਦੀ ਜਾ ਰਹੀ ਹੈ। ਬਚਨ ਸਿੰਘ ਦੇ ਅੰਤਮ ਮਿਲਾਪ ਵਾਲੀ ਝਾਕੀ ਉਸਦੇ ਸਾਹਮਣੇ ਆਈ ਤੇ ਪਰ ਬਹੁਤ ਬੇਮਾਲੂਮੀ ਜਿਹੀ ਸੁਪਨੇ ਵਾਂਗ। ਉਸਨੂੰ ਫਾਂਸੀ ਲਟਕਾ ਦਿੱਤਾ ਗਿਆ। ਇਹ ਖਿਆਲ ਆਉਣ ਦੀ ਹੀ ਦੇਰ ਸੀ ਕਿ ਉਹ ਚੀਕ ਮਾਰ ਕੇ ਦੋਹਾਂ ਹੱਥਾਂ ਨਾਲ ਮੂੰਹ ਲੁਕੋ ਕੇ ਬੈਂਚ ਤੇ ਮੁੱਦੇ ਮੂੰਹ ਲੇਟ ਗਈ। ਗਿਆਨੀ ਜੀ ਤੋਂ ਇਹ ਸੁਣ ਕੇ ਕਿ ਇਸਦਾ ਪਤੀ ਬੇਦਹੋਸ਼ਾ ਹੀ ਅੱਜ ਫਾਂਸੀ ਦਿੱਤਾ ਗਿਆ ਹੈ, ਬਹੁਤ ਸਾਰੇ ਮੁਸਾਫਰ ਉਸਦੇ ਦੁਆਲੇ ਇਕੱਠੇ ਹੋਏ ਉਸਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਸੁੰਦਰੀ ਇਸ ਵੇਲੇ ਰੋਣਾ ਚਾਹੁੰਦੀ ਸੀ ਪਰ ਰੋ ਨਹੀਂ ਸੀ ਸਕਦੀ। ਉਸਨੂੰ ਰੋਣਾ ਆਉਂਦਾ ਹੀ ਨਹੀਂ ਸੀ। ਉਸਦੇ ਸਰੀਰ ਵਿੱਚੋਂ ਜਿਹੜੇ ਅੱਗ ਦੇ ਅਲੰਬੇ ਉੱਠ ਰਹੇ ਸਨ, ਉਹਨਾਂ ਨੇ ਸ਼ਾਇਦ ਉਸਦੀਆਂ ਅੱਖਾਂ ਦੇ ਅੱਥਰੂ ਵੀ ਸੁਕਾ ਦਿੱਤੇ ਸਨ। ਉਹ ਫੇਰ ਉੱਠੀ ਤੇ ਉੱਠ ਕੇ ਮੁਸਾਫਰਖਾਨੇ ਦੀ ਛੱਤ ਹੇਠੋਂ ਬਾਹਰ ਹੋ ਗਈ। ਆਪਣੇ ਆਸ-ਪਾਸ ਦੇ ਮੁਸਾਫਰਾਂ ਨੂੰ ਜਿੱਥੋਂ ਤੱਕ ਉਸਦੀ ਨਜ਼ਰ ਜਾ ਸਕਦੀ ਸੀ, ਉਸਨੇ ਧਿਆਨ ਨਾਲ ਡਿੱਠਾ। ਹਰ ਇੱਕ ਆਦਮੀ ਵਿੱਚੋਂ ਉਸਨੂੰ ਵਿਸ਼ਵਾਸਘਾਤ ਅਤੇ ਦੁਸ਼ਟਪੁਣੇ ਦੀ ਸੜਿਆਂਦ ਆ ਰਹੀ ਸੀ। ਉਹ ਖਿਆਲ ਕਰ ਰਹੀ ਸੀ ਕਿ ਰੱਬ ਨੇ ਇਹ ਜੋ ਕੁਝ ਵੀ ਬਣਾਇਆ ਹੈ, ਸਭ ਉਸਦੇ ਬਰਬਾਦ ਕਰਨ ਲਈ ਬਣਾਇਆ ਹੈ। ਉਹ ਤਾਂ ਆਕਾਸ਼ ਵੱਲ ਤੱਕਣ ਤੋਂ ਉਸਨੂੰ ਜਾਪਦਾ ਸੀ ਕਿ ਜਿਹੜੇ ਕਾਲੇ ਬੱਦਲ ਇੱਧਰ-ਉੱਧਰ ਫਿਰ ਰਹੇ ਹਨ, ਕੇਵਲ ਇਹ ਉਸੇ ਨਾਲ ਸੱਚੀ ਹਮਦਰਦੀ ਕਰਨ ਦੀ ਮਾਤਮੀ ਵੇਸ਼ਧਾਰਾ ਦੇ ਕੇ ਆਏ ਹਨ। ਟਾਵੇਂ-ਟਾਵੇਂ ਤਾਰੇ ਟਿਮਟਿਮਾ ਰਹੇ ਸਨ, ਜਿਹੜੇ ਸ਼ਾਇਦ ਉਸਦੀ ਹਾਲਤ ਨੂੰ ਨਾ ਸਹਾਰਦੇ ਹੋਏ ਬੱਦਲਾਂ ਹੇਠਾਂ ਲੁਕਦੇ ਜਾ ਰਹੇ ਸਨ। ਉੱਚੇ ਕੱਦ ਦੇ ਧੁੰਦਲੇ ਦਰੱਖਤ ਵੀ ਸਿਰ ਹਿਲਾ ਕੇ ਉਸਦੇ ਦੁੱਖ ਵਿੱਚ ਸਾਥ ਦੇ ਰਹੇ ਸਨ। ਸਾਰੀ ਕੁਦਰਤ ਉਸਦੇ ਭਾਣੇ ਮਾਤਮ ਦੀ ਸਰਾਂ ਬਣੀ ਹੋਈ ਸੀ। ਉਸਦੇ ਸਰੀਰ ਵਿੱਚ ਇੱਕਦਮ ਕੋਈ ਬਿਜਲੀ ਦੀ ਤਾਕਤ ਆ ਗਈ। ਆਪਣੇ ਆਸ-ਪਾਸ ਖੜੋਤੇ ਲੋਕਾਂ ਵੱਲ ਕਹਿਰ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ, ਕੀ ਤੱਕਦੇ ਹੋ? ਅਜੇ ਰੱਜੇ ਨਹੀਂ ਮੇਰਾ ਲਹੂ ਪੀ ਕੇ? ਚੰਗਾ ਹੋਰ ਜਿਹੜਾ ਢਿੱਲ ਲੱਗਦਾ ਜਾ ਕੇ ਲਾ ਲਓ। ਹੁਣ ਏਦੂ ਵੱਧ ਮੇਰਾ ਕੀ ਵਿਗਾੜੋਗੇ, ਜਦ ਕਿ ਤੁਸਾਂ ਮੇਰਾ ਕੁਝ ਛੱਡਿਆ ਹੀ ਨਹੀਂ। ਮੇਰਾ ਸਰਬੰਸ ਖਾ ਕੇ ਡਕਾਰ ਗਏ ਹੋ ਅਜੇ ਵੀ। ਗਿਆਨੀ ਜੀ ਨੇ ਉਸਦੀ ਬਾਂਹ ਫੜ ਕੇ ਇੱਕ ਪਾਸੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿਹਾ, ਪੁੱਤਰੀ ਹੋਸ਼ ਕਰ, ਆਪਣੇ ਆਪ ਨੂੰ ਸੰਭਾਲ। ਮੁਸਾਫਰ ਉਸਦੇ ਦੁਆਲਿਓਂ ਹਟ ਗਏ ਤੇ ਗਿਆਨੀ ਹੋਰੀ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੇ, ਬੇਟੀ ਇਸ ਤਰ੍ਹਾਂ ਕਰਨ ਨਾਲ ਤੂੰ ਆਪਣੀ ਜਾਨ ਵੀ ਖਤਰੇ ਵਿੱਚ ਪਾ ਲਵੇਂਗੀ। ਜੋ ਕੁਝ ਹੋਣਾ ਸੀ। ਸੁੰਦਰੀ ਉਹਨਾਂ ਦੀ ਗੱਲ ਤੇ ਹੱਸਦੀ ਹੋਈ ਬੋਲੀ, ਕੀ ਕਿਹਾ ਜੇ ਪਿਤਾ ਜੀ, ਮੇਰੀ ਜਾਨ ਖਤਰੇ ਵਿੱਚ? ਨਹੀਂ, ਮੈਂ ਅਜੇ ਨਹੀਂ ਮਰਾਂਗੀ। ਅਜੇ ਮੇਰੇ ਕਰਨ ਲਈ ਬੜੇ ਕੰਮ ਨੇ ਤੇ ਉਹਨਾਂ ਤੋਂ ਕਰਨ ਤੋਂ ਪਹਿਲਾਂ ਮੈਂ ਨਹੀਂ ਮਰਨਾ। ਹਾਂ ਸੱਚ ਪਿਤਾ ਜੀ, ਉਹਨਾਂ ਦਾ ਸੰਸਕਾਰ ਹੋ ਚੁੱਕਾ ਏ। ਤੈਨੂੰ ਹੋਸ਼ ਵਿੱਚ ਆਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਸੀ, ਪਰ ਖੈਰ ਕੋਈ ਹਰਜ ਨਹੀਂ। ਇਸ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਜਾ ਬੈਠੇ। ਅੰਮ੍ਰਿਤਸਰ ਪਹੁੰਚ ਕੇ ਜਦ ਦੋਵੇਂ ਮੁਸਾਫਰਖਾਨੇ ਚੋਂ ਬਾਹਰ ਨਿਕਲੇ ਤਾਂ ਸੁੰਦਰੀ ਗਿਆਨੀ ਜੀ ਨੂੰ ਕਹਿਣ ਲੱਗੀ, ਪਿਤਾ ਜੀ ਮੈਂ ਤੁਹਾਨੂੰ ਹੋਰ ਬੰਨਣਾ ਨਹੀਂ ਚਾਹੁੰਦੀ। ਕੁਝ ਦਿਨਾਂ ਲਈ ਮੈਨੂੰ ਇਕੱਲੀ ਛੱਡ ਦਿਓ। ਇਕੱਲੀ ਛੱਡ ਦਿਆਂ? ਗਿਆਨੀ ਜੀ ਨੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਪੁੱਛਿਆ। ਕਿਉਂ ਬੇਟੀ? ਮੈਂ ਦੀਵਾਨਪੁਰੇ ਜਾ ਰਹੀ ਹਾਂ। ਪਰ ਉੱਥੇ ਤੇਰਾ ਕੀ ਕੰਮ ਏ? ਤੁਹਾਨੂੰ ਪਤਾ ਨਹੀਂ, ਉਹ ਆਪਣੀ ਮਾਤਾ ਜੀ ਦਾ ਭਾਰ ਮੈਨੂੰ ਸੌਂਪ ਗਏ ਨੇ। ਮੈਂ ਕੁਝ ਚਿਰ ਉਹਨਾਂ ਦੀ ਮਾਤਾ ਜੀ ਪਾਸ ਰਹਾਂਗੀ। ਤਾਂ ਚੱਲ ਮੈਂ ਤੈਨੂੰ ਛੱਡ ਆਉਂਦਾ ਹਾਂ। ਨਹੀਂ ਪਿਤਾ ਜੀ, ਮੈਂ ਇਕੱਲੀ ਜਾਵਾਂਗੀ। ਬਹੁਤਾ ਸਾਰੀ ਖਿੱਚਾ ਖਿੱਚੀ ਤੋਂ ਬਾਅਦ ਗਿਆਨੀ ਜੀ ਨੂੰ ਉਸਦਾ ਸਾਥ ਛੱਡਣ ਲਈ ਮਜਬੂਰ ਹੋਣਾ ਪਿਆ। ਅਖੀਰ ਇਹੋ ਫੈਸਲਾ ਹੋਇਆ ਕਿ ਸੁੰਦਰੀ ਦੀਵਾਨਪੁਰ ਚਲੀ ਜਾਵੇ ਤੇ ਗਿਆਨੀ ਜੀ 1-2 ਦਿਨ ਅੰਮ੍ਰਿਤਸਰ ਰਹਿ ਕੇ ਹਰਿਦੁਆਰ ਵਾਪਸ ਚਲੇ ਜਾਣ। ਅੰਗ 34ਵਾਂ। ਸਟੇਸ਼ਨ ਤੋਂ ਬਾਹਰ ਨਿਕਲ ਕੇ ਸੁੰਦਰੀ ਆਪਣੇ ਭਵਿੱਖ ਸੰਬੰਧੀ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੀ ਦੀਵਾਨਪੁਰੇ ਦੀ ਸੜਕੇ ਹੋ ਤੁਰੀ। ਹੁਣ ਉਸਦਾ ਮਨ ਇਕਾਗਰ ਸੀ। ਉਸਨੂੰ 5-5 ਮਿੰਟ ਪਿੱਛੋਂ ਬਚਨ ਸਿੰਘ ਦੀ ਯਾਦ ਆਉਂਦੀ ਸੀ, ਪਰ ਇਹ ਯਾਦ ਹੁਣ ਉਸਨੂੰ ਰਵਾਉਂਦੀ ਤੜਫਾਉਂਦੀ ਨਹੀਂ ਸੀ। ਜਿਸ ਤਰ੍ਹਾਂ ਲੋਹੇ ਨੂੰ ਜਿਉਂ-ਜਿਉਂ ਅੱਗ ਦਾ ਸੇਕ ਲੱਗਦਾ ਹੈ, ਉਹ ਹੋਰ ਚੀਜ਼ਾਂ ਵਾਂਗ ਪੰਘਰਨ ਜਾਂ ਸੜਨ ਦੀ ਥਾਂ ਸਖਤ ਹੋ ਕੇ ਭਿਆਨਕ ਹੁੰਦਾ ਜਾਂਦਾ ਹੈ, ਉਸੇ ਤਰ੍ਹਾਂ ਸੁੰਦਰੀ ਦਾ ਦਿਲ ਬਚਨ ਸਿੰਘ ਦੀ ਮੌਤ ਨਾਲ ਸਗੋਂ ਮਜ਼ਬੂਤ ਤੇ ਹਿੰਸਕ ਹੋ ਗਿਆ ਸੀ। ਕਿਸੇ ਖਤਰੇ ਜਾਂ ਦੁੱਖ ਦੀ ਸੰਭਾਵਨਾ ਜਿੰਨੀ ਦੁਖਦਾਈ ਹੁੰਦੀ ਹੈ, ਓਨਾ ਡਰਾਉਣਾ ਉਸਦਾ ਵਰਤਮਾਨ ਨਹੀਂ ਹੁੰਦਾ। ਠੰਡੇ ਪਾਣੀ ਦੇ ਤਲਾਅ ਵਿੱਚ ਨਹਾਉਣ ਤੋਂ ਪਹਿਲਾਂ ਆਦਮੀ ਉਸ ਵਿੱਚ ਵੜਨ ਤੋਂ ਡਰਦਾ ਹੈ, ਪਰ ਇੱਕ ਅੱਧ ਟੁੱਬੀ ਲਾਉਣ ਤੋਂ ਬਾਅਦ ਫਿਰ ਜਿਵੇਂ ਕਿੰਨਾ ਚਿਰ ਖਲੋਤਾ ਰਹੇ, ਤਕਲੀਫ ਨਹੀਂ ਮਾਲੂਮ ਹੁੰਦੀ। ਸੁੰਦਰੀ ਨੂੰ ਹੁਣ ਓਨਾ ਦੁੱਖ ਨਹੀਂ ਸੀ ਜਿੰਨਾ ਹੋਣ ਦਾ ਉਸਨੂੰ ਖਿਆਲ ਸੀ। ਦੂਜੀ ਗੱਲ ਇਹ ਕਿ ਸੱਟਾਂ ਸਹਾਰਨ ਲਈ ਸੁੰਦਰੀ ਦਾ ਦਿਲ ਕੁਝ ਆਦੀ ਵੀ ਹੋ ਚੁੱਕਾ ਸੀ।
ਸਦਾ ਕੌਰ ਨੇ ਉਸ ਦਿਨ ਸੁੰਦਰੀ ਦਾ ਹੱਦੋਂ ਵੱਧ ਤਿਰਸਕਾਰ ਕੀਤਾ ਸੀ। ਪਰ ਬਚਨ ਸਿੰਘ ਦੇ ਹੁਕਮ ਅੱਗੇ ਸੁੰਦਰੀ ਨੂੰ ਸਭ ਕੁਝ ਭੁੱਲਣਾ ਪਿਆ। ਉਹ ਦੀਵਾਨਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਸਦਾ ਕੌਰ ਦੇ ਘਰ ਗਈ। ਰਾਤ ਦੇ 8 ਵੱਜ ਚੁੱਕੇ ਸਨ ਜਦ ਉਸਨੇ ਸਦਾ ਕੌਰ ਦਾ ਬੂਹਾ ਖੜਕਾਇਆ। ਅੰਦਰੋਂ ਆਵਾਜ਼ ਆਈ, ਕੌਣ ਏ? ਸੁੰਦਰੀ ਨੇ ਧੜਕਦੇ ਦਿਲ ਨਾਲ ਉੱਤਰ ਦਿੱਤਾ, ਬੇਬੇ ਜੀ, ਮੈਂ ਹਾਂ ਸੁੰਦਰੀ। ਉਸਨੂੰ ਇਸ ਗੱਲ ਦਾ ਪਤਾ ਸੀ ਕਿ ਸਦਾ ਕੌਰ ਅੱਗੇ ਨਾਲੋਂ ਵੀ ਵਧੇਕ ਉਸਦੀ ਬੇਇੱਜ਼ਤੀ ਕਰੇਗੀ। ਜਦ ਕਿ ਬਚਨ ਸਿੰਘ ਦੇ ਜਿਉਂਦਿਆਂ ਹੀ ਉਸਨੇ ਉਸਦਾ ਇਹ ਹਾਲ ਕੀਤਾ ਸੀ। ਹੁਣ ਤਾਂ ਰੱਬ ਹੀ ਰਾਖਾ ਹੈ। ਪਰ ਉਸਨੇ ਸਭ ਕੁਝ ਝੱਲਣ ਲਈ ਆਪਣਾ ਦਿਲ ਪੱਕਾ ਕਰ ਲਿਆ ਹੋਇਆ ਸੀ। ਬੂਹਾ ਖੁੱਲਿਆ ਤੇ ਹੱਥ ਵਿੱਚ ਦੀਵਾ ਲਈ ਸਦਾ ਕੌਰ ਉਸਨੂੰ ਸਾਹਮਣੇ ਦਿਸੀ। ਉਸਦੀ ਨਜ਼ਰ ਇਤਨੀ ਕਮਜ਼ੋਰ ਹੋ ਗਈ ਸੀ ਕਿ ਦਿਨ ਵੇਲੇ ਵੀ ਮਸੇ ਹੀ ਮਨੁੱਖ ਨੂੰ ਪਛਾਣ ਸਕਦੀ ਸੀ। ਸੁੰਦਰੀ ਉਸਦੇ ਮੂੰਹੋਂ ਅੱਗ ਦੀ ਵਰਖਾ ਸਹਿਣ ਲਈ ਉਤਾਵਲੀ ਹੋ ਰਹੀ ਸੀ। ਉਹ ਉਡੀਕ ਰਹੀ ਸੀ ਕਿ ਸਭ ਤੋਂ ਪਹਿਲੀ ਗੱਲ ਸਦਾ ਕੌਰ ਦੇ ਮੂੰਹੋਂ ਕਿਹੜੀ ਨਿਕਲਦੀ ਹੈ। ਪਰ ਉਹ ਹੈਰਾਨ ਹੋ ਗਈ ਜਦ ਉਸਨੇ ਸਦਾ ਕੌਰ ਨੂੰ ਦੋਵੇਂ ਬਾਹਾਂ ਉਸ ਵੱਲ ਵਧਾ ਕੇ ਇਹ ਕਹਿੰਦਿਆਂ ਸੁਣਿਆ, ਆ ਮੇਰੀ ਦੁਖੀ ਬੱਚੀਏ, ਮੈਂ ਸਦਕੇ। ਸੁੰਦਰੀ ਉਸਦੇ ਪੈਰਾਂ ਤੇ ਡਿੱਗ ਪਈ। ਸਦਾ ਕੌਰ ਨੇ ਉਹਨੂੰ ਪਿਆਰ ਨਾਲ ਚੁੱਕ ਕੇ ਗਲ ਨਾਲ ਲਾਇਆ ਤੇ ਰੋਂਦੀ ਹੋਈ ਬੋਲੀ, ਬੱਚੀਏ, ਅੱਜ ਤੇਰਾ ਸੁਹਾਗ ਲੁੱਟਿਆ ਗਿਆ। ਹੋਰ ਉਹ ਕੁਝ ਨਾ ਬੋਲ ਸਕੀ ਤੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਅਨਵਰ ਜਾਨ ਨੂੰ ਮਿਲਣ ਤੋਂ ਪਿੱਛੋਂ ਅੱਜ ਦੂਜੀ ਵਾਰ ਸੁੰਦਰੀ ਦਾ ਮਾਤਰੀ ਮੋਹ ਉਮੜਿਆ। ਬਚਨ ਸਿੰਘ ਨੇ ਕੱਲ ਅਖੀਰੀ ਮੁਲਾਕਾਤ ਵੇਲੇ ਜਿਸ ਤਰ੍ਹਾਂ ਸੁੰਦਰੀ ਵੱਲੋਂ ਸਦਾ ਕੌਰ ਦਾ ਦਿਲ ਸਾਫ਼ ਕੀਤਾ ਸੀ ਤੇ ਫਿਰ ਸਦਾ ਲਈ ਸੁੰਦਰੀ ਨੂੰ ਹੀ ਬਚਨ ਸਿੰਘ ਦਾ ਰੂਪ ਸਮਝ ਕੇ ਸੀਨੇ ਨਾਲ ਲਾਈ ਰੱਖਣ ਦੀ ਤਾਕੀਦ ਕੀਤੀ ਸੀ। ਇਹ ਸਭ ਗੱਲਾਂ ਸਦਾ ਕੌਰ ਨੇ ਉਸਨੂੰ ਇੱਕ-ਇੱਕ ਕਰਕੇ ਸੁਣਾਈਆਂ। ਸੁੰਦਰੀ ਨੇ ਵੀ ਆਪਣਾ ਦੁੱਖ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਇੱਕ ਦੂਜੀ ਨੂੰ ਦੁੱਖ ਸੁਣਾ ਕੇ ਉਹਨਾਂ ਨੂੰ ਇਹ ਮਾਲੂਮ ਹੋਇਆ ਜੀਕਣ ਬਚਨ ਸਿੰਘ ਜਿਉਂਦਾ ਹੈ। ਅੱਧੀ ਰਾਤ ਦੋਹਾਂ ਨੇ ਦੁੱਖ ਭਰੀਆਂ ਗੱਲਾਂ ਕਰਦੀਆਂ ਬਿਤਾਈ। ਆਪੋ ਆਪਣੇ ਥਾਂ ਦੋਹਾਂ ਦੇ ਦਿਲਾਂ ਵਿੱਚ ਇਹੋ ਖਿਆਲ ਸੀ, ਜੇ ਰੱਬ ਇਸ ਦਾ ਮੇਲ ਨਾ ਕਰਾਂਦਾ ਤਾਂ ਮੇਰਾ ਕੀ ਹਾਲ ਹੁੰਦਾ, ਮੈਂ ਕੀਕਣ ਜਿਉਂਦੀ। ਇਸ ਤੋਂ ਬਾਅਦ ਗੱਲਾਂ ਵਿੱਚ ਹੀ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਸਦਾ ਕੌਰ ਦਾ ਪੈਸੇ ਧੇਲੇ ਅੱਗੇ ਹੀ ਮੁੱਕ ਚੁੱਕਾ ਸੀ, ਪਰ ਇਸ ਮੁਕੱਦਮੇ ਵਿੱਚ ਉਸਦਾ ਟੂਮ ਟੱਲਾ ਵੀ ਲੱਗ ਗਿਆ ਹੈ ਤੇ ਕੁਝ ਜ਼ਮੀਨ ਵੀ ਗਹਿਣੇ ਪੈ ਗਈ ਹੈ। ਜਿਹੜੀ ਕੁਝ ਬਚੀ ਖੁਚੀ ਸੀ ਉਹ ਸ਼ਰੀਕਾਂ ਦਬਾ ਲਈ ਹੈ, ਕਿਉਂਕਿ ਕਾਨੂੰਨੀ ਤੌਰ ਤੇ ਉਹ ਉਸਦੇ ਵਾਰਸ ਸਨ। ਸਦਾ ਕੌਰ ਇਸ ਵੇਲੇ ਕੌਡੀ ਤੋਂ ਆਤੁਰ ਹੋਈ ਬੈਠੀ ਸੀ। ਖੰਨੀ ਚੱਪਾ ਰੋਟੀ ਵੀ ਮਿਲੇਗੀ ਕਿ ਨਹੀਂ, ਇਸ ਵਿੱਚ ਵੀ ਉਹਨੂੰ ਸ਼ੱਕ ਸੀ। ਇਸ ਤੋਂ ਛੁੱਟ ਸਦਾ ਕੌਰ ਦੀ ਜਵਾਨੀ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਪਾਲਾ ਸਿੰਘ ਉਸਦੇ ਦਿਓਰਾਂ ਜੇਠਾਂ ਨੂੰ ਚੁੱਕ ਰਿਹਾ ਹੈ ਕਿ ਉਹ ਉਹਦੇ ਲੱਗਦੇ ਹੱਥ ਝਟਪਟ ਜੀਵਾ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰ ਲੈਣ ਤੇ ਇਸ ਤਜਵੀਜ਼ ਉੱਤੇ ਅਮਲ ਦਰਾਮਦ ਹੋਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸੁੰਦਰੀ ਦੇ ਜ਼ਖਮੀ ਸੀਨੇ ਉੱਤੇ ਇੱਕ ਹੋਰ ਚੋਟ ਲੱਗੀ। ਉਸਦੀ ਰਗ ਇਸ ਵੇਲੇ ਪਾਲਾ ਸਿੰਘ ਪਾਸੋਂ ਬਦਲਾ ਲੈਣ ਲਈ ਵਿਆਕੁਲਤਾ ਨਾਲ ਤੜਫ ਰਹੀ ਸੀ, ਇੱਥੋਂ ਤੱਕ ਕਿ ਉਸ ਲਈ ਟਿਕਣਾ ਮੁਸ਼ਕਲ ਹੋ ਗਿਆ। ਬਚਨ ਸਿੰਘ ਨਾਲ ਕੀਤੇ ਕੌਲ ਕਰਾਰ ਤੇ ਸਿਰ ਤੇ ਚੁੱਕੀ ਸਦਾ ਕੌਰ ਦੀ ਜ਼ਿੰਮੇਵਾਰੀ, ਇਹ ਸਭ ਕੁਝ ਭੁੱਲ ਗਿਆ। ਥੋੜ੍ਹੀ ਦੇਰ ਬਾਅਦ ਜਦ ਸਦਾ ਕੌਰ ਸੌਂ ਗਈ ਤਾਂ ਸੁੰਦਰੀ ਦੱਬੇ ਪੈਰੀ ਉੱਠੀ ਤੇ ਆਲੇ ਵਿੱਚੋਂ ਤੀਲਾਂ ਵਾਲੀ ਡੱਬੀ ਫੜ ਕੇ ਘਰੋਂ ਬਾਹਰ ਨਿਕਲ ਗਈ। ਇਸ ਵੇਲੇ ਰਾਤ ਦੇ 12 ਵਜੇ ਦਾ ਵੇਲਾ ਸੀ। ਹਨੇਰੀ ਰਾਤ ਨੇ ਹਰ ਪਾਸੇ ਕਾਲਾ ਪਰਦਾ ਤਾਣਿਆ ਹੋਇਆ ਸੀ। ਜਿਸ ਖੂਹ ਦੇ ਢਾਰੇ ਵਿੱਚ ਪਾਲਾ ਸਿੰਘ ਦਾ ਧਰੇਗੜਾ ਅਕਸਰ ਰਿਹਾ ਕਰਦਾ ਸੀ, ਉਹ ਥਾਂ ਸੁੰਦਰੀ ਦੀ ਵੇਖੀ ਭਾਲੀ ਹੋਈ ਸੀ। ਉਹ ਰਵਾਂ-ਰਵੀਂ ਉੱਥੇ ਜਾ ਪਹੁੰਚੀ। ਢਾਰੇ ਦੇ ਪਿਛਵਾੜੇ ਜਿੱਥੋਂ ਇੱਕ ਮਘੋਰੇ ਵਿੱਚ ਅੰਦਰ ਦਾ ਕੁਝ ਹਿੱਸਾ ਦਿਖਾਈ ਦਿੰਦਾ ਸੀ, ਉਹ ਛਹਿ ਕੇ ਬੈਠ ਗਈ। ਅੰਦਰ ਕੌੜੇ ਤੇਲ ਦਾ ਦੀਵਾ ਬਲ ਰਿਹਾ ਸੀ, ਜਿਸ ਦੀ ਲੋ ਵਿੱਚ ਸੁੰਦਰੀ ਨੇ ਵੇਖਿਆ ਪਾਲਾ ਸਿੰਘ ਤੇ ਉਸਦੇ ਦੋ ਸਾਥੀ ਸ਼ਰਾਬ ਪੀਂਦੇ ਹੋਏ ਗੱਪਾਂ ਮਾਰ ਰਹੇ ਸਨ। ਵੀਰ ਸਿੰਘ ਕਹਿ ਰਿਹਾ ਸੀ, ਸੱਪ ਵੀ ਮਰ ਗਿਆ ਤੇ ਲਾਠੀ ਵੀ ਬਚ ਗਈ। ਪਾਲਾ ਸਿੰਘ ਬੋਲਿਆ, ਪਰ ਤੂੰ ਰਾਤੀ ਉਹਨੂੰ ਸੱਚਮੁੱਚ ਜੀਵਾਂ ਸਿਉਂ ਦੇ ਘਰੀ ਜਾਂਦੀ ਨੂੰ ਵੇਖਿਆ ਸੀ ਕਿ ਐਵੇਂ ਨਸ਼ੇ ਵਿੱਚ ਬਰੜਾਣ ਡਿਆ ਹੋਇਆ ਏ? ਸਹੁੰ ਗੁਰੂ ਦੀ, ਮੈਂ ਅੱਖੀਂ ਵੇਖਿਆ ਸੀ। ਤਾਂ ਹੁਣ ਬਚ ਕੇ ਨਹੀਂ ਜਾਂਦੀ। ਕੱਲ ਹੀ ਕਰੂੰ ਕਾਬੂ, ਇਹ ਵੀ ਰੋਜ਼-ਰੋਜ਼ ਦਾ ਪੁਆੜਾ ਮੁੱਕੇ। ਪਰ ਭਾਊ ਰੱਖੇਗਾ ਕਿੱਥੇ ਉਹਨੂੰ? ਸ਼ੁਦਾਈ ਨਾ ਹੋਵੇ ਤੇ ਰੱਖਣ ਨੂੰ ਥਾਵਾਂ ਥੋੜੀਆਂ ਨੇ, ਉਡਾਣ ਦੀ ਕਰੋ ਭਲਕੇ। ਪਰ ਭਾਊ ਕਚਹਿਰੀ ਵਿੱਚ ਉਸਨੇ ਬਿਆਨ ਦਿੱਤਾ ਸੀ, ਅਖੇ ਉਸ ਕੰਜਰੀ ਦੀ ਧੀ ਆ। ਓਏ ਛੱਡ ਪਰੇ ਵਿਹਲੀਆਂ ਗੱਲਾਂ, ਸਿੱਖਾਂ ਨੂੰ ਕੀ ਲੱਗੇ ਇਹੋ ਜਿਹੇ ਵਹਿਮਾਂ ਨਾਲ। ਤੁਸੀਂ ਬਸ ਗੁਰੂ ਦਾ ਨਾਂ ਲੈ ਕੇ ਰਾਤੀ ਉਹਨੂੰ ਲਿਆਉਣ ਦੀ ਕਰੋ। ਮੇਰੀ ਸਲਾਹ ਏ, ਜੀਵਾਂ ਸਿਉਂ ਦੇ ਘਰ ਪਿਛਵਾੜਿਓਂ ਜਿੱਥੋਂ ਕੱਚੀ ਕੰਧ ਏ ਉਸੇ ਨੂੰ ਪਾੜ, ਬਸ ਠੀਕ ਹੈ। ਸੁੰਦਰੀ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਇਹ ਗੱਲਾਂ ਤੇ ਤਿਆਰੀਆਂ ਕਿਸ ਬਾਬਤ ਹੋ ਰਹੀਆਂ ਹਨ।
ਥੋੜਾ ਚਿਰ ਹੋਰ ਉਹ ਇਸੇ ਤਰ੍ਹਾਂ ਦੀਆਂ ਪੱਕੀਆਂ ਪਕਾਉਂਦੇ ਰਹੇ ਤੇ ਅਖੀਰ ਪੀਂਦੇ ਪੀਂਦੇ ਉਹ ਹੀ ਉੱਥੇ ਹੀ ਸੌਂ ਗਏ। ਇੱਚਰ ਤੋੜੀ ਸੁੰਦਰੀ ਨੇ ਇਧਰੋਂ ਉਧਰੋਂ ਸੁੱਕਾ ਘਾਹ ਇਕੱਠਾ ਕਰਕੇ 2-3 ਪੂਲੇ ਬਣਾ ਲਏ ਸਨ। ਅਖੀਰ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਥੋੜੀ ਦੇਰ ਬਾਅਦ ਇਹ ਢਾਰਾ ਲੱਟ-ਲੱਟ ਬਲ ਰਿਹਾ ਸੀ, ਜਿਸ ਤੇ ਅਲੰਬੀਆਂ ਨਾਲ ਦੂਰ-ਦੂਰ ਤੀਕ ਚਾਨਣ ਫੈਲ ਰਿਹਾ ਸੀ ਤੇ ਸਾਰਾ ਪਿੰਡ ਵਾਹੋ ਦਾਹੀ ਭੱਜ ਆ ਰਿਹਾ ਸੀ। ਪਾਸ ਖਲੋਤੀ ਸੁੰਦਰੀ ਪਾਗਲਾਂ ਵਾਂਗ ਹੱਸ ਰਹੀ ਸੀ। ਅੱਜ ਉਸਦੇ ਚਿਹਰੇ ਉੱਤੇ ਉਹ ਭਿਆਨਕ ਹਾਸਾ ਸੀ ਜਿਸ ਤੋਂ ਸ਼ਾਇਦ ਮੌਤ ਵੀ ਕੰਬ ਉੱਠੇ। ਸਾਰੇ ਪਿੰਡ 'ਚ ਰੌਲਾ ਮਚ ਗਿਆ। ਲੋਕੀ ਝਟਪਟ ਆ ਪਹੁੰਚੇ, ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਢਾਰੇ ਦੀ ਛੱਤ ਦਾ ਸਾਰਾ ਬਾਲਣ ਉਸਦੀਆਂ ਚੌਹਾਂ ਕੰਧਿਆਂ ਵਿਚਾਲੇ ਜਾ ਪਿਆ। ਹੁਣ ਇੱਥੇ ਸੀ, ਹੁਣ ਇੱਥੇ ਸੀ ਕਹਿੰਦਿਆਂ ਕੁਝ ਲੋਕਾਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਤੇ ਕੁਝ ਦੋਸ਼ੀ ਨੂੰ ਫੜਨ ਲਈ ਇੱਧਰ-ਉੱਧਰ ਭੱਜ ਨਿਕਲੇ। ਕਿਸੇ ਨੇ ਦੱਸਿਆ ਕਿ ਇੱਕ ਮੁਟਿਆਰ ਦਰਿਆ ਵੱਲ ਦੌੜੀ ਜਾਂਦੀ ਉਸ ਵੇਖੀ ਸੀ। ਸਾਰੇ ਲੋਕੀ ਉੱਧਰ ਭੱਜ ਗਏ। ਬੇਲਿਆਂ ਦੀਆਂ ਝਾੜੀਆਂ ਨੂੰ ਪਰਚੋਲਦੇ ਹੋਏ ਲੋਕੀ ਦੂਰ ਤੱਕ ਨਿਕਲ ਗਏ। ਇੰਨੇ ਨੂੰ ਆਵਾਜ਼ ਆਈ, "ਆਓ ਵੇਖੋ, ਉਹ ਗਈ ਜੇ ਦਰਿਆ ਦੇ ਪੁਲ ਵੱਲ।" ਲੋਕੀ ਪੁਲ ਵੱਲ ਨੱਠੇ, ਪਰ ਹਨੇਰੇ ਵਿੱਚ ਕੁਝ ਨਾ ਪਤਾ ਲੱਗ ਸਕਿਆ। ਝੱਟ ਕੁ ਪਿੱਛੇ ਪੁਲ ਤੋਂ ਆਵਾਜ਼ ਆਈ, "ਮੈਂ ਜੇ ਖੂਨੀ, ਆਓ ਮੈਨੂੰ ਫੜੋ। ਜਿਸ ਦੀ ਹਿੰਮਤ ਪੈਂਦੀ ਹੈ, 2 ਜਾਨਾਂ ਬਦਲੇ ਮੈਂ 3 ਜਾਨਾਂ ਲੈ ਕੇ ਜਾ ਰਹੀ ਹਾਂ। ਮੈਂ ਕਿਸੇ ਬਦੋਸ਼ੀਆਂ ਦੀਆਂ ਆਹੀ ਨਹੀਂ ਲਈਆਂ। ਉਹਨਾਂ ਨੂੰ ਮਾਰਿਆ ਏ ਜਿਨ੍ਹਾਂ ਨੇ ਮੇਰੇ ਸਿਰ ਦਾ ਤਾਜ ਲਾਹ ਕੇ ਮੇਰੇ ਪੈਰਾਂ ਵਿੱਚ ਸੁੱਟਿਆ ਤੇ ਮੇਰੇ ਬੁੱਢੇ ਪਿਓ ਦਾ ਲਹੂ ਪੀਤਾ ਏ। ਯਾਦ ਰੱਖੋ ਜ਼ਾਲਮੋ, ਇੱਕ ਸਤੀ ਦੇ ਜਿਉਂਦਿਆਂ ਉਸ ਨੂੰ ਵਿਧਵਾ ਕਰਨ ਵਾਲੇ ਉਸਦੇ ਕ੍ਰੋਧ ਤੋਂ ਕਦੇ ਬਚ ਨਹੀਂ ਸਕਦੇ। ਸਾਰੇ ਪਿੰਡ ਤੋਂ ਤਾਂ ਵਾਹਿਗੁਰੂ ਹੀ ਬਦਲਾ ਲਵੇਗਾ। ਜਿਨ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਮੇਰੇ ਮਾਲਕ ਦੀ ਜਾਨ ਲਈ ਤੇ ਮੇਰੇ ਬੁੱਢੇ ਪਿਓ ਦੇ ਕਾਤਲਾਂ ਨੂੰ ਬਚਾਇਆ, ਪਰ ਹਾਲੇ ਅਸਲ ਕਾਤਲਾਂ ਨੂੰ ਤਾਂ ਆਪਣੀ ਕਰਨੀ ਦਾ ਫਲ ਮਿਲ ਗਿਆ ਹੈ। ਆਓ ਫੜੋ ਮੈਨੂੰ।" ਲੋਕਾਂ ਡਿੱਠਾ ਕਿ ਸਾਹਮਣੇ ਹੀ ਦਰਿਆ ਦੇ ਪੁਲ ਤੇ ਖੜੀ ਸੁੰਦਰੀ ਬਾਹਾਂ ਉਲਾਰ-ਉਲਾਰ ਕੇ ਸੰਗ ਪਾੜ ਕੇ ਉਪਰੋਕਤ ਗੱਲਾਂ ਕਹਿ ਰਹੀ ਸੀ। ਇਸ ਵੇਲੇ ਤੱਕ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਸੀ। ਅੱਗੇ-ਅੱਗੇ ਪੁਲਿਸ ਦੇ ਸਿਪਾਹੀ ਤੇ ਪਿੱਛੇ ਪਿੰਡ ਦੇ ਹੋਰ ਲੋਕੀ ਪੁਲ ਵੱਲ ਵਧੇ। ਉਹਨਾਂ ਨੂੰ ਬੜੀ ਹੈਰਾਨੀ ਹੋਈ ਜਦ ਉਹਨਾਂ ਡਿੱਠਾ ਕਿ ਸੁੰਦਰੀ ਉਸੇ ਤਰ੍ਹਾਂ ਅਡੋਲ ਖੜੀ ਸੀ, ਉੱਥੇ ਜਰਾ ਵੀ ਨਹੀਂ ਹਿੱਲੀ। ਸਾਰੀ ਭੀੜ ਪੁਲ ਤੇ ਜਾ ਪਹੁੰਚੀ, ਪਰ ਅਜੇ ਵੀ ਸੁੰਦਰੀ ਆਪਣੀ ਥਾਂ ਤੇ ਖੜੀ ਲੋਕਾਂ ਨੂੰ ਲਾਹਨਤਾਂ ਪਾ ਰਹੀ ਸੀ। ਜਿਉਂ ਹੀ ਪੁਲਿਸ ਦੇ ਸਿਪਾਹੀ ਉਸਨੂੰ ਫੜਨ ਲਈ ਉਸ ਵੱਲ ਵਧੇ ਤਾਂ ਉਸਨੇ ਕੜਾਮ ਕਰਕੇ ਦਰਿਆ 'ਚ ਛਾਲ ਮਾਰ ਦਿੱਤੀ। ਸਾਰੇ ਲੋਕੀ ਹੱਥ ਮਲਦੇ ਰਹਿ ਗਏ। ਪੁਲ ਦੇ ਉੱਤੇ ਹੀ ਲੋਕਾਂ ਡਿੱਠਾ ਉਸਦੇ ਡਿੱਗਣ ਨਾਲ ਅਡੋਲ ਵਹਿ ਰਹੇ ਦਰਿਆ ਵਿੱਚ ਇੱਕ ਜ਼ੋਰ ਦਾ ਉਛਾਲਾ ਉੱਠਿਆ। ਜਿਸ ਥਾਂ ਸੁੰਦਰੀ ਜਾ ਪਈ ਸੀ, ਉਸ ਥਾਂ ਦਾ ਪਾਣੀ ਚਟਿਆਈ ਵਿੱਚ ਹੋ ਕੇ ਉਤਾਂਹ ਭੜਕਿਆ ਤੇ ਫੇਰ ਉਸੇ ਤਰ੍ਹਾਂ ਚੁੱਪ-ਚਾਂ ਹੋ ਗਈ। ਲਾਲਟੇਨਾਂ ਹੇਠਾਂ ਲਮਕਾ ਕੇ ਤੇ ਅੱਖਾਂ ਪਾੜ-ਪਾੜ ਕੇ ਲੋਕ ਬਥੇਰਾ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਮੁੜ ਸੁੰਦਰੀ ਦਾ ਕੋਈ ਖੁਰਾ ਖੋਜ ਨਾ ਲੱਭਾ। ਉਹ ਸਦਾ ਲਈ ਉਹਨਾਂ ਦੀਆਂ ਅੱਖਾਂ ਤੋਂ ਅਲੋਪ ਹੋ ਗਈ। ਸੁੰਦਰੀ ਨੂੰ ਭਾਵੇਂ ਸਭ ਨੇ ਛਾਲ ਮਾਰਦਿਆਂ ਡਿੱਠਾ ਸੀ, ਪਰ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਮਰ ਗਈ ਜਾਂ ਕਿਸੇ ਕੰਡੇ ਲੱਗ ਕੇ ਬਚ ਗਈ। ਕੁਝ ਦਿਨਾਂ ਬਾਅਦ ਸੁੰਦਰੀ ਦਾ ਹੁਲੀਆ ਦੇਖ ਕੇ ਪੁਲਿਸ ਵੱਲੋਂ ਇਸ਼ਤਿਹਾਰ ਛਾਪੇ ਗਏ ਤੇ ਉਸਨੂੰ ਫੜਨ ਜਾਂ ਪਤਾ ਦੇਣ ਵਾਲੇ ਲਈ ਇਹ ਇਨਾਮ ਰੱਖਿਆ ਗਿਆ। ਪੁਲਿਸ ਤੇ ਪਿੰਡਾਂ ਦੇ ਲੋਕੀ ਬੜੀ ਸਰਗਰਮੀ ਨਾਲ ਉਸਦੀ ਖੋਜ ਕਰਨ ਲੱਗੇ। ਧੰਨਵਾਦ। ਅਧੂਰੇ ਕਾਂਡ ਦਾ ਬਾਕੀ ਹਿੱਸਾ। ਉਪਰੋਕਤ ਘਟਨਾ ਤੋਂ 2 ਸਾਲ ਬਾਅਦ। ਕਿਤਾਬ ਦੇ ਮੁੱਢ ਵਿੱਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ਼ਵਰ ਨਾਉਂ ਦਾ ਇੱਕ ਮੁਸਾਫਿਰ ਬਾਬੂ ਸ਼ਾਮ ਦਾਸ ਦੇ ਕਮਰੇ ਵਿੱਚ ਬੈਠਾ ਉਸ ਨੂੰ ਇੱਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ। ਬਾਬੂ ਸ਼ਾਮ ਦਾਸ ਇੱਕੋ ਬੈਠਕ ਵਿੱਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫਿਰ ਸੁਣਾਉਂਦਾ ਗਿਆ ਤੇ ਸ਼ਾਮ ਦਾਸ ਸੁਣਦਾ ਗਿਆ। ਇਸੇ ਸੁਣੋ ਸੁਣਾਈ ਵਿੱਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫਿਰ ਨੇ ਲਗਭਗ ਸਾਰਾ ਨਾਵਲ ਖਤਮ ਕਰ ਲਿਆ, ਸ਼ਾਇਦ ਇੱਕ ਅੱਧ ਕਾਂਡ ਹੀ ਬਾਕੀ ਸੀ ਤਾਂ ਸਵੇਰ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਕਮਰੇ ਵਿੱਚ ਦਾਖਲ ਹੋ ਚੁੱਕੀਆਂ ਸਨ। ਮੁਸਾਫਿਰ ਛੇਕੜਲੇ ਕਾਂਡ ਦੇ ਵਰਕੇ ਇਕਸਾਰ ਕਰਨ ਲੱਗਾ ਤੇ ਇਹਨਾਂ ਦੇ ਠੀਕ ਕਰਨ ਵਿੱਚ ਉਸਨੂੰ ਕਈ ਮਿੰਟ ਲੱਗ ਗਏ, ਕਿਉਂਕਿ ਇਹ ਕਾਂਡ ਵਿਕੋਲਿਤਰੇ ਜਿਹੇ ਕਾਗਜ਼ਾਂ ਉੱਤੇ ਲਿਖਿਆ ਹੋਇਆ ਸੀ। ਕੁਝ ਸਕੂਲੀ ਕਾਪੀਆਂ ਦੇ ਇੱਕ ਪਾਸੇ ਵਰਕੇ ਤੇ ਕੁਝ ਅਖਬਾਰੀ ਸਫ਼ਿਆਂ ਦੇ ਹਾਸ਼ੀਏ ਆਦਿ। ਸਫ਼ੇ ਤਰਤੀਬਵਾਰ ਕਰਨ ਤੋਂ ਬਾਅਦ ਜਦ ਮੁਸਾਫਿਰ ਇਹਨਾਂ ਨੂੰ ਪੜ੍ਹਨ ਲੱਗਾ ਤਾਂ ਉਸ ਦੀ ਨਜ਼ਰ ਸ਼ਾਮ ਦਾਸ ਦੇ ਚਿਹਰੇ ਤੇ ਪਈ। ਸ਼ਾਮ ਦਾਸ ਦੀਆਂ ਅੱਖਾਂ ਸਾਵਣ ਦੀਆਂ ਝੜੀਆਂ ਲਾ ਰਹੀਆਂ ਸਨ। ਉਸਦਾ ਰੰਗ ਮੁਰਦੇ ਵਰਗਾ ਪੀਲਾ ਪੈ ਗਿਆ ਸੀ ਤੇ ਉਸਦੇ ਬੁੱਲ੍ਹ ਕੰਬ ਰਹੇ ਸਨ। "ਹੈਂ?" ਮੁਸਾਫਿਰ ਨੇ ਹਥਲੇ ਵਰਕੇ ਤਰਪਾਈ ਤੇ ਰੱਖਦਿਆਂ ਕਿਹਾ, "ਤੁਸੀਂ ਰੋ ਰਹੇ ਹੋ ਸ਼੍ਰੀਮਾਨ ਜੀ?"
ਇਹ ਕੋਈ ਏਡੀ ਜ਼ਬਰਦਸਤ ਟ੍ਰੈਜਡੀ ਤੇ ਨਹੀਂ ਸੀ। ਸ਼ਾਮਦਾਸ ਦੇ ਕੰਨਾਂ ਵਿੱਚ ਜਿਵੇਂ ਇਹ ਗੱਲ ਪਈ ਹੀ ਨਹੀਂ, ਉਸਦੇ ਅੱਥਰੂਆਂ ਦਾ ਹੜ ਜਰਾ ਵੀ ਨਹੀਂ ਰੁਕਿਆ। ਚੰਗਾ, ਇਹ ਅਖੀਰਲਾ ਕਾਂਡ ਹਾਲੇ ਰਹਿਣ ਦੇਣਾ ਵਾਂ, ਨਾਲੇ ਇਹ ਹੈ ਵੀ ਅਜੇ ਅਧੂਰਾ। ਕਹਿੰਦਿਆਂ ਹੋਇਆਂ ਮੁਸਾਫਰ ਆਪਣੇ ਥੱਬੇ ਨੂੰ ਤਰਪਾਈ ਤੋਂ ਸਮੇਟਣ ਲੱਗਾ। ਨਹੀਂ ਨਹੀਂ, ਅੱਖਾਂ ਪੂੰਝ ਕੇ ਆਪਣੇ ਆਪ ਨੂੰ ਠੀਕ ਹਾਲਤ ਵਿੱਚ ਲਿਆਉਂਦਾ ਹੋਇਆ ਸ਼ਾਮਦਾਸ ਬੋਲਿਆ, ਸੁਣਾਓ, ਹੁਣ ਮੈਂ ਬਿਲਕੁਲ ਠੀਕ ਹਾਂ। ਤੇ ਉਸਨੇ ਮੁਸਾਫਰ ਦਾ ਹੱਥ, ਜਿਹੜਾ ਕਾਗਜ਼ ਪੱਤਰ ਸਮੇਟ ਰਿਹਾ ਸੀ, ਫੜ ਕੇ ਕਿਹਾ, ਓਹ ਕਿਤਨੀ ਦਰਦਨਾਕ ਕਹਾਣੀ ਹੈ ਇਹ। ਮੁਸਾਫਰ ਨੇ ਫਿਰ ਉਹੀ ਇਹ ਗੁੱਦੜ ਜਿਹਾ ਛੇਕੜਲਾ ਕਾਂਡ ਚੁੱਕਿਆ ਤੇ ਪੜ੍ਹਨਾ ਸ਼ੁਰੂ ਕੀਤਾ। ਅੰਤਮ ਅੰਗ 35ਵਾਂ। ਗੁਪਤੇਸ਼ਵਰ ਦੇ ਸਿਰਫ ਨਾਮ ਤੋਂ ਹੀ ਲੋਕੀ ਵਾਕਫ ਸਨ। ਉਸਦੀ ਸ਼ਕਲ ਤੋਂ ਕੋਈ ਜਾਣੂ ਨਹੀਂ ਸੀ। ਥੋੜੇ ਸਮੇਂ ਵਿੱਚ ਹੀ, ਸਿਰਫ 2 ਵਰ੍ਹਿਆਂ ਵਿੱਚ ਉਹ ਬਹੁਤ ਮਸ਼ਹੂਰ ਹੋ ਗਿਆ ਸੀ। ਪ੍ਰਸ਼ਾਸਕਾਂ ਤੇ ਐਡੀਟਰਾਂ ਨੂੰ ਖਾਸ ਤੌਰ ਤੇ ਉਸਨੂੰ ਵੇਖਣ ਦੀ ਚਾਹ ਸੀ, ਪਰ ਉਹ ਕਈ ਯਤਨ ਕਰਨ ਤੇ ਵੀ ਉਸਦਾ ਪਤਾ ਨਹੀਂ ਸਨ ਪਾ ਸਕੇ। ਗੁਪਤੇਸ਼ਵਰ ਵੱਲੋਂ ਛਪਣ ਵਾਲਾ ਹਰ ਇੱਕ ਮਜ਼ਮੂਨ ਉਹਨਾਂ ਲੋਕਾਂ ਨੂੰ ਡਾਕ ਰਾਹੀਂ ਹੀ ਮਿਲਦਾ ਸੀ ਤੇ ਨਾਲ ਹੀ ਇਹ ਵੀ ਲਿਖਿਆ ਹੁੰਦਾ ਸੀ ਕਿ ਉਸ ਦੀ ਉਜਰਤ ਜੋ ਕੁਝ ਉਹਨਾਂ ਦਾ ਜੀ ਕਰੇ ਫਲਾਣੇ ਪਤੇ ਤੇ ਭੇਜ ਦੇਣ। ਜੋ ਜਿੰਨਾ ਕਿਸੇ ਤੋਂ ਸਰਦਾ ਸੀ, ਮੁਸੰਮਾਤ ਸਦਾ ਕੌਰ, ਬੇਵਾ ਸਰਦਾਰ ਜੀਵਾ ਸਿੰਘ, ਮੌਜਿਆ ਦੀਵਾਨਪੁਰ, ਜ਼ਿਲ੍ਹਾ ਅੰਮ੍ਰਿਤਸਰ ਦੇ ਪਤੇ ਤੇ ਭੇਜ ਦਿੰਦੇ ਸਨ। ਕਈ ਵੇਰਾਂ ਲੋਕਾਂ ਨੇ ਉਸ ਪਤੇ ਠਿਕਾਣੇ ਪੁਰ ਚਿੱਠੀਆਂ ਪਾ ਪਾ ਕੇ ਗੁਪਤੇਸ਼ਵਰ ਦੀ ਖੋਜ ਕੀਤੀ, ਪਰ ਉੱਥੇ ਸਾਰੇ ਪਿੰਡ ਵਿੱਚ ਗੁਪਤੇਸ਼ਵਰ ਨਾਂ ਦੇ ਕਿਸੇ ਆਦਮੀ ਨੂੰ ਕੋਈ ਨਹੀਂ ਸੀ ਜਾਣਦਾ। ਜਿਸ ਤੀਵੀਂ ਪਾਸ ਰੁਪਏ ਜਾਂਦੇ ਹੁੰਦੇ ਸਨ, ਉਹ ਪਾਸੋਂ ਵੀ ਅਜਿਹਾ ਤਸੱਲੀ ਬਖਸ਼ ਉੱਤਰ ਉਹਨਾਂ ਨੂੰ ਨਹੀਂ ਸੀ ਮਿਲਦਾ ਜਿਸ ਤੋਂ ਗੁਪਤੇਸ਼ਵਰ ਲੱਭ ਸਕੇ। ਗੁਪਤੇਸ਼ਵਰ ਅੰਮ੍ਰਿਤਸਰ ਵਿੱਚ ਭਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਕਰਕੇ ਇੱਕ 8 ਆਨੇ ਮਹੀਨਾ ਕਿਰਾਏ ਦੀ ਨਿੱਕੀ ਜਿਹੀ ਕੋਠੜੀ ਵਿੱਚ ਰਹਿੰਦਾ ਸੀ। ਕਿਸੇ ਨਾਲ ਬੋਲਦਾ ਚਾਲਦਾ ਉਸਨੂੰ ਕਦੇ ਨਹੀਂ ਸੀ ਡਿੱਠਾ। ਦਿਨ ਨੂੰ ਹਰ ਵੇਲੇ ਕੋਠੜੀ ਦਾ ਅੰਦਰੋਂ ਕੁੰਡਾ ਮਾਰ ਕੇ ਉਹ ਲਿਖਦਾ ਰਹਿੰਦਾ ਤੇ ਰਾਤ ਨੂੰ ਸਾਰੀ ਰਾਤ ਸ਼ਹਿਰੋਂ ਬਾਹਰ ਬਾਗਾਂ ਦੇ ਉਜਾੜ ਵਿੱਚ ਫਿਰਦਾ ਸੀ। ਕਈ ਵਾਰੀ ਬਾਗਾਂ ਦੇ ਮਾਲੀਆਂ ਨੇ ਉਸਨੂੰ ਕੁਝ ਗਾਉਂਦਿਆਂ ਤੇ ਕਈ ਵਾਰ ਰੋਂਦਿਆਂ ਵੀ ਡਿੱਠਾ ਸੀ। ਕਈ ਉਸਨੂੰ ਮਸਤ ਦੇ ਨਾਮ ਨਾਲ ਸੱਦਦੇ ਸਨ। ਕਦੀ ਉਹ ਅਜਿਹੀਆਂ ਥਾਵਾਂ ਤੇ ਫਿਰਦਾ ਹੁੰਦਾ ਸੀ ਜਿੱਥੇ ਆਦਮੀਆਂ ਦੀ ਵਧੇਰੇ ਭੀੜ ਭਾੜ ਹੋਵੇ। ਕਈ ਵਾਰੀ ਉਹ ਰਾਹ ਜਾਂਦਿਆਂ ਨੂੰ ਬੁਲਾ ਕੇ ਉਹਨਾਂ ਤੇ ਤਰ੍ਹਾਂ ਦੇ ਬੇਸਿਰ ਪੈਰ ਸਵਾਲ ਕਰਨ ਲੱਗ ਪੈਂਦਾ ਸੀ। ਬਹੁਤੇ ਤਾਂ ਉਸਦੀ ਬਕਬਕ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਰਾਹ ਪੈ ਜਾਂਦੇ ਸਨ ਤੇ ਕੋਈ ਉਸ ਪਾਸ ਖੜੋ ਵੀ ਜਾਂਦਾ ਸੀ। ਉਸਦੀ ਕੋਠੜੀ ਵਿੱਚ ਮਨੁੱਖ ਦੀ ਨਿਰਬਾਹ ਲਈ ਕੁਝ ਵੀ ਸਮਾਨ ਨਹੀਂ ਸੀ। ਇੱਕ ਨੁੱਕਰੇ ਸੌਣ ਲਈ ਪਰਾਲੀ ਉੱਤੇ ਤੱਪੜ ਵਿਛਿਆ ਹੋਇਆ ਸੀ ਤੇ ਦੂਜੀ ਨੁੱਕਰੇ 3 ਇੱਟਾਂ ਜੋੜ ਕੇ ਇੱਕ ਚੁੱਲ੍ਹਾ ਬਣਾਇਆ ਹੋਇਆ ਸੀ, ਜਿਸ ਦੇ ਪਾਸ ਹੀ ਇੱਕ ਛੋਟਾ ਜਿਹਾ ਤਵਾ, ਇੱਕ ਕਸੋਰੀ, ਇੱਕ ਮਿੱਟੀ ਦੀ ਪਰਾਤ ਤੇ ਕੁਝ ਵਣ ਛਿੱਟੀਆਂ ਦਾ ਬਾਲਣ ਸੀ। ਜਿੱਥੇ ਉਸਦੇ ਸੌਣ ਦੀ ਥਾਂ ਸੀ, ਉੱਥੇ ਇੱਕ ਇੱਟ ਖੜੀ ਕਰਕੇ ਉਸ ਉੱਤੇ ਮਿੱਟੀ ਦਾ ਦੀਵਾ ਰੱਖਿਆ ਹੋਇਆ ਹੁੰਦਾ ਸੀ। ਇਸ ਥਾਂ ਬੈਠ ਕੇ ਗੋਡਿਆਂ ਉੱਤੇ ਇੱਕ ਖੋਖੇ ਦੀ ਫੱਟੀ ਰੱਖ ਕੇ ਉਹ ਲਿਖਦਾ ਹੁੰਦਾ ਸੀ। ਉਸਦੀ ਕੋਠੜੀ ਦੇ ਆਸ-ਪਾਸ ਟਾਂਗੇ ਮੁਰੰਮਤ ਕਰਨ ਵਾਲੇ ਕਈ ਮੁਸਲਮਾਨ ਲੁਹਾਰ, 1-2 ਗੱਡੇ ਬਣਾਉਣ ਵਾਲੇ ਤਰਖਾਣ ਤੇ 2 ਹਲਵਾਈਆਂ ਦੀਆਂ ਹੱਟੀਆਂ ਸਨ। ਅੱਜ ਸਵੇਰ ਤੋਂ ਹੀ ਉਹ ਆਪਣੀ ਕੋਠੜੀ ਵਿੱਚ ਬੈਠ ਕੇ ਲਿਖ ਰਿਹਾ ਸੀ। ਉਸਨੇ ਗੋਡਿਆਂ ਤੇ ਇੱਕ ਪਾਟਾ ਪੁਰਾਣਾ ਕੰਬਲ ਲਪੇਟਿਆ ਹੋਇਆ ਸੀ। ਮਾਲੂਮ ਹੁੰਦਾ ਸੀ ਉਹ ਸਾਰੀ ਰਾਤ ਰਜਾਈ ਦਾ ਕੰਮ ਵੀ ਇਸੇ ਪਾਸੋਂ ਲੈਂਦਾ ਹੈ। ਉਸਦੇ ਸੱਜੇ ਪਾਸੇ ਬਹੁਤ ਸਾਰੇ ਰੱਦੀ ਕਾਗਜ਼ ਪਏ ਸਨ, ਜਿਨ੍ਹਾਂ ਤੇ ਇੱਕ ਪਾਸੇ ਸਕੂਲ ਦੀ ਲਿਖਾਈ ਮਾਲੂਮ ਹੁੰਦੀ ਸੀ ਤੇ ਦੂਜਾ ਪਾਸਾ ਵੀ ਉਸਦੀ ਫੈਲੀ ਹੋਈ ਸਿਆਹੀ ਨਾਲ ਨੀਲਾ ਹੋਇਆ ਸੀ। ਸ਼ਾਮ ਹੋ ਚੁੱਕੀ ਸੀ। ਸਾਰਾ ਦਿਨ ਲਿਖਦੇ ਰਹਿਣ ਤੋਂ ਬਾਅਦ ਕਲਮ ਹੱਥੋਂ ਰੱਖ ਕੇ ਲਿਖੇ ਹੋਏ ਵਰਕੇ ਚੁੱਕ ਕੇ ਉੱਠ ਖੜੋਤਾ। ਬੂਹੇ ਵਿੱਚ ਆ ਕੇ ਉਸਨੇ 1-2 ਆਕੜਾਂ ਲਈਆਂ, ਲੱਕ ਸਿੱਧਾ ਕੀਤਾ ਤੇ ਹੱਥ ਦੀਆਂ ਉਂਗਲਾਂ ਮਰੋੜ ਕੇ ਕੜਵਲ ਕੱਢਣ ਲੱਗਾ। ਵਰਕਿਆਂ ਨੂੰ ਗਿਣਨ ਤੋਂ ਬਾਅਦ ਉਸਨੇ ਅੱਜ ਲਿਖਿਆ ਹੋਇਆ ਸਾਰਾ ਮਜ਼ਮੂਨ ਇੱਕ ਸਰਸਰੀ ਨਜ਼ਰ ਨਾਲ ਪੜ੍ਹਿਆ ਤੇ ਇੱਕ ਵਾਰਗੀ ਹੀ ਉਸਦੇ ਮੂੰਹੋਂ ਨਿਕਲਿਆ, ਇਹੋ ਕਾਂਡ, ਬਸ ਇਹੋ ਅਖੀਰਲਾ ਕਾਂਡ, ਤੇ ਇਸ ਦਾ ਵੀ ਥੋੜ੍ਹਾ ਜਿਹਾ ਹਿੱਸਾ ਜਿਸਨੂੰ ਅੱਜ ਹੀ ਮੁਕਾ ਲਵਾਂਗਾ। ਇਸ ਤੋਂ ਬਾਅਦ ਮੈਂ ਹਮੇਸ਼ਾ ਲਈ ਇਸ ਦੁੱਖਾਂ ਭਰੀ ਲੁਕਵੀਂ ਜ਼ਿੰਦਗੀ ਤੋਂ ਖਲਾਸੀ ਪਾ ਲਵਾਂਗਾ। ਪਰ ਮੇਰਾ ਦੂਸਰਾ ਕੰਮ 1000 ਯਤਨ ਕਰਨ ਤੇ ਵੀ ਪੂਰਾ ਨਾ ਹੋ ਸਕਿਆ। ਖੈਰ, ਨਹੀਂ ਹੋਇਆ ਤਾਂ ਮੇਰੇ ਕੀ ਵੱਸ, ਤੇ ਉਹ ਹੋਣਾ ਵੀ ਨਾਮੁਮਕਿਨ ਹੈ, ਜਦ ਕਿ ਮੈਂ ਐਵੇਂ ਹਨੇਰੇ ਵਿੱਚ ਹੀ ਤਲਵਾਰਾਂ ਚਲਾਈਆਂ ਹਨ। ਅੱਛਾ, ਕਿਸਮਤ ਵਿੱਚ ਇਹ ਸੁਰਖਰੂਈ ਨਹੀਂ ਸੀ ਤਾਂ ਮੇਰਾ ਕੀ ਦੋਸ਼। ਬਸ ਹੁਣ ਇਸ ਅਣਹੋਣੇ ਕੰਮ ਲਈ
ਮੈਂ ਹੋਰ ਵਕਤ ਨਹੀਂ ਗਵਾ ਸਕਦਾ, ਬਥੇਰਾ ਖੱਜਲ ਹੋ ਗਿਆ ਹਾਂ। ਇਸ ਤੋਂ ਬਾਅਦ ਝੱਟ ਹੀ ਕੁਝ ਸੋਚ ਕੇ ਉਹ ਕਿਸੇ ਡੂੰਘੀ ਚਿੰਤਾ ਵਿੱਚ ਲੀਨ ਹੋ ਗਿਆ। ਜਿਸ ਤਰ੍ਹਾਂ ਗੱਡੀ ਤੁਰ ਪੈਣ ਤੋਂ ਬਾਅਦ ਰੇਲ ਚੜ੍ਹੇ ਮੁਸਾਫਰਾਂ ਨੂੰ ਚੇਤਾ ਆਵੇ ਕਿ ਉਸਦਾ ਰੁਪਈਆ ਵਾਲਾ ਬਟੂਆ ਉਸਦੀ ਜੇਬ ਵਿੱਚ ਨਹੀਂ ਹੈ। ਕਾਗਜ਼ਾਂ ਦੀ ਅਣਹੋਂਦ ਨੇ ਉਸਦਾ ਉਹੀ ਹਾਲ ਕਰ ਦਿੱਤਾ। ਉਸਨੇ ਹੱਥਾਂ ਵਾਲੇ ਕਾਗਜ਼ ਪੂਣੀ ਕਰਕੇ ਕੋਠੜੀ ਦੀ ਉਸੇ ਨੁੱਕਰੇ ਜਿੱਥੇ ਅੱਗੇ ਬਹੁਤ ਸਾਰੇ ਲਿਖੇ ਹੋਏ ਕਾਗਜ਼ ਜਮ੍ਹਾਂ ਸਨ ਰੱਖ ਦਿੱਤੇ ਤੇ ਆਪ ਸਿਰ ਹੇਠਾਂ ਬਾਂਹ ਦੇ ਕੇ ਕੰਬਲ ਨੂੰ ਉੱਪਰ ਉੜ ਕੇ ਲੰਮਾ ਪੈ ਗਿਆ। ਸ਼ਹਿਰ ਵਿੱਚ ਪੈਸਾ ਹੀ ਸਭ ਕੁਝ ਹੁੰਦਾ ਹੈ। ਪੈਸੇ ਤੋਂ ਬਿਨਾਂ ਇੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ ਤੇ ਉਸ ਪਾਸ ਪੈਸਾ ਨਹੀਂ ਸੀ। ਉਹ ਵੱਡੇ ਵੇਲੇ ਉੱਠਦਾ ਹੀ ਘਰੋਂ ਇਸ ਤਰ੍ਹਾਂ ਨਿਕਲ ਤੁਰਿਆ ਜਿਕਣ ਖੰਭ ਖੁੱਥਾ ਪੰਛੀ ਚੋਗੇ ਦੀ ਭਾਲ ਵਿੱਚ। ਇਸ ਤੋਂ ਛੁੱਟ ਦੂਜੀ ਮੁਸੀਬਤ ਇਹ ਕਿ ਪਾਲੇ ਦੀ ਰੁੱਤ ਤੇ ਸਵੇਰ ਦਾ ਪਹਿਰ। ਗਰੀਬ ਨੂੰ ਇਸ ਕਹਿਰ ਦੀ ਸਰਦੀ ਤੋਂ ਬਚਾਉਣ ਵਾਲਾ ਇੱਕ ਪਾਟਾ ਲੰਮਾ ਬੇਮੇਚਾ ਕੋਟ ਸੀ ਜਿਸ ਦੇ ਬਟਨ ਟੁੱਟੇ ਹੋਏ ਤੇ ਕਾਜ ਪਾਟੇ ਹੋਏ ਸਨ। ਠੰਡ ਤੋਂ ਬਚਣ ਲਈ ਦੋ ਪਾਸੀ ਛੇਕ ਕਰਕੇ ਵਿੱਚ ਸੂਤੜੀ ਦੇ ਸੇਬੇ ਪਾ ਕੇ ਗੰਢਾਂ ਦਿੱਤੀਆਂ ਹੋਈਆਂ ਸਨ। ਉਸ ਦੇ ਤੇੜ ਇੱਕ ਗੋਡਿਆਂ ਤੱਕ ਦਾ ਕੱਛਾ ਸੀ। ਪਿੰਨੀਆਂ ਉਸਦੀਆਂ ਨੰਗੀਆਂ ਸਨ ਜੋ ਮਿੱਟੀ ਘੱਟੇ ਤੇ ਮੈਲ ਨਾਲ ਇਸ ਤਰ੍ਹਾਂ ਕਾਲੀਆਂ ਹੋਈਆਂ ਸਨ ਜਿਕਣ ਰੇਲਵੇ ਸ਼ੈੱਡ ਵਿੱਚ ਕੋਲੇ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਹੁੰਦੀਆਂ ਹਨ। ਇਹੋ ਹਾਲ ਉਸਦੇ ਮੂੰਹ ਤੇ ਹੱਥਾਂ ਦਾ ਸੀ। ਪਰ ਉਸਦੇ ਗੋਰੇ ਰੰਗ ਉੱਤੇ ਇਹ ਮੈਲ ਇੰਨੀ ਬੁਰੀ ਨਹੀਂ ਸੀ ਲੱਗਦੀ। ਪੈਰੋਂ ਉਹ ਨੰਗਾ ਸੀ ਜਿਨ੍ਹਾਂ ਵਿੱਚ ਬਿਆਈਆਂ ਫੁੱਟੀਆਂ ਹੋਈਆਂ ਸਨ। ਉਹ ਸਰਦੀ ਨਾਲ ਠੁਰੂ ਕਰਦਾ ਕਾਗਜ਼ਾਂ ਦਾ ਪ੍ਰਬੰਧ ਕਰਨ ਲਈ ਕਈ ਥਾਈਂ ਫਿਰਿਆ ਪਰ ਸਭ ਵਿਅਰਥ। ਉਸਨੂੰ ਆਪਣੇ ਆਪ ਉੱਤੇ ਆਪਣੀ ਕਿਸਮਤ ਉੱਤੇ ਸਖਤ ਗੁੱਸਾ ਆ ਰਿਹਾ ਸੀ। ਜਦ ਉਹ ਨਿਰਾਸ਼ ਹੋ ਕੇ ਘਰ ਵੱਲ ਮੁੜਿਆ ਤਾਂ ਆਪਣੇ ਅੰਦਰ ਦੀ ਅੱਗ ਨਾਲ ਉਹ ਆਪ ਹੀ ਸੜਦਾ ਜਾਂਦਾ ਸੀ। ਕੋਠੜੀ ਦੇ ਪਾਸ ਆ ਕੇ ਇੱਕ ਵਾਰੀ ਉਸਦਾ ਜੀਅ ਕੀਤਾ ਕਿ ਉਹ ਅਧੂਰੀ ਕਿਤਾਬ ਨੂੰ ਚੁੱਲ੍ਹੇ ਦੇ ਹਵਾਲੇ ਕਰਕੇ ਨਾਲ ਹੀ ਆਪਣੇ ਦੁਖਮਈ ਜੀਵਨ ਦਾ ਵੀ ਅੰਤ ਕਰ ਲਵੇ। ਉਹ ਇਸ ਕੰਮ ਲਈ ਤਿਆਰ ਵੀ ਹੋ ਪਿਆ। ਇੱਥੋਂ ਤੱਕ ਕਿ ਸਾਰੇ ਕਾਗਜ਼ ਇਕੱਠੇ ਕਰਕੇ ਉਸਨੇ ਚੁੱਲ੍ਹੇ ਵਿੱਚ ਰੱਖ ਦਿੱਤੇ। ਪਰ ਜਦ ਉਸਨੇ ਤੱਪੜ ਹੇਠੋਂ ਤੀਲੀਆਂ ਵਾਲੀ ਡੱਬੀ ਚੁੱਕੀ ਤਾਂ ਉਹ ਖਾਲੀ ਸੀ। ਇਸ ਨਾਲ ਉਸਨੂੰ ਹੋਰ ਵੀ ਗੁੱਸਾ ਆਇਆ। ਹੁਣ ਉਹ ਅੱਗ ਜਾਂ ਤੀਲੀਆਂ ਦੀ ਭਾਲ ਵਿੱਚ ਫੇਰ ਘਰੋਂ ਨਿਕਲਿਆ। ਉਸਦੇ ਨਾਲ ਹੀ ਉਸਦੇ ਖਿਆਲਾਂ ਨੇ ਪਲਟਾ ਖਾਣਾ ਸ਼ੁਰੂ ਕੀਤਾ। ਉਹ ਕਿੰਨਾ ਹੀ ਚਿਰ ਕੰਧ ਦਾ ਢਾਸਣਾ ਲਾਈ ਬਾਹਰ ਬੂਹੇ ਅੱਗੇ ਖੜੋਤਾ ਰਿਹਾ। ਫਿਰ ਅੰਦਰ ਵੜਿਆ ਤੇ ਉਵੇਂ ਹੀ ਸਾਰੇ ਕਾਗਜ਼ ਚੁੱਲ੍ਹੇ ਵਿੱਚੋਂ ਇਕੱਠੇ ਕਰਕੇ ਮੁੜ ਉੱਥੇ ਜਾ ਰੱਖੇ ਜਿੱਥੇ ਉਸਨੇ ਚੁੱਕੇ ਸਨ ਤੇ ਆਪ ਇੱਕ ਵਾਰਾਂ ਫਿਰ ਕਿਸਮਤ ਅਜਮਾਈ ਲਈ ਘਰੋਂ ਬਾਹਰ ਨਿਕਲਿਆ। ਜਾਂਦਿਆਂ ਉਸਨੂੰ ਇੱਕ ਜੁਆਰੀਏ ਦੇ ਸ਼ਾਹ ਦਾ ਚੇਤਾ ਆਇਆ। ਉਸ ਪਾਸ ਜਾ ਕੇ ਉਸਨੇ 1 ਰੁਪਇਆ ਉਧਾਰਾ ਮੰਗਿਆ। ਉਸਨੂੰ ਰੁਪਇਆ ਮਿਲ ਗਿਆ ਪਰ 2 ਰੁਪਏ ਦੇਣ ਦਾ ਇਕਰਾਰ ਕਰਕੇ। ਉਹ ਸਿੱਧਾ ਘਰ ਆਇਆ, ਸਾਰੇ ਕਾਗਜ਼ ਇਕੱਠੇ ਕਰਕੇ ਉਹਨਾਂ ਦਾ ਇੱਕ ਥੱਬਾ ਬੰਨ੍ਹ ਕੇ ਕੱਛੇ ਮਾਰਿਆ ਤੇ ਰੇਲ ਸਟੇਸ਼ਨ ਤੇ ਜਾ ਪਹੁੰਚਿਆ। ਉਸ ਤੋਂ ਬਾਅਦ ਘੰਟਿਆਂ ਬਾਅਦ ਉਹ ਲਾਹੌਰ ਦੇ ਬਾਜ਼ਾਰਾਂ ਵਿੱਚ ਫਿਰ ਰਿਹਾ ਸੀ। ਨਿਰਾਸ਼ਤਾ ਦਾ ਜਾਲ ਉਸਦੇ ਚੌਹੀਂ ਪਾਸੇ ਤਣਿਆ ਹੋਇਆ ਸੀ। ਉਸਦਾ ਖਰੜਾ ਕਿਸੇ ਵੀ ਨਾ ਕਬੂਲਿਆ। ਇੱਕ ਤਾਂ ਰੱਦੀ ਕਾਗਜ਼ਾਂ ਦੀ ਪੰਡ ਵੇਖ ਕੇ ਤੇ ਦੂਜਾ ਉਸਦਾ ਆਪਣਾ ਡਰਾਉਣਾ ਹੁਲੀਆ ਵੇਖ ਕੇ। ਇੱਕ ਦੋ ਪ੍ਰਸ਼ਾਸਕਾਂ ਨੇ ਜੋ ਕੁਝ ਉਸ ਕਿਤਾਬ ਦਾ ਮੁੱਲ ਪਾਇਆ ਉਹ ਸਗੋਂ ਉਸ ਲਈ ਦਿਲ ਚੀਰਵਾਂ ਸੀ। 10-15 ਰੁਪਏ। ਕਾਸ਼ ਜੇ ਲੋਕਾਂ ਨੂੰ ਦੱਸ ਦਿੰਦਾ ਕਿ ਉਹ ਗੁਪਤੇਸ਼ਵਰ ਹੈ ਤਾਂ ਲੋਕੀ ਉਸਦੇ ਪੈਰਾਂ ਦੀ ਮਿੱਟੀ ਮੱਥੇ ਲਾਉਂਦੇ। ਪਰ ਉਹ ਅਜਿਹਾ ਨਹੀਂ ਸੀ ਕਰ ਸਕਦਾ। ਭਗੌੜੇ ਖੂਨੀ ਵਾਂਗ ਉਹ ਹਰ ਹੀਲੇ ਆਪਣੇ ਆਪ ਨੂੰ ਲੁਕਾਈ ਰੱਖਣਾ ਚਾਹੁੰਦਾ ਸੀ। ਵਾਪਸ ਮੁੜਨ ਲੱਗਿਆ ਉਸ ਪਾਸ ਇੱਕੋ ਚੁਆਨੀ ਬਾਕੀ ਸੀ ਤੇ ਉਹ ਵੀ ਖੋਟੀ। ਉਹ ਬਿਨਾਂ ਟਿਕਟ ਲਿਆਂ ਹੀ ਗੱਡੀ ਚੜ੍ਹ ਗਿਆ। ਉਸ ਗੱਡੀ ਦੇ ਫੱਟੇ ਉੱਤੇ ਅਖਬਾਰ ਦੇ ਕੁਝ ਵਰਕੇ ਪਏ ਸਨ। ਪਾਸ ਬੈਠੇ ਇੱਕ ਬਾਬੂ ਪਾਸੋਂ ਪੈਨਸਲ ਮੰਗੀ ਤੇ ਉਸੇ ਅਖਬਾਰ ਦੇ ਹਾਸ਼ੀਏ ਉੱਤੇ ਉਹ ਆਪਣੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਲਿਖਣ ਲੱਗ ਪਿਆ। ਪਰ ਉਹ ਅਜੇ ਵੀ ਅਧੂਰਾ ਸੀ। ਸ਼ਾਮਦਾਸ ਦੀਆਂ ਅੱਖਾਂ ਵਿੱਚੋਂ ਅਜੇ ਤੱਕ ਅੱਥਰੂ ਜਾਰੀ ਸਨ। ਉਸਨੇ ਅਧੀਨਗੀ ਨਾਲ ਵੇਖਿਆ ਗੁਪਤੇਸ਼ਵਰ ਇਸ ਵੇਲੇ ਜਿਨ੍ਹਾਂ ਕਾਗਜ਼ਾਂ ਨੂੰ ਪੜ੍ਹ ਰਿਹਾ ਸੀ ਉਹ ਸੱਚਮੁੱਚ ਕਿਸੇ ਅਖਬਾਰ ਦੇ ਰੱਦੀ ਕਾਗਜ਼ ਸਨ ਤੇ ਉਹਨਾਂ ਦੇ ਹਾਸ਼ੀਏ ਪੈਨਸਲਾਂ ਦੀ ਲਿਖਤ ਨਾਲ ਭਰੇ ਪਏ ਸਨ। ਕਿਤੇ ਵੀ ਕੋਈ ਥਾਂ ਕੋਰਾ ਨਹੀਂ ਸੀ। ਇਸ ਵੇਲੇ ਮੁਸਾਫਰ ਦੇ ਹੱਥ ਵਿੱਚ ਸਭ ਤੋਂ ਛੇਕੜਲਾ ਵਰਕਾ ਸੀ ਉਹੀ ਅਖਬਾਰੀ ਕਾਗਜ਼। ਉਸਦੇ ਹਾਸ਼ੀਏ ਤੇ ਉਪਰੋਕਤ ਸਤਰਾਂ ਪੜ੍ਹਨ ਤੋਂ ਬਾਅਦ ਮੁਸਾਫਰ ਰੁਕ ਗਿਆ ਤੇ ਕਾਗਜ਼ ਉਸਨੇ ਤਰਪਾਈ ਤੇ ਰੱਖ ਦਿੱਤਾ ਕਿਉਂਕਿ ਉਸਦਾ ਕਾਂਡ ਅਧੂਰਾ ਸੀ। ਕਿਤਾਬ ਖਤਮ ਕਰਨ ਤੋਂ ਬਾਅਦ ਗੁਪਤੇਸ਼ਵਰ ਨੇ ਇੱਕ ਵਾਰੀ ਫਿਰ ਬਾਬੂ ਸ਼ਾਮਦਾਸ ਵੱਲ ਤੱਕਿਆ ਜਿਸਦੇ ਚਿਹਰੇ ਦੀ ਤਿਲਕਣ ਵੱਧਦੀ ਜਾ ਰਹੀ ਸੀ। ਗੁਪਤੇਸ਼ਵਰ ਹਮਦਰਦੀ ਭਰੇ ਲਹਿਜੇ ਵਿੱਚ ਬੋਲਿਆ,
ਮੇਰਾ ਖਿਆਲ ਹੈ ਅਨੀਂਦਰੇ ਕਰਕੇ ਤੁਹਾਡੀ ਤਬੀਅਤ ਵਧੇਰੇ ਖਰਾਬ ਹੋ ਰਹੀ ਹੈ। ਹੁਣ ਤੁਸੀਂ ਲੰਮੇ ਪੈ ਜਾਓ ਜਰਾ। ਨਹੀਂ ਨਹੀਂ, ਤੁਸੀਂ ਪੜ੍ਹੀ ਜਾਓ, ਬਾਬੂ ਸ਼ਾਮਦਾਸ ਨੇ ਇੱਕ ਡੂੰਘਾ ਹੌਂਕਾ ਭਰ ਕੇ ਕਿਹਾ। ਬਸ, ਗੁਪਤੇਸ਼ਵਰ ਨੇ ਉੱਤਰ ਦਿੱਤਾ। ਇਹ ਖਤਮ ਹੋ ਚੁੱਕਾ ਹੈ, ਸਿਰਫ ਇਸ ਦਾ ਛੇਕੜਲਾ ਕਾਂਡ ਅਜੇ ਅਧੂਰਾ ਹੈ, ਜਿਸ ਨੂੰ ਖਤਮ ਹੋ ਗਿਆ? ਸ਼ਾਮਦਾਸ ਨੇ ਦਿਲ ਦੀ ਕਿਸੇ ਗੁੱਝੀ ਪੀੜ ਨੂੰ ਨੱਪ ਕੇ ਪੁੱਛਿਆ। ਤੇ ਕਿੰਨਾ ਕੁ ਬਾਕੀ ਹੈ ਅਜੇ? ਬਹੁਤ ਥੋੜਾ, ਕਹਿ ਕੇ ਗੁਪਤੇਸ਼ਵਰ ਨੇ ਫਿਰ ਉਸਦੇ ਪਰੇਸ਼ਾਨ ਚਿਹਰੇ ਵੱਲ ਤੱਕਿਆ। ਬਾਬੂ ਨੇ ਪੁੱਛਿਆ, ਪਰ ਗੁਪਤੇਸ਼ਵਰ ਸਾਹਿਬ ਖਿਮਾ ਕਰਨਾ, ਇੱਕ ਗੱਲ ਮੈਂ ਹੋਰ ਪੁੱਛਦਾ ਹਾਂ। ਇਸ ਨਾਵਲ ਦਾ ਪਲਾਟ ਤੁਹਾਡੇ ਦਿਮਾਗੀ ਕਾਢ ਹੈ ਜਾਂ ਕੁਝ? ਵਿੱਚੋਂ ਹੀ ਗੁਪਤੇਸ਼ਵਰ ਬੋਲਿਆ, ਜੀ ਨਹੀਂ, ਇਹ ਇੱਕ ਅਜਿਹਾ ਵਾਕਿਆ ਹੈ ਜੋ ਸੱਚਮੁੱਚ ਹੀ ਬੀਤ ਚੁੱਕਾ ਹੈ, ਤੇ ਮੈਂ ਇਸ ਨੂੰ ਕਿਸੇ ਪਾਸੋਂ ਸੁਣਿਆ ਸੀ। ਮੈਂ ਇਸ ਨੂੰ ਸਿਰਫ ਨਾਵਲ ਦੇ ਰੰਗ ਵਿੱਚ ਰੰਗਿਆ ਹੈ। ਅਕਸਰ ਨਾਵਲ ਲਈ ਇਹੋ ਜਿਹੇ ਸੱਚੇ ਪਲਾਟ ਬੜੇ ਲਾਭਬੰਦ ਹੋਇਆ ਕਰਦੇ ਨੇ। ਇਹ ਨਾਵਲ ਵਿੱਚ ਇਹ ਜ਼ਿੰਦਗੀ ਭਰ ਦਿੰਦੇ ਹਨ। ਬਾਬੂ ਨੇ ਮੱਥੇ ਦਾ ਮੁੜਕਾ ਰੁਮਾਲ ਨਾਲ ਪੂੰਝਦੇ ਹੋਏ ਕਿਹਾ, ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਹਾਲ ਤੁਸਾਂ ਕਿਸ ਤੋਂ ਸੁਣਿਆ ਸੀ? ਜੀ, ਖੁਦ ਸੁੰਦਰੀ ਦੀ ਜ਼ੁਬਾਨੀ। ਅੱਛਾ, ਇਹ ਸਭ ਕੁਝ ਸੁੰਦਰੀ ਨੇ ਆਪ ਤੁਹਾਨੂੰ ਸੁਣਾਇਆ ਸੀ? ਉਹ ਤੁਹਾਨੂੰ ਕਿੱਥੇ ਮਿਲੀ ਸੀ ਤੇ ਕਦੋਂ ਮਿਲੀ ਸੀ? ਕਹਿੰਦਿਆਂ ਕਹਿੰਦਿਆਂ ਸ਼ਾਮਦਾਸ ਨੂੰ ਤਰੇਲੀਆਂ ਛੁੱਟ ਗਈਆਂ। ਜੀ, ਇੱਕ ਪਿੰਡ ਵਿੱਚ। ਤੇ ਤੁਸਾਂ ਨਾਵਲ ਚੁੱਕ ਬਣਾਇਆ? ਹਾਂ, ਇਹ ਮਜ਼ਮੂਨ ਮੈਨੂੰ ਬੜਾ ਸੁਆਦਲਾ ਲੱਗਾ ਸੀ। ਬਾਬੂ ਦੇ ਚਿਹਰੇ ਤੇ ਕ੍ਰੋਧ ਦੀ ਰੇਖਾ ਝਲਕ ਪਈ। ਇਸ ਭਾਵ ਨੂੰ ਲੁਕਾਉਂਦਾ ਹੋਇਆ ਉਹ ਬੋਲਿਆ, ਖਿਮਾ ਕਰਨਾ, ਤੁਹਾਡੇ ਵਰਗੇ ਉੱਚ ਪਏ ਦੇ ਲਿਖਾਰੀ ਨੂੰ ਭਲਾ ਇਸ ਦੀ ਕੀ ਮੁਤਾਜੀ ਸੀ, ਜਦ ਕਿ ਤੁਸੀਂ ਕਲਪਨਾ ਨਾਲ ਹੀ ਚੰਗੇ ਤੋਂ ਚੰਗਾ ਪਲਾਟ ਘੜ ਸਕਦੇ ਹੋ। ਠੀਕ ਹੈ, ਪਰ ਇਸ ਨਾਲ ਮੈਨੂੰ ਵਧੇਰੇ ਕਾਮਯਾਬੀ ਦੀ ਆਸ ਸੀ। ਮਾਫ਼ ਕਰਨਾ, ਮੇਰੀ ਆਦਤ ਬੜੀ ਭੈੜੀ ਹੈ ਕਿ ਮੂੰਹ ਤੇ ਸੱਚ ਕਹਿ ਦਿਆ ਕਰਦਾ ਹਾਂ। ਜਿੱਥੇ ਤੁਹਾਡਾ ਸਾਹਿਤਕ ਗੁਣਾਂ ਨੇ ਮੈਨੂੰ ਖਰੀਦ ਲਿਆ ਹੈ, ਉੱਥੇ ਤੁਹਾਡੀ ਇਹ ਗੱਲ ਰਤਾ ਕੋਝੀ ਜਿਹੀ ਜਾਪੀ ਹੈ। ਤੁਸੀਂ ਤਾਂ ਉਹ ਗੱਲ ਕੀਤੀ ਜਿਸ ਤਰ੍ਹਾਂ ਕਹਿੰਦੇ ਨੇ, ਇੱਕ ਵਾਰੀ ਕੋਈ ਤਾਰੀਆਂ ਤਰਨ ਵਾਲਾ ਖਿਡਾਰੂ ਪਾਣੀ ਵਿੱਚ ਤਰ ਕੇ ਲੋਕਾਂ ਨੂੰ ਤਮਾਸ਼ਾ ਵਿਖਾਲ ਰਿਹਾ ਸੀ। ਆਪਣੇ ਕਰਤੱਵ ਦਾ ਕਮਾਲ ਦੱਸਣ ਲਈ ਉਹ ਤਾਕਤਾਂ ਨਾਲੋਂ ਵੀ ਵਧੇਕ ਜ਼ੋਰ ਲਾ ਕੇ ਜਦ ਸਿੱਧੀਆਂ ਪੁੱਠੀਆਂ ਤਾਰੀਆਂ ਤਰਨ ਲੱਗਾ ਤਾਂ ਇਸਦਾ ਫਲ ਇਹ ਹੋਇਆ ਕਿ ਸਾਹ ਉਲਟ ਜਾਣ ਕਰਕੇ ਉਹ ਡੁੱਬ ਹੀ ਗਿਆ ਤੇ ਉਸਦੀ ਮੌਤ ਹੋ ਗਈ। ਢਿੱਡ ਵਿੱਚ ਪਾਣੀ ਭਰ ਜਾਣ ਕਰਕੇ ਚੋਖਾ ਚਿਰ ਜਦ ਉਹ ਪਾਣੀ ਦੀ ਤਹਿ ਦੇ ਹੇਠਾਂ ਹੀ ਡੁੱਬਿਆ ਰਿਹਾ ਤਾਂ ਉਧਰ ਤਮਾਸ਼ਬੀਨ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਹੋਏ ਕਹਿ ਰਹੇ ਸਨ, ਬਈ ਕਮਾਲ ਦਾ ਤਾਰੂ ਹੈ, ਇਤਨੀ ਲੰਬੀ ਟੋਬੀ। ਤੇ ਜਦ ਉਸਦੀ ਲੋਥ ਫੁੱਲ ਕੇ ਉਤਾਂਹ ਤਰ ਪਈ ਤਾਂ ਲੋਕੀ ਵਧੇਰੇ ਖੁਸ਼ੀ ਤੇ ਫਖਰ ਨਾਲ ਇੱਕ ਦੂਜੇ ਨੂੰ ਕਹਿਣ ਲੱਗੇ, ਵੇਖੋ ਬਈ, ਬਿਲਕੁਲ ਹੂ-ਬ-ਹੂ ਮੁਰਦੇ ਵਾਂਗ ਤਰ ਰਿਹਾ ਹੈ, ਜਾਣੀਦਾ ਸੱਚਮੁੱਚ ਹੀ ਮੁਰਦਾ ਹੈ। ਸੋ ਇਸੇ ਤਰ੍ਹਾਂ ਉਹ ਵਿਚਾਰੀ ਬਦਨਸੀਬ ਕੁੜੀ ਦੇ ਜੀਵਨ ਦਾ ਮਿੰਟ-ਮਿੰਟ ਤੜਫਾ ਦੇਣ ਵਾਲਾ ਸੀ। ਉਸਦੇ ਦੁਖੀ ਜੀਵਨ ਪਾਸੋਂ ਤੁਹਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਸੀ ਉਠਾਉਣਾ ਚਾਹੀਦਾ। ਕਿਸੇ ਦੇ ਕਹਿਣ ਵਾਂਗ ਅਖੇ ਬੱਕਰਾ ਰੋਵੇ ਜਾਨ ਨੂੰ ਤੇ ਕਸਾਈ ਰੋਵੇ ਮਾਸ ਨੂੰ। ਸੋ ਮੇਰੇ ਮਿਹਰਬਾਨ ਗੁਪਤੇਸ਼ਵਰ ਸਾਹਿਬ, ਮੈਨੂੰ ਮਾਫ਼ ਕਰਨਾ, ਇਹ ਗੱਲ ਤੁਹਾਡੇ ਹੁਨਰ ਨੂੰ ਧੱਬਾ ਲਾਉਣ ਵਾਲੀ ਹੈ, ਨਾਲੇ ਤੁਹਾਡੀ ਕਠੋਰਤਾ ਦੀ ਵੀ ਸੂਚਕ ਹੈ। ਤੁਹਾਨੂੰ ਚਾਹੀਦਾ ਸੀ ਕਿ ਉਸ ਬਦਨਸੀਬ ਕੁੜੀ ਦੀ ਕੁਝ ਮਦਦ ਕਰਦੇ, ਨਾ ਕਿ ਉਲਟਾ ਉਸਦੇ ਗਰਮ ਅਥਰੂਆਂ ਦੇ ਸਰਦ ਆਹਾਂ ਨੂੰ ਵੇਚਣ ਦਾ ਇਰਾਦਾ ਕਰਕੇ ਆਪਣਾ ਹੀ ਮਤਲਬ ਸਾਰਦੇ। ਅੱਖਾਂ ਨੀਵੀਆਂ ਕਰਕੇ ਗੁਪਤੇਸ਼ਵਰ ਬੋਲਿਆ, ਵਾਕਿਆ ਹੀ ਇਹ ਮੇਰੀ ਗਲਤੀ ਸੀ, ਪਰ ਮੇਰੇ ਦਿਲ ਨੇ ਮੈਨੂੰ ਮਜਬੂਰ ਕੀਤਾ, ਜਿਸ ਲਈ ਮੈਨੂੰ ਅਜਿਹਾ ਕਰਨਾ ਪਿਆ। ਬਾਬੂ ਬੋਲਿਆ, ਖੈਰ, ਕੋਈ ਐਸੀ ਬੁਰੀ ਗੱਲ ਨਹੀਂ, ਭੁੱਲ ਤਾਂ ਪਰਮਾਤਮਾ ਹੀ ਹੈ। ਪਰ ਮਾਲੂਮ ਹੁੰਦਾ ਹੈ, ਸੁੰਦਰੀ ਦੇ ਮਰਨ ਤੋਂ ਥੋੜਾ ਹੀ ਚਿਰ ਪਹਿਲਾਂ ਤੁਹਾਨੂੰ ਆਪਣਾ ਹਾਲ ਸੁਣਾਇਆ ਹੋਵੇਗਾ। ਸੁੰਦਰੀ ਨੇ ਮਰਨ ਤੋਂ ਥੋੜਾ ਹੀ ਚਿਰ ਪਹਿਲਾਂ ਤੁਹਾਨੂੰ ਆਪਣਾ ਹਾਲ ਸੁਣਾਇਆ ਹੋਵੇਗਾ। ਜੀ ਹਾਂ, ਡੁੱਬਣ ਤੋਂ ਸਿਰਫ ਇੱਕ ਦਿਨ ਪਹਿਲਾਂ ਉਸਨੇ ਆਪਣੀ ਸਾਰੀ ਰਾਮ ਕਹਾਣੀ ਮੈਨੂੰ ਸੁਣਾਈ ਸੀ। ਤੇ ਫਿਰ ਤੁਹਾਨੂੰ ਉਸਦੇ ਦਰਿਆ ਵਿੱਚ ਡੁੱਬ ਮਰਨ ਦਾ ਹਾਲ ਕੀਕਣ ਪਤਾ ਲੱਗਾ? ਉਨੀ ਦਿਨੀ ਮੈਂ ਉਸੇ ਪਿੰਡ ਵਿੱਚ ਠਹਿਰਿਆ ਹੋਇਆ ਸਾਂ। ਸ਼ਾਮਦਾਸ ਦੇ ਸਰੀਰ ਦੀਆਂ ਬੋਟੀਆਂ ਜਿਵੇਂ ਕੋਈ ਸੰਨੀ ਨਾਲ ਉਖੇੜ ਰਿਹਾ ਸੀ। ਉਸ ਦੀ ਨਾੜ ਵਿੱਚੋਂ ਅੰਗ ਚੋਂ ਪੀੜ ਉੱਠ ਰਹੀ ਸੀ। ਜਰਾ ਠਹਿਰ ਕੇ ਉਹ ਬੋਲਿਆ, ਆਫਰੀਨ ਗੁਪਤੇਸ਼ਵਰ ਸਾਹਿਬ, ਤੁਸਾਂ ਕਮਾਲ ਕਰ ਦਿਖਾਇਆ। ਹਾਂ, ਤੇ ਇਹ ਜਿਹੜੇ ਬਾਕੀ ਸਫ਼ੇ ਲਿਖਣੇ ਰਹਿੰਦੇ ਨੇ, ਮੇਰਾ ਖਿਆਲ ਹੈ ਗਾਲਬਨ ਮੈਂ ਸਮਝ ਹੀ ਗਿਆ ਹਾਂ ਕਿ ਇਸ ਕਾਂਡ ਵਿੱਚ ਤੁਸੀਂ ਲਿਖਾਰੀ ਦੀ ਹੈਸੀਅਤ ਵਿੱਚ ਆਪਣੀ ਜਾਣ ਪਛਾਣ ਕਰਾਉਣੀ ਚਾਹੁੰਦੇ ਹੋ। ਕਿਉਂ? ਪਰ ਇਹ ਸਫ਼ੇ ਅੱਜ ਜ਼ਰੂਰ ਲਿਖ ਸੁੱਟਣੇ। ਇੱਕ ਅਰਜ਼ ਹੋਰ ਵੀ ਹੈ ਜੋ ਉਮੀਦ ਹੈ ਨਾਮਨਜ਼ੂਰ ਕਰਕੇ ਦਿਲ ਨਹੀਂ ਤੋੜੋਗੇ।
ਤੇ ਉਹ ਇਹ ਕਿ ਆਪਣਾ ਡੇਰਾ ਅੱਜ ਤੋਂ ਇਸ ਸੇਵਕ ਪਾਸ ਹੀ ਰੱਖੋ, ਤਾਂ ਜੋ ਆਪ ਦੀ ਪਵਿੱਤਰ ਸੰਗਤ ਨਾਲ ਇਸ ਪਾਪੀ ਦੀ ਛੇਕੜਲੀ ਜ਼ਿੰਦਗੀ ਵੀ ਸੌਰ ਜਾਵੇ। ਨਾਲੇ ਉਸ ਬਦਨਸੀਬ ਕੁੜੀ ਬਾਬਤ ਤੁਸੀਂ ਹੋਰ ਵੀ ਜਿੰਨਾ ਕੁਝ ਜਾਣਦੇ ਹੋ ਮੈਨੂੰ ਸੁਣਾਉਣਾ। ਗੁਪਤੇਸ਼ਵਰ ਨੇ ਖੁਸ਼ੀ ਨਾਲ ਉੱਤਰ ਦਿੱਤਾ, ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੁੰਦੀ ਜੇ ਮੈਂ ਇਸਨੂੰ ਪੂਰਾ ਕਰ ਸਕਦਾ। ਕਿਉਂ? ਇਸਦਾ ਕੀ ਮਤਲਬ? ਮਤਲਬ ਇਹ ਕਿ ਇਸ ਨਾਵਲ ਦੇ ਅਧੂਰੇ ਕਾਂਡ ਵਾਂਗ ਮੇਰਾ ਜੀਵਨ ਨਾਵਲ ਦਾ ਵੀ ਸਿਰਫ ਛੇਕੜਲਾ ਕਾਂਡ ਹੀ ਬਾਕੀ ਹੈ। ਹੈ ਕੀ ਕਿਹਾ ਜੇ ਤੁਸੀਂ? ਜੀ ਹਾਂ, ਮੇਰੇ ਜਿਉਣ ਲਈ ਹੁਣ ਨਾ ਕੋਈ ਥਾਂ ਹੈ, ਨਾ ਹੀ ਸਮਾਂ। ਮੈਂ ਇਹ ਕਹਿੰਦਾ ਗੁਪਤੇਸ਼ਵਰ ਫੇਰ ਰੁਕ ਗਿਆ, ਤੇ ਇਸ ਤੋਂ ਬਾਅਦ ਸ਼ਾਮਦਾਸ ਦੇ ਵਾਰ-ਵਾਰ ਪੁੱਛਣ ਤੇ ਵੀ ਉਹ ਹੋਰ ਕੁਝ ਨਾ ਦੱਸ ਸਕਿਆ। ਥੋੜ੍ਹੀ ਦੇਰ ਠਹਿਰ ਕੇ ਗੁਪਤੇਸ਼ਵਰ ਬੋਲਿਆ, ਮੈਂ ਆਪ ਨੂੰ ਇੱਕ ਹੋਰ ਖੇਚਲ ਦੇਣੀ ਚਾਹੁੰਦਾ ਹਾਂ, ਤੇ ਉਹ ਮੇਰੇ ਲਈ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਕਾਰਨ ਹੋਵੇਗੀ। ਫਰਮਾਓ, ਮੈਨੂੰ ਕੀ ਹੁਕਮ ਹੈ? ਕੁਝ ਚਿਰ ਚੁੱਪ ਰਹਿ ਕੇ ਗੁਪਤੇਸ਼ਵਰ ਬੋਲਿਆ, ਤੁਸੀਂ ਮੈਨੂੰ ਇਸ ਮਨੁੱਖੀ ਜਾਮੇ ਵਿੱਚ ਸਾਖਸ਼ਾਤ ਦੇਵਤਾ ਨਜ਼ਰ ਆਏ ਹੋ। ਮੇਰੇ ਦਿਲ ਵਿੱਚ ਤੁਹਾਡੀ ਕਿੰਨੀ ਕੁ ਇੱਜ਼ਤ ਹੈ, ਇਸ ਦਾ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਕ ਬੜੀ ਭਾਰੀ ਖੇਚਲ ਦੇਣੀ ਚਾਹੁੰਦਾ ਹਾਂ। ਮੇਰਾ ਖਿਆਲ ਹੈ ਇਹੋ ਜਿਹੇ ਉਪਕਾਰ ਦੇ ਕੰਮਾਂ ਲਈ ਕੁਦਰਤ ਨੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਹੀ ਸੰਸਾਰ ਤੇ ਭੇਜਿਆ ਹੈ। ਕੀ ਮੇਰਾ ਇੱਕ ਕੰਮ ਕਰੋਗੇ? ਉਸਦੇ ਵਾਕ ਸੁਣ ਕੇ ਬਾਬੂ ਸ਼ਾਮਦਾਸ ਦੀਆਂ ਅੱਖਾਂ ਧਰਤੀ ਤੇ ਗੱਡੀਆਂ ਗਈਆਂ। ਉਹ ਬੋਲਿਆ, ਸਾਰੀ ਉਮਰ ਲਈ ਮੈਨੂੰ ਆਪਣਾ ਗੁਲਾਮ ਸਮਝੋ। ਜਿਸ ਸੇਵਾ ਦੇ ਵੀ ਯੋਗ ਮੈਨੂੰ ਸਮਝਦੇ ਹੋ, ਉਹ ਕੰਮ ਬਿਨਾਂ ਪੁੱਛੇ ਆਪਣੇ ਹੁਕਮ ਵਿੱਚ ਕਰਾ ਸਕਦੇ ਹੋ। ਪਰ ਰੱਬ ਦੇ ਵਾਸਤੇ ਮੇਰੇ ਲਈ ਇਹ ਵਡਿਆਈ ਦੇ ਲਫ਼ਜ਼ ਨਾ ਵਰਤੋ। ਮੈਂ ਇੱਕ ਨੀਚ ਤੇ ਗਿਰੀ ਹੋਈ ਜ਼ਮੀਰ ਵਾਲਾ ਆਦਮੀ ਹਾਂ। ਆਪਣੀ ਜ਼ਿੰਦਗੀ ਵਿੱਚ ਮੈਂ ਜੋ ਪਾਪ ਕੀਤੇ ਨੇ, ਤੁਹਾਡੇ ਤੋਂ ਸਭ ਤੋਂ ਵੱਡਾ ਪਾਪ ਜਿਹੜਾ ਮੈਨੂੰ ਕਦੇ ਨਹੀਂ ਭੁੱਲਣਾ, ਜੇ ਕਦੇ ਤੁਸੀਂ ਸੁਣ ਲਓ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣ। ਇਸੇ ਲਈ ਕਹਿੰਦਾ ਹਾਂ ਕਿ ਮੈਂ ਇਸ ਉਪਮਾ ਦੇ ਯੋਗ ਨਹੀਂ ਹਾਂ। ਇਹ ਸਾਰੀਆਂ ਵਡਿਆਈਆਂ ਤੁਹਾਨੂੰ ਹੀ ਸ਼ੋਭਦੀਆਂ ਹਨ। ਕ੍ਰਿਤਗਿਆਤਾ ਨਾਲ ਗੁਪਤੇਸ਼ਵਰ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਧੰਨਵਾਦ ਨਾਲ ਸਿਰ ਨਿਵਾ ਕੇ ਬੋਲਿਆ, ਤੁਸੀਂ ਮੈਨੂੰ ਬਹੁਤ ਉੱਚਾ ਲੈ ਜਾ ਰਹੇ ਹੋ। ਮੈਂ ਇਸ ਦਾ 1000ਵਾਂ ਹਿੱਸਾ ਵੀ ਆਪਣੇ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਵੇਖਦਾ। ਤੁਹਾਡੀ ਇਹ ਨਿਮਰਤਾ ਮੇਰੇ ਦਿਲ ਉੱਤੇ ਤੁਹਾਡੀ ਬਜ਼ੁਰਗੀ ਦਾ ਹੋਰ ਵੀ ਗਹਿਰਾ ਅਸਰ ਕਰ ਰਹੀ ਹੈ। ਮੇਰੇ ਲਈ ਤੁਸੀਂ ਪਰਮਾਤਮਾ ਹੋ। ਗੁਪਤੇਸ਼ਵਰ ਨੇ ਅੱਖਾਂ ਨੀਵੀਆਂ ਕਰ ਲਈਆਂ। ਬਾਬੂ ਬੋਲਿਆ, ਹਾਂ, ਛੇਤੀ ਹੁਕਮ ਕਰੋ। ਗੁਪਤੇਸ਼ਵਰ ਬੋਲਿਆ, ਇੱਕ ਤਾਂ ਇਹ ਕਿ ਕਿਸੇ ਤਰ੍ਹਾਂ ਮੇਰਾ ਇਹ ਰੁਮਾਲ ਮੰਗਵਾ ਦਿਓ, ਜਿਹੜਾ ਮੈਂ ਲਾਹੌਰ ਦੇ ਬਹਿਰੇ ਨੂੰ ਦੇ ਆਇਆ ਸਾਂ। ਲਾਹੌਰ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਕਰਕੇ ਉਸਦੀ ਦੁਕਾਨ ਹੈ। ਦੂਜਾ, ਇਹ ਨਾਵਲ ਛਾਪਣ ਦਾ ਪ੍ਰਬੰਧ ਜੇ ਹੋ ਸਕੇ ਤਾਂ ਤੁਸੀਂ ਹੀ ਕਰੋ, ਤੇ ਇਸ ਤੋਂ ਜਿੰਨੀ ਆਮਦਨ ਹੋਵੇ ਉਹ ਉਸੇ ਪਤੇ ਤੇ ਭੇਜ ਦੇਣੀ ਜਿਸ ਦਾ ਮੈਂ ਨਾਵਲ ਦੇ ਛੇਕੜਲੇ ਕਾਂਡ ਵਿੱਚ ਜ਼ਿਕਰ ਕੀਤਾ ਹੈ। ਬਾਬੂ ਸ਼ਾਮਦਾਸ ਦਾ ਸਰੀਰ ਇਸ ਵੇਲੇ ਮਾਸ ਦਾ ਨਹੀਂ, ਲੱਕੜ ਦਾ ਬਣਿਆ ਹੋਇਆ ਸੀ। ਉਸਦੀਆਂ ਅੱਖਾਂ ਗੁਪਤੇਸ਼ਵਰ ਦੀਆਂ ਅੱਖੀਆਂ ਵਿੱਚ ਗੱਡੀਆਂ ਹੋਈਆਂ ਸਨ, ਜਿਵੇਂ ਕੋਈ ਰਾਹੋਂ ਖੁੰਝ ਕੇ ਕੁਰਾਹੇ ਪੈਣ ਤੋਂ ਬਾਅਦ ਪਿਛਾਂਹ ਮੁੜਦਾ ਹੈ। ਗੁਪਤੇਸ਼ਵਰ ਦੀਆਂ ਗੱਲਾਂ ਵੱਲ ਧਿਆਨ ਮੋੜਦਾ ਹੋਇਆ ਸ਼ਾਮਦਾਸ ਬੋਲਿਆ, ਮੁਆਫ਼ ਕਰਨਾ, ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ। ਹਾਂ, ਕੀ ਕਹਿ ਰਹੇ ਸੀ ਤੁਸੀਂ? ਮੁਸਾਫਰ ਨੇ ਆਪਣੀਆਂ ਦੋਹਾਂ ਮੰਗਾਂ ਨੂੰ ਫਿਰ ਦੁਹਰਾਇਆ। ਸ਼ਾਮਦਾਸ ਆਪਣੇ ਅੰਦਰ ਮੱਚ ਰਹੇ ਭੌਜਲ ਨੂੰ ਸੰਭਾਲਦਾ ਹੋਇਆ ਬੋਲਿਆ, ਸਿਰ ਅੱਖਾਂ ਤੇ। ਮੈਨੂੰ ਤੁਹਾਡੇ ਇਹ ਦੋਵੇਂ ਹੁਕਮ ਮੰਨਣ ਵਿੱਚ ਉੜਕ ਦੀ ਖੁਸ਼ੀ ਹੋਵੇਗੀ। ਉਹ ਕੀ ਨਾਂ ਪੜ੍ਹਿਆ ਸੀ ਤੁਸਾਂ? ਮਾਈ ਸਦਾ ਕੌਰ। ਉਹ ਤੁਹਾਡੀ ਕੋਈ ਰਿਸ਼ਤੇਦਾਰ ਹੈ? ਜੀ ਹਾਂ। ਤੇ ਆਪ ਦਾ ਦੌਲਤਖਾਨਾ? ਦੌਲਤਖਾਨਾ ਮੇਰਾ ਹੁਣ ਤਾਂ ਇੱਥੇ ਆਪ ਦੇ ਚਰਨਾਂ ਵਿੱਚ ਹੈ, ਇਸ ਲਈ ਮੈਂ ਇਸਨੂੰ ਗਰੀਬਖਾਨਾ ਨਹੀਂ ਕਹਿ ਸਕਦਾ। ਇਹ ਤਾਂ ਤੁਹਾਡੀ ਜਰਾ ਨਿਵਾਜੀ ਹੈ, ਪਰ ਪਿੱਛੇ ਆਪ ਕਿੱਥੋਂ ਦੇ ਰਹਿਣ ਵਾਲੇ ਹੋ? ਗੁਪਤੇਸ਼ਵਰ ਨੇ ਸਾਰੇ ਕਾਗਜ਼ ਇਕੱਠੇ ਕਰਦਿਆਂ ਹੋਇਆਂ ਗੱਲ ਟਾਲ ਦਿੱਤੀ। ਮੇਰਾ ਖਿਆਲ ਹੈ ਤੁਸੀਂ ਕਾਫੀ ਥੱਕ ਗਏ ਹੋ, ਇਸ ਲਈ ਥੋੜ੍ਹਾ ਜਿਹਾ ਆਰਾਮ ਕਰ ਲਓ। ਤੁਸੀਂ ਕੰਮ ਤੇ ਵੀ ਜਾਣਾ ਹੋਵੇਗਾ। ਨਹੀਂ, ਅੱਜ ਤਾਂ ਐਤਵਾਰ ਹੈ। ਖੈਰ, ਇਹ ਗੱਲਾਂ ਫੇਰ ਸਹੀ। ਰਤਾ ਕੁ ਠਹਿਰ ਕੇ ਬਾਬੂ ਨੇ ਫਿਰ ਕਿਹਾ, ਹਾਂ, ਤੇ ਰੁਮਾਲ? ਅੱਜ ਐਤਵਾਰ ਹੈ, ਮੇਰਾ ਖਿਆਲ ਹੈ ਮੈਂ ਆਪ ਹੀ ਜਾ ਕੇ ਲੈ ਆਉਂਦਾ ਹਾਂ। ਤੰਦੂਰ ਵਾਲੇ ਦਾ ਪਤਾ ਠਿਕਾਣਾ ਤਾਂ ਤੁਸੀਂ ਦੱਸ ਹੀ ਦਿੱਤਾ ਹੈ। ਗੁਪਤੇਸ਼ਵਰ ਨੇ ਉਸ ਮਹੇਰੇ ਦਾ ਪਤਾ ਦੁਹਰਾਉਂਦਿਆਂ ਹੋਇਆਂ ਕਿਹਾ, ਬਾਬੂ ਜੀ, ਤੁਸੀਂ ਇੱਥੇ ਕਿੰਨਾ ਕੁ ਚਿਰ ਰਹਿੰਦੇ ਹੋ? ਕਿੰਨੇ ਕੁ ਚਿਰ ਤੋਂ ਰਹਿੰਦੇ ਹੋ? 17-18 ਸਾਲ ਹੋ ਗਏ ਨੇ। ਤਾਂ ਤੇ ਇਸ ਸ਼ਹਿਰ ਵਿੱਚ ਤੁਹਾਡਾ ਚੰਗਾ ਰਸੂਖ ਹੋਵੇਗਾ। ਜੀ ਹਾਂ, ਤੁਹਾਡੀ ਕਿਰਪਾ ਨਾਲ ਬਹੁਤ ਲੋਕ ਮੈਨੂੰ ਜਾਣਦੇ ਨੇ। ਗੁਪਤੇਸ਼ਵਰ ਜਰਾ ਹੌਸਲੇ ਭਰੀ ਆਵਾਜ਼ 'ਚ ਬੋਲਿਆ।
ਤਾਂ ਕੀ ਤੁਸੀਂ ਇੱਕ ਆਦਮੀ ਦਾ ਪਤਾ ਟਿਕਾਣਾ ਲੱਭਣ 'ਚ ਮੇਰੀ ਮਦਦ ਕਰ ਸਕਦੇ ਹੋ? ਮੈਂ ਉਸ ਨੂੰ 2 ਢਾਈਆਂ ਸਾਲਾਂ ਤੋਂ ਢੂੰਡ ਰਿਹਾ ਹਾਂ। ਅਜੇ ਤੱਕ ਉਸਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ। ਤੁਸੀਂ ਇਹ ਸੁਣ ਕੇ ਮੇਰੀ ਅਕਲ ਤੇ ਹੱਸੋਗੇ ਕਿ ਮੈਂ ਉਸਦੀ ਸ਼ਕਲ ਵੀ ਅੱਜ ਤੱਕ ਨਹੀਂ ਵੇਖੀ। ਨਾ ਹੀ ਮੈਨੂੰ ਉਸਦੇ ਹੁਲੀਏ ਬਾਬਤ ਕੁਝ ਪਤਾ ਹੈ। ਸ਼ਕਲ ਹੀ ਪਛਾਣਦਾ ਹੁੰਦਾ ਤਾਂ ਖ਼ਬਰੇ ਹੁਣ ਤੱਕ ਲੱਭ ਹੀ ਲੈਂਦਾ। ਬਾਬੂ ਨੇ ਕਿਹਾ, ਤੁਸੀਂ ਉਸ ਬਾਬਤ ਜਿੰਨਾ ਕੁਝ ਜਾਣਦੇ ਹੋ ਮੈਨੂੰ ਦੱਸ ਦਿਓ। ਮੇਰਾ ਖਿਆਲ ਹੈ ਕਿਤਿਓਂ ਸੂਹ ਨਿਕਲ ਹੀ ਆਵੇਗੀ। ਰੇਲਵੇ ਦੇ ਕੰਮ ਵਿੱਚ ਤਾਂ ਰੋਜ਼ ਨਵੇਂ ਤੋਂ ਨਵੇਂ ਆਦਮੀਆਂ ਨਾਲ ਬਾਹ ਪੈਂਦਾ ਰਹਿੰਦਾ ਹੈ। ਦੁਨੀਆ ਦਾ ਕਿਹੜਾ ਆਦਮੀ ਹੈ ਜਿਹੜਾ ਰੇਲਵੇ ਮੁਲਾਜ਼ਮਾਂ ਦੀਆਂ ਅੱਖਾਂ ਅੱਗੋਂ ਨਾ ਲੰਘਦਾ ਹੋਵੇ। ਤੁਸੀਂ ਉਸ ਬਾਬਤ ਜੋ ਕੁਝ ਜਾਣਦੇ ਹੋ ਛੇਤੀ ਦੱਸੋ। ਗੁਪਤੇਸ਼ਵਰ ਨੇ ਕਿਹਾ, ਮੈਂ ਸਿਰਫ ਉਸਦਾ ਨਾਂ ਹੀ ਜਾਣਦਾ ਹਾਂ, ਹੋਰ ਕੁਝ ਨਹੀਂ। ਉਸਦਾ ਨਾਂ ਕੀ ਹੈ? ਨਾਂ ਉਸਦਾ ਤਾਰਾ ਚੰਦ ਹੈ। ਹੈ ਇਹ ਕੀ? ਮਾਲੂਮ ਹੁੰਦਾ ਹੈ ਅਨੀਂਦਰੇ ਕਰਕੇ ਤੁਹਾਡੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ। ਮੇਰਾ ਖਿਆਲ ਹੈ ਇਹਨਾਂ ਗੱਲਾਂ ਨੂੰ ਹਾਲੇ ਇੱਥੇ ਹੀ ਰਹਿਣ ਦਿਓ। ਤੁਸੀਂ ਲਾਹੌਰ ਵੀ ਅੱਜ ਨਾ ਜਾਓ। ਰੁਮਾਲ ਬਾਬਤ ਫਿਰ ਕਦੀ ਵੇਖੀ ਜਾਵੇਗੀ। ਹੁਣ ਥੋੜਾ ਜਿਹਾ ਆਰਾਮ ਕਰ ਲਓ। ਤੁਹਾਡਾ ਰੰਗ ਇੱਕਦਮ ਪੀਲਾ ਪੈ ਗਿਆ ਹੈ। ਰੁਮਾਲ ਨਾਲ ਮੱਥਾ ਪੂੰਝ ਕੇ ਤੇ ਖੰਗੂਰੇ ਨਾਲ ਆਵਾਜ਼ ਠੀਕ ਕਰਕੇ ਬਾਬੂ ਫਿਰ ਬੋਲਿਆ, ਨਹੀਂ ਤੁਸੀਂ ਫਿਕਰ ਨਾ ਕਰੋ। ਮੈਨੂੰ ਕਿਸੇ ਵੇਲੇ ਇਸ ਤਰ੍ਹਾਂ ਦਾ ਘਬਰਾ ਜਿਹਾ ਉੱਠਦਾ ਹੁੰਦਾ ਹੈ, ਪਰ ਇਹ ਹੁਣੇ ਹੀ ਠੀਕ ਹੋ ਜਾਵੇਗਾ। ਹਾਂ, ਉਹ ਤਾਰਾ ਚੰਦ ਪਹਿਲਾਂ ਕਿੱਥੇ ਰਹਿੰਦਾ ਸੀ? ਪਹਿਲਾਂ ਉਹ ਸਿਆਲਕੋਟ ਰਹਿੰਦਾ ਸੀ। ਬਾਬੂ ਦੇ ਚਿਹਰੇ ਵੱਲ ਧੱਕ ਕੇ। ਨਹੀਂ ਸ਼੍ਰੀਮਾਨ ਜੀ, ਤੁਹਾਡੀ ਆਵਾਜ਼ ਥਰਥਰਾ ਰਹੀ ਹੈ। ਤੁਸੀਂ ਉੱਠ ਕੇ ਮੰਜੇ ਤੇ ਲੰਮੇ ਪੈ ਜਾਓ। ਬਾਬੂ ਸ਼ਾਮਦਾਸ ਦੀ ਘਬਰਾਹਟ ਉੜਕ ਤੱਕ ਪਹੁੰਚਦੀ ਜਾ ਰਹੀ ਸੀ। ਉਹ ਰੁਮਾਲ ਨਾਲ ਆਪਣੇ ਆਪ ਨੂੰ ਹਵਾ ਕਰਦਾ ਹੋਇਆ ਬੋਲਿਆ, ਓਹ, ਉਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਸ਼ਾਮਦਾਸ ਦਾ ਚਿਹਰਾ ਇਸ ਵੇਲੇ ਮੁਰਦੇ ਵਰਗਾ ਹੋ ਰਿਹਾ ਸੀ। ਉਸਦੇ ਹੱਥ ਨੂੰ ਕੁੜੱਲ ਚੜ੍ਹਦੇ ਜਾਂਦੇ ਸਨ ਤੇ ਸਾਹ ਉਸਦਾ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਦਮੇ ਦੇ ਰੋਗੀ ਦਾ। ਜਾਣਦੇ ਹੋ ਤੇ ਬਹੁਤ ਚੰਗੀ ਤਰ੍ਹਾਂ। ਗੁਪਤੇਸ਼ਵਰ ਨੇ ਇਹ ਸ਼ਬਦ ਇਸ ਤਰ੍ਹਾਂ ਆਪਣੇ ਆਪ ਤੋਂ ਬਾਹਰ ਹੋ ਕੇ ਕਹੇ ਜਿਕਣ ਕਿਸੇ ਨੂੰ ਗੁਆਚਾ ਹੋਇਆ ਖਜ਼ਾਨਾ ਲੱਭ ਪੈਂਦਾ ਹੈ। ਉਹ ਖੁਸ਼ੀ ਨੂੰ ਨਾ ਰੋਕ ਸਕਦਾ ਹੋਇਆ ਉੱਠ ਕੇ ਖੜੋ ਗਿਆ ਤੇ ਉਸ ਨੂੰ ਬਾਬੂ ਦੀ ਘਬਰਾਹਟ ਦਾ ਵੀ ਚੇਤਾ ਨਾ ਰਿਹਾ। ਉਹ ਕਾਹਲੀ ਨਾਲ ਬੋਲਿਆ, ਕਿਰਪਾ ਕਰਕੇ ਛੇਤੀ ਦੱਸੋ ਉਹ ਕਿੱਥੇ ਰਹਿੰਦਾ ਹੈ। ਕੀ ਤੁਸੀਂ ਉਸ ਨਾਲ ਮੇਰੀ ਮੁਲਾਕਾਤ ਕਰਾ ਸਕਦੇ ਹੋ? ਬਾਬੂ ਨੇ ਕਿਹਾ, ਇੱਕ ਵਾਰੀ ਛੱਡ 100 ਵਾਰੀ। ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੈ। ਸ਼ੁਦਾਈਆਂ ਵਾਂਗ ਅੱਖਾਂ ਫੈਲਾ ਕੇ ਗੁਪਤੇਸ਼ਵਰ ਦੇ ਚਿਹਰੇ ਵੱਲ ਤੱਕਦਿਆਂ ਹੋਇਆ ਬਾਬੂ ਸ਼ਾਮਦਾਸ ਨੇ ਕਿਹਾ। ਗੁਪਤੇਸ਼ਵਰ ਆਪਣੀ ਵੱਧ ਰਹੀ ਖੁਸ਼ੀ ਤੇ ਖੁਦਖੁਤੀ ਨੂੰ ਰੋਕਦਾ ਹੋਇਆ ਕਾਹਲੀ ਨਾਲ ਪੁੱਛਣ ਲੱਗਾ, ਉਹ ਕਿੱਥੇ ਰਹਿੰਦਾ ਏ? ਕੀ ਕੰਮ ਕਰਦਾ ਹੈ? ਲਾਹੌਰ ਰਹਿੰਦਾ ਹੈ ਤੇ ਇੱਕ ਸਰਕਾਰੀ ਦਫ਼ਤਰ ਵਿੱਚ ਨੌਕਰ ਹੈ। ਤਾਂ ਕਿਰਪਾ ਕਰਕੇ ਅੱਜ ਹੀ ਮੇਰੀ ਉਸ ਨਾਲ ਮੁਲਾਕਾਤ ਕਰਾ ਦਿਓ। ਕਿਸ ਵੇਲੇ ਕਰਾਉਂਗੇ? ਮੇਰਾ ਖਿਆਲ ਹੈ ਮੈਂ ਸ਼ਾਮ ਤੱਕ ਉਸ ਨੂੰ ਨਾਲ ਹੀ ਲੈਂਦਾ ਆਵਾਂਗਾ। ਉਹ ਮੇਰੇ ਪਿਆਰੇ ਬਾਬੂ ਸਾਹਿਬ, 1000 ਵਾਰੀ ਧੰਨਵਾਦ। ਲੱਖ ਵਾਰੀ ਤੇ ਕਰੋੜ ਵਾਰੀ ਧੰਨਵਾਦ। ਤੁਸਾਂ ਮੈਨੂੰ ਮੁੱਲ ਖਰੀਦ ਲਿਆ। ਤੁਸਾਂ ਮੇਰੀ ਜ਼ਿੰਦਗੀ ਦੀ ਇੱਕ ਭਾਰੀ ਮੁਸ਼ਕਲ ਹੱਲ ਕਰ ਦਿੱਤੀ। ਭਾਵੇਂ ਮੈਂ ਤੁਹਾਡੀ ਥਕਾਵਟ ਤੇ ਤਬੀਅਤ ਦੀ ਖਰਾਬੀ ਨੂੰ ਖੂਬ ਸਮਝ ਰਿਹਾ ਹਾਂ, ਫਿਰ ਵੀ ਅਰਜ਼ ਕਰਨੋਂ ਨਹੀਂ ਰੁਕ ਸਕਦਾ ਕਿ ਅੱਜ ਹੀ ਉਸ ਨਾਲ ਮੇਰੀ ਮੁਲਾਕਾਤ ਕਰਾਓ, ਭਾਵੇਂ ਤੁਹਾਨੂੰ ਕਿੰਨੀ ਵੀ ਤਕਲੀਫ ਉਠਾਉਣੀ ਪਵੇ। ਫਿਰ ਕੁਝ ਚਿਰ ਆਰਾਮ ਕਰਨ ਲਈ ਦੋਵੇਂ ਲੰਮੇ ਪੈ ਗਏ, ਪਰ ਸਾਰੀ ਰਾਤ ਦਾ ਜਾਗਾ ਹੁੰਦਿਆਂ ਹੋਇਆਂ ਵੀ ਦੋਹਾਂ ਦੀਆਂ ਪਲਕਾਂ ਨਾ ਜੁੜੀਆਂ। ਰੋਟੀ ਦਾ ਵੇਲਾ ਹੋਣ ਤੇ ਬਾਬੂ ਦੇ ਨੌਕਰ ਨੇ ਰੋਟੀ ਪਕਾਈ ਤੇ ਇਸ਼ਨਾਨ ਪਾਣੀ ਤੋਂ ਵਿਹਲਾ ਹੋ ਕੇ ਦੋਹਾਂ ਖਾਧੀ। ਨਾਵਲ ਦਾ ਅਧੂਰਾ ਕਾਂਡ ਪੂਰਾ ਕਰਨ ਦੀ ਗੁਪਤੇਸ਼ਵਰ ਨੂੰ ਤਾਕੀਦ ਕਰਕੇ 12:15 ਵਜੇ ਦੀ ਗੱਡੀ ਸ਼ਾਮਦਾਸ ਲਾਹੌਰ ਚਲਾ ਗਿਆ। ਗੁਪਤੇਸ਼ਵਰ ਦੇ ਚਿਹਰੇ ਤੇ ਅੱਜ ਕਾਮਯਾਬੀ ਦੀ ਖੁਸ਼ੀ ਚਮਕਾਂ ਮਾਰ ਰਹੀ ਸੀ, ਜਿਹੜੀ ਉਸ ਨੇ ਸਾਰੇ ਜੀਵਨ ਵਿੱਚ ਕਦੇ ਨਹੀਂ ਸੀ ਵੇਖੀ। ਅੱਜ ਕਾਗਜ਼ ਵੀ ਖੁੱਲ੍ਹੇ ਸਨ, ਲਿਖਣ ਦਾ ਸਮਾਨ ਵੀ ਵਧੀਆ ਸੀ ਤੇ ਥਾਂ ਵੀ ਚੰਗੀ ਸੀ। ਉਸਦਾ ਦਿਲ ਵੀ ਅੱਜ ਵਰਗਾ ਖੁਸ਼ ਕਦੇ ਘੱਟ ਵੱਧ ਹੀ ਹੋਏਗਾ। ਪਰ ਅੱਜ ਉਸ ਕੋਲ ਲਿਖਣ ਲਈ ਕੁਝ ਵੀ ਬਾਕੀ ਨਹੀਂ ਸੀ। ਸ਼ਿਕਾਰੀ ਨੂੰ ਸ਼ਿਕਾਰ ਮਿਲਦਾ ਸੀ ਤੇ ਉਸ ਦੇ ਪਾਸ ਫੜਨ ਦਾ ਸਮਾਨ ਅਧੂਰਾ ਤੇ ਨਿਕੰਮਾ ਸੀ। ਜਦ ਸ਼ਿਕਾਰ ਖੇਡਣ ਦੇ ਸਾਰੇ ਸਮਾਨ ਉਸਦੇ ਪਾਸ ਪਏ ਸਨ ਤਾਂ ਉਸਦਾ ਸ਼ਿਕਾਰ ਖੇਡਣ ਦਾ ਸ਼ੌਂਕ ਹੀ ਬਸ ਹੋ ਚੁੱਕਾ ਸੀ। ਰੋਟੀ ਖਾ ਕੇ ਉਹ ਮੰਜੇ ਤੇ ਲੰਮਾ ਪੈ ਗਿਆ, ਪਰ ਹੋਣ ਵਾਲੀ ਮੁਲਾਕਾਤ ਦੀ ਖੁਤਖੁਤੀ ਉਸਨੂੰ ਨੀਂਦਰ ਨਹੀਂ ਸੀ ਆਉਣ ਦਿੰਦੀ। ਉਹ ਬੜੀ ਕਾਹਲੀ ਨਾਲ ਉਸ ਵੇਲੇ ਦੀ ਉਡੀਕ ਕਰਨ ਲੱਗਾ ਜਦ ਉਸਦੇ ਮਿਹਰਬਾਨ ਬਾਬੂ ਨੇ ਤਾਰਾ ਚੰਦ ਨੂੰ ਨਾਲ ਲੈ ਕੇ ਆਉਣਾ ਸੀ। ਉਸਨੇ ਇਹ 6-7 ਘੰਟੇ ਮਿੰਟ ਤੇ ਸਕਿੰਟ ਗਿਣ ਕੇ ਬਿਤਾਏ। ਉਸਦੀ ਨਜ਼ਰ ਸਾਹਮਣੇ ਟੰਗੀ ਕਲਾਕ ਦੀ ਸੂਈ ਵੱਲ ਬਰਾਬਰ ਗੱਡੀ ਰਹੀ। ਅਖੀਰ 5 ਵੱਜ ਗਏ। ਗੁਪਤੇਸ਼ਵਰ ਬੂਹੇ ਵਿੱਚ ਜਾ ਕੇ ਟਹਿਲਣ ਲੱਗ ਪਿਆ।
ਜਦੋਂ ਵੀ ਸਾਹਮਣੇ ਦਾ ਮੋੜ ਮੁੜ ਕੇ ਕੋਈ ਟਾਂਗਾ ਇਸ ਪਾਸੇ ਆਉਂਦਾ, ਉਸਦਾ ਦਿਲ ਧੜਕਣ ਲੱਗ ਪੈਂਦਾ। ਕਈ ਟਾਂਗੇ ਆਏ ਤੇ ਕਈ ਲੰਘ ਗਏ। ਉਸਦੀ ਬੇਸਬਰੀ ਪਲ-ਪਲ ਵੱਧਦੀ ਹੀ ਗਈ। ਅਖੀਰ ਇੱਕ ਟਾਂਗਾ ਆਇਆ, ਪਰ ਬਾਬੂ ਸ਼ਾਮਦਾਸ ਇਸ ਤੋਂ ਇਕੱਲਾ ਹੀ ਉਤਰਿਆ। ਆਉਂਦਿਆਂ ਹੀ ਗੁਪਤੇਸ਼ਵਰ ਦੇ ਦਿਲ ਦੀ ਬੇਕਰਾਰੀ ਨੂੰ ਉਹ ਸਮਝ ਗਿਆ ਤੇ ਬੋਲਿਆ, "ਉਹ ਆ ਰਹੇ ਜੇ?" ਗੁਪਤੇਸ਼ਵਰ ਦੀ ਜਾਨ ਵਿੱਚ ਜਾਨ ਆਈ। ਉਸਨੇ ਪੁੱਛਿਆ, "ਕਿੱਥੇ?" ਬਾਬੂ ਇਸ ਵੇਲੇ ਹੱਫ ਰਿਹਾ ਸੀ। ਉਸਦੇ ਚਿਹਰੇ ਤੇ ਹਵਾਈਆਂ ਉੱਡ ਰਹੀਆਂ ਸਨ ਤੇ ਸਾਰਾ ਸਰੀਰ ਉਸਦਾ ਕੰਬ ਰਿਹਾ ਸੀ। ਗੁਪਤੇਸ਼ਵਰ ਨੂੰ ਉਸਦੀ ਹਾਲਤ ਵੇਖ ਕੇ ਬੜਾ ਫਿਕਰ ਹੋਇਆ। ਉਸਨੇ ਪੁੱਛਿਆ, ਕੀ ਗੱਲ ਏ? ਤੁਸੀਂ ਇਸ ਤਰ੍ਹਾਂ ਕਿਉਂ ਹੋ? ਅਜੇ ਤੱਕ ਤਬੀਅਤ ਠੀਕ ਨਹੀਂ ਹੋਈ?" ਬਾਬੂ ਨੇ ਆਪਣੀ ਘਬਰਾਹਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਬਨਾਵਟੀ ਹਾਸਾ ਹੱਸ ਕੇ ਕਿਹਾ, ਕੁਝ ਨਹੀਂ। ਗੱਡੀ ਵਿੱਚ ਦੇਰ ਸੀ ਤੇ ਮੈਂ ਮੋਟਰ ਵਿੱਚ ਹੀ ਆ ਗਿਆ। ਰਾਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ। ਲਾਰੀ ਇੱਕ ਦਰਖਤ ਨਾਲ ਟਕਰਾ ਗਈ ਤੇ ਕਈਆਂ ਨੂੰ ਸੱਟਾਂ ਲੱਗੀਆਂ। ਮੈਨੂੰ ਭਾਵੇਂ ਕੋਈ ਬਹੁਤੀ ਸੱਟ ਨਹੀਂ ਲੱਗੀ, ਪਰ ਹਾਦਸੇ ਨੂੰ ਵੇਖ ਕੇ ਦਿਲ ਦੀ ਘਬਰਾਹਟ ਕਾਫੀ ਵੱਧ ਗਈ ਹੈ। ਗੁਪਤੇਸ਼ਵਰ ਨੇ ਘਬਰਾ ਕੇ ਕਿਹਾ, ਤਾਂ ਚਲੋ ਅੰਦਰ ਚੱਲ ਕੇ ਆਰਾਮ ਕਰੋ। ਮੈਂ ਨੌਕਰ ਨੂੰ ਕਹਿੰਦਾ ਹਾਂ ਗਰਮ ਦੁੱਧ ਲਿਆਵੇ ਤੇ ਨਾਲੇ। ਉਸਦੀ ਗੱਲ ਟੋਕ ਕੇ ਬਾਬੂ ਨੇ ਕਿਹਾ, ਨਹੀਂ ਸ਼੍ਰੀਮਾਨ ਜੀ, ਅਜਿਹੀ ਕੋਈ ਤਕਲੀਫ ਨਹੀਂ ਕਰਨੀ। ਨਾਲੇ ਮੈਂ ਰਤਾ ਸਟੇਸ਼ਨ ਤੱਕ ਜਾ ਰਿਹਾ ਹਾਂ। ਸਾਡੇ ਜਨਰਲ ਮੈਨੇਜਰ ਨੇ ਅੱਜ ਕਿਸੇ ਪ੍ਰਾਈਵੇਟ ਕੰਮ ਲਈ ਇੱਥੋਂ ਲੰਘਣਾ ਏ, ਸੋ ਮੇਰਾ ਤੇ ਕੋਈ ਹੋਰ ਬਾਬੂਆਂ ਦਾ ਉੱਥੇ ਹੋਣਾ ਜ਼ਰੂਰੀ ਹੈ। ਆਹ ਲਓ ਰੁਮਾਲ। ਰੁਮਾਲ ਗੁਪਤੇਸ਼ਵਰ ਨੂੰ ਫੜਾ ਕੇ ਉਹ ਬਿਨਾਂ ਹੋਰ ਕੋਈ ਗੱਲਬਾਤ ਕੀਤਿਆਂ ਹੀ ਟਾਂਗੇ ਤੇ ਜਾ ਬੈਠਾ ਤੇ ਬੋਲਿਆ, ਮਿਸਟਰ ਤਾਰਾਚੰਦ 6:15 ਵਜੇ ਆਵੇਗਾ। ਤੁਸੀਂ ਇੱਥੇ ਹੀ ਉਸਦੀ ਉਡੀਕ ਕਰਨੀ। ਮੇਰਾ ਖਿਆਲ ਹੈ 4:45 ਦੀ ਗੱਡੀ ਚੜ੍ਹਿਆ ਹੋਵੇਗਾ। ਟਾਂਗਾ ਸੜਕ ਦਾ ਮੋੜ ਕੇ ਅੱਖਾਂ ਤੋਂ ਓਹਲੇ ਹੋ ਗਿਆ। 6:15 ਦੀ ਥਾਂ 7 ਹੋ ਗਏ, ਪਰ ਤਾਰਾਚੰਦ ਅਜੇ ਤੱਕ ਨਾ ਆਇਆ। ਗੁਪਤੇਸ਼ਵਰ ਬੂਹੇ ਵਿੱਚ ਖੜਾ ਸੜਕ ਤੋਂ ਲੰਘਣ ਵਾਲੇ ਹਰ ਇੱਕ ਆਦਮੀ ਵੱਲ ਬੜੇ ਗੌਰ ਨਾਲ ਵੇਖ ਰਿਹਾ ਸੀ। ਹਨੇਰਾ ਵੱਧਦਾ ਜਾਂਦਾ ਸੀ। ਇਸ ਵੇਲੇ ਗੁਪਤੇਸ਼ਵਰ ਨੇ ਡਿੱਠਾ ਇੱਕ ਲੰਬੇ ਕੱਦ ਦਾ ਆਦਮੀ ਬੂਹੇ ਅੱਗੇ ਖੜਾ ਹੋ ਗਿਆ ਤੇ ਪੁੱਛਣ ਲੱਗਾ, ਬਾਬੂ ਸ਼ਾਮਦਾਸ ਦਾ ਇਹੋ ਘਰ ਹੈ? ਗੁਪਤੇਸ਼ਵਰ ਸਮਝ ਗਿਆ ਕਿ ਇਹੋ ਤਾਰਾਚੰਦ ਹੈ। ਉਹ ਬੋਲਿਆ, ਆਓ, ਤੁਹਾਡਾ ਹੀ ਨਾਮ ਮਿਸਟਰ ਤਾਰਾਚੰਦ ਹੈ? ਜੀ ਹਾਂ, ਕਹਿ ਕੇ ਉਹ ਦਬਾ ਦਬ ਅੰਦਰ ਲੰਘ ਆਇਆ। ਗੁਪਤੇਸ਼ਵਰ ਨੇ ਬੈਠਕ ਵਿੱਚ ਜਾ ਕੇ ਉਸਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ। ਤਾਰਾਚੰਦ ਨੇ ਓਵਰਕੋਟ ਪਾਇਆ ਹੋਇਆ ਸੀ ਤੇ ਸ਼ਾਇਦ ਅੱਖਾਂ ਦੁਖਦੀਆਂ ਹੋਣ ਕਰਕੇ ਜਾਂ ਕਿਸੇ ਹੋਰ ਕਾਰਨ ਧੁੱਪ ਵਾਲੀਆਂ ਐਨਕ ਲਾਈ ਹੋਈ ਸੀ। ਸਿਰ ਤੇ ਪੱਗ ਉਸਨੇ ਬੜੇ ਬੇਢੱਬੇ ਢੰਗ ਨਾਲ ਬੰਨੀ ਹੋਈ ਸੀ। ਓਵਰਕੋਟ ਦੇ ਕਾਲਰ ਚੁੱਕ ਕੇ ਉਸਨੇ ਉਤਾਂਹ ਕੀਤੇ ਹੋਏ ਸਨ, ਜਿਸ ਤੋਂ ਪਤਾ ਲੱਗਦਾ ਸੀ ਕਿ ਸਰਦੀ ਤੋਂ ਉਹ ਬਹੁਤ ਡਰਦਾ ਹੈ। ਦੋਵੇਂ ਕਿੰਨਾ ਹੀ ਚਿਰ ਚੁੱਪਚਾਪ ਆਮੋ ਸਾਹਮਣੇ ਕੁਰਸੀਆਂ ਤੇ ਬੈਠੇ ਰਹੇ। ਅਖੀਰ ਗੁਪਤੇਸ਼ਵਰ ਨੇ ਹੀ ਇਸ ਚੁੱਪ ਨੂੰ ਤੋੜਦਿਆਂ ਹੋਇਆ ਪੁੱਛਿਆ, ਕਿਉਂ ਜੀ, ਤੁਸੀਂ ਹੀ ਤਾਰਾਚੰਦ ਹੋ? ਉਹ ਬੋਲਿਆ ਤੇ ਨਾ, ਪਰ ਸਿਰ ਹਿਲਾ ਕੇ ਉਸਨੇ ਹਾਂ ਵਿੱਚ ਉੱਤਰ ਦਿੱਤਾ। ਗੁਪਤੇਸ਼ਵਰ ਨੇ ਕਿਹਾ, ਤੇ ਕੀ ਮੈਂ ਅੱਜ ਤੱਕ ਤੁਹਾਡੀ ਹੀ ਤਲਾਸ਼ ਵਿੱਚ ਭਟਕਦਾ ਰਿਹਾ ਹਾਂ? ਦੂਜੇ ਲਫ਼ਜ਼ਾਂ ਵਿੱਚ, ਕੀ ਤੁਹਾਡਾ ਹੀ ਲਹੂ ਪੀਣ ਲਈ ਮੈਂ ਹੁਣ ਤੱਕ ਜਿਉ ਰਿਹਾ ਹਾਂ? ਕਹਿੰਦਿਆਂ ਗੁਪਤੇਸ਼ਵਰ ਦੀ ਆਵਾਜ਼ ਤੇ ਤੇਜ਼ੀ ਆ ਗਈ ਤੇ ਉਸਦੀਆਂ ਅੱਖਾਂ ਲਾਲ ਹੋ ਗਈਆਂ। ਤਾਰਾਚੰਦ ਦੀ ਅਡੋਲਤਾ ਵਿੱਚ ਕੋਈ ਫਰਕ ਨਾ ਪਿਆ। ਉਹ ਉਸੇ ਤਰ੍ਹਾਂ ਬੈਠਾ ਗੰਭੀਰ ਭਾਵ ਨਾਲ ਬੋਲਿਆ, ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਗੁਪਤੇਸ਼ਵਰ ਹੁਣ ਗੁੱਸੇ ਨਾਲ ਕੰਬ ਰਿਹਾ ਸੀ। ਉਸਦੀ ਰਗ ਵਿੱਚ ਹਿੰਸਾ ਫੁੱਟ ਰਹੀ ਸੀ। ਉਹ ਆਪਣੇ ਆਪ ਤੋਂ ਬਾਹਰ ਹੋ ਕੇ ਬੋਲਿਆ, ਕੀ ਕਿਹਾ ਓਏ ਸ਼ੈਤਾਨ? ਤੂੰ ਮੇਰਾ ਮਤਲਬ ਨਹੀਂ ਸਮਝਿਆ? ਠੀਕ ਏ, ਤੇ ਮੈਂ ਮਤਲਬ ਸਮਝਾਉਣ ਲਈ ਹੀ ਤੈਨੂੰ ਇਤਨੇ ਦਿਨਾਂ ਤੋਂ ਢੂੰਡ ਰਿਹਾ ਸਾਂ। ਤਾਰਾਚੰਦ ਫਿਰ ਬੋਲਿਆ, ਪਰ ਕੀ ਹੋਰ ਕੋਈ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਡੀ ਜਾਣ ਪਛਾਣ ਬਾਰੇ ਕੁਝ ਪਤਾ ਕਰ ਸਕਦਾ ਹਾਂ? ਕਿਉਂ ਨਹੀਂ, ਗੁਪਤੇਸ਼ਵਰ ਨੇ ਕੜਕ ਕੇ ਕਿਹਾ। ਕੀ ਤੂੰ ਕਿਸੇ ਗੁਰਦੇਈ ਨਾਂ ਦੀ ਤੀਵੀਂ ਨੂੰ ਜਾਣਦਾ ਹੈ? ਜਾਣਦਾ ਹਾਂ, ਪਰ ਤੁਹਾਡਾ ਉਸ ਨਾਲ ਕੀ ਰਿਸ਼ਤਾ ਹੈ? ਰਿਸ਼ਤਾ ਦੱਸਣ ਲਈ ਤਾਂ ਮੈਂ ਤੈਨੂੰ ਲੱਭ ਰਿਹਾ ਸਾਂ। ਹਾਂ, ਉਹ ਤੇਰੀ ਕੀ ਲੱਗਦੀ ਸੀ? ਉਹ ਮੇਰੀ ਘਰਵਾਲੀ ਸੀ। ਤੇ ਉਹ ਹੁਣ ਕਿੱਥੇ ਹੈ? ਤਾਰਾਚੰਦ ਨੇ ਕੋਈ ਉੱਤਰ ਨਾ ਦਿੱਤਾ। ਗੁਪਤੇਸ਼ਵਰ ਨੇ ਫਿਰ ਪੁੱਛਿਆ, ਕੀ ਤੂੰ ਉਸ ਬਾਬਤ ਜਾਣਦਾ ਹੈ ਕਿ ਉਹ ਜਿਉਂਦੀ ਹੈ ਜਾਂ ਮਰ ਗਈ? ਉਸੇ ਤਰ੍ਹਾਂ ਅਡੋਲਤਾ ਨਾਲ ਬੈਠਿਆਂ ਤਾਰਾਚੰਦ ਨੇ ਕਿਹਾ, ਮੈਂ ਸੁਣਿਆ ਏ ਉਹ ਮਰ ਗਈ ਏ। ਤੂੰ ਕਿਸ ਤੋਂ ਸੁਣਿਆ ਏ? ਤਾਰਾਚੰਦ ਚੁੱਪ ਰਿਹਾ। ਗੁਪਤੇਸ਼ਵਰ ਫਿਰ ਕੜਕਿਆ, ਨਹੀਂ, ਤੂੰ ਝੂਠਾ ਏ, ਤੂੰ ਸ਼ੈਤਾਨ ਏ। ਤੈਨੂੰ ਉਸ ਮੋਈ ਜਿਉਂਦੀ ਦਾ ਕੋਈ ਪਤਾ ਨਹੀਂ ਤੇ ਤੈਨੂੰ ਉਸਦਾ ਪਤਾ ਕਰਨ ਦੀ ਲੋੜ ਵੀ ਨਹੀਂ ਸੀ। ਤੈਨੂੰ ਸਿਰਫ ਇਤਨਾ ਹੀ ਪਤਾ ਹੈ ਕਿ ਤੂੰ ਉਸਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਘਰੋਂ ਨਿਕਲ ਗਿਆ ਸੈਂ। ਇਸ ਤੋਂ ਬਾਅਦ ਉਸਦੀ ਕੀ ਦੁਰਦਸ਼ਾ ਹੋਈ, ਉਸਦਾ ਤੈਨੂੰ ਕੋਈ ਪਤਾ ਨਹੀਂ। ਤਾਰਾਚੰਦ ਹੁਣ ਅੱਡੀ ਤੋਂ ਚੋਟੀ ਤੱਕ ਕੰਬ ਰਿਹਾ ਸੀ। ਉਸਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲੀ। ਗੁਪਤੇਸ਼ਵਰ ਲਈ ਇਹ ਗੁੱਸੇ ਦੀ ਹਾਲਤ ਵਿੱਚ ਬੈਠਣਾ
ਔਖਾ ਹੋ ਗਿਆ। ਉਹ ਤਿਲ ਮਿਲਾ ਕੇ ਕੁਰਸੀ ਤੋਂ ਉੱਠ ਖਲੋਤਾ। ਦੋਵੇਂ ਮੁੱਠਾਂ ਮੀਟ ਕੇ ਭੁੱਖੇ ਸ਼ੇਰ ਵਾਂਗ ਉਸ ਉੱਤੇ ਉਲਰਿਆ। ਉਸਦੀ ਗਿੱਚੀ ਨੂੰ ਪੀਡਾ ਹੱਥ ਪਾ ਕੇ ਤੇ ਦੂਜੇ ਹੱਥ ਨਾਲ ਉਸਦੇ ਮੋਢੇ ਤੋਂ ਕੋਟ ਫੜ ਕੇ ਜ਼ੋਰ ਦੀ ਹਲੂਣਦਾ ਹੋਇਆ ਬੋਲਿਆ, ਬਜਾਤ ਮੱਕਾਰ, ਬੋਲਦਾ ਕਿਉਂ ਨਹੀਂ? ਕੀ ਤੇਰਾ ਖਿਆਲ ਹੈ ਕਿ ਇਸ ਤਰ੍ਹਾਂ ਪਖੰਡ ਕਰਨ ਨਾਲ ਮੈਂ ਤੈਨੂੰ ਜਿਉਂਦਾ ਛੱਡ ਦਿਆਂਗਾ? ਯਾਦ ਰੱਖ, ਦੁਨੀਆ ਦੀ ਕੋਈ ਤਾਕਤ ਤੈਨੂੰ ਇਸ ਵੇਲੇ ਮੇਰੇ ਕੋਲੋਂ ਨਹੀਂ ਬਚਾ ਸਕਦੀ। ਕੋਈ ਤਾਕਤ ਨਹੀਂ ਬਚਾ ਸਕਦੀ। ਦੰਦ ਕਰੀਚ ਕੇ ਮੈਂ ਇਸਨੂੰ ਫੁਰਤੀ ਨਾਲ ਕੋਟ ਦੇ ਹੇਠੋਂ ਇੱਕ ਤੇਜ਼ ਤੇ ਚਮਕੀਲੀ ਕਟਾਰ ਕੱਢ ਕੇ ਤੇਰੀ ਛਾਤੀ ਵਿੱਚ ਖੋਭ ਕੇ ਤੇਰੇ ਲਹੂ ਦੀਆਂ ਚੂਲੀਆਂ ਪੀਵਾਂਗਾ। ਫੇਰ ਕਿਤੇ ਮੇਰੀ ਅੱਗ ਬੁਝੇਗੀ ਤੇ ਮੇਰਾ ਦਿਲ ਠੰਡਾ ਹੋਵੇਗਾ। ਭਾਵੇਂ ਮੈਂ ਇਹ ਜਾਣਦਾ ਹਾਂ ਕਿ ਬਾਬੂ ਸ਼ਾਮ ਦਾਸ ਵਰਗੇ ਮਹਾਂਪੁਰਸ਼ ਦੇ ਮਕਾਨ ਤੇ ਤੇਰੇ ਵਰਗੇ ਚੰਡਾਲ ਆਦਮੀ ਨੂੰ ਲਿਆ ਕੇ ਮੈਂ ਇੱਕ ਭਾਰੀ ਅਨਿਆਉ ਕੀਤਾ ਹੈ। ਇਸ ਪਵਿੱਤਰ ਥਾਂ ਉੱਤੇ ਨਾਪਾਕ ਲਹੂ ਡੋਲ ਕੇ ਮੈਂ ਹੋਰ ਵੀ ਗੁਨਹਗਾਰ ਬਣਾਂਗਾ, ਪਰ ਇਸ ਵੇਲੇ ਮੈਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਨੂੰ ਭਰੋਸਾ ਹੈ ਕਿ ਜਦ ਮੇਰੇ ਬਜ਼ੁਰਗ ਸ਼ਾਮ ਦਾਸ ਹੋਰਾਂ ਨੂੰ ਤੇਰੀਆਂ ਸ਼ੈਤਾਨੀ ਕਰਤੂਤਾਂ ਦਾ ਪਤਾ ਲੱਗੇਗਾ ਤਾਂ ਉਹ ਵੀ ਸਿਰਫ ਇਹੋ ਹੀ ਨਹੀਂ, ਮੇਰੀ ਇਸ ਭੁੱਲ ਨੂੰ ਮੁਆਫ਼ ਕਰ ਦੇਣਗੇ, ਸਗੋਂ ਮੈਨੂੰ ਸ਼ਾਬਾਸ਼ ਵੀ ਦੇਣਗੇ। ਤੇ ਮੈਂ ਇੱਕ ਆਦਮਖੋਰ ਦੈਂਤ ਨੂੰ ਮਾਰ ਕੇ ਧਰਤੀ ਦਾ ਬੋਝ ਹੌਲਾ ਕੀਤਾ ਹੈ। ਦੱਸ, ਛੇਤੀ ਦੱਸ। ਖੈਰ, ਜੇ ਤੂੰ ਨਹੀਂ ਦੱਸਣਾ ਚਾਹੁੰਦਾ ਤਾਂ ਮੈਨੂੰ ਇਸਦੇ ਪੁੱਛਣ ਦੀ ਲੋੜ ਵੀ ਨਹੀਂ। ਮੇਰੇ ਲਈ ਸਿਰਫ ਇਤਨਾ ਹੀ ਜਾਣਨਾ ਕਾਫੀ ਹੈ ਕਿ ਤੂੰ ਮੇਰੀ ਮਾਂ ਦਾ ਕਾਤਲ ਹੈ, ਉਸਦੀ ਅਸਮਤ ਦਾ ਚੋਰ ਹੈ। ਸ਼ੈਤਾਨ, ਜੇ ਮਰਨ ਤੋਂ ਬਾਅਦ ਪਹਿਲਾਂ ਕੋਈ ਹੋਰ ਗੱਲ ਕਹਿਣੀ ਚਾਹੁੰਦਾ ਹੈ ਤਾਂ ਛੇਤੀ ਬੋਲ, ਮੈਂ ਤੈਨੂੰ 5 ਮਿੰਟਾਂ ਦੀ ਮੌਲਤ ਦਿੰਦਾ ਹਾਂ। ਤਾਰਾ ਚੰਦ ਉਸੇ ਤਰ੍ਹਾਂ ਕੰਬ ਰਿਹਾ ਸੀ। ਉਸਦੀਆਂ ਅੱਖਾਂ ਜ਼ਮੀਨ ਤੇ ਸਨ। ਉਪਰੋਕਤ ਗੱਲਾਂ ਦਾ ਕਈ ਵਾਰ ਗੁਪਤੇਸ਼ਵਰ ਦੇ ਦੁਹਰਾਉਣ ਤੇ ਵੀ ਉਸਨੇ ਕੋਈ ਉੱਤਰ ਨਾ ਦਿੱਤਾ। ਗੁਪਤੇਸ਼ਵਰ ਨੇ ਫਿਰ ਬਿਜਲੀ ਵਾਂਗ ਕੜਕ ਕੇ ਕਿਹਾ, ਉਹ ਜ਼ਾਲਮ, ਸੁਣ ਤੇ ਕੰਨ ਖੋਲ ਕੇ ਸੁਣ। ਇੱਕ ਅਜਿਹਾ ਮਨੁੱਖ ਜੋ ਕਿਸੇ ਨਿਆਸਰੀ ਅਬਲਾ ਨਾਲ ਵਿਸ਼ਵਾਸਘਾਤ ਕਰਕੇ ਉਸ ਨੂੰ ਜਾਲ 'ਚ ਫਸਾ ਕੇ ਉਸਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਣ ਲੱਗਾ ਕੁਝ ਵੀ ਸ਼ਰਮ ਨਹੀਂ ਕਰਦਾ, ਤੇ ਫਿਰ ਪਰਸੂਤ ਦੀ ਹਾਲਤ ਵਿੱਚ ਉਸਨੂੰ ਤੇ ਉਸਦੀ ਮਾਸੂਮ ਬੱਚੀ ਨੂੰ ਦਰ-ਦਰ ਰੁਲਣ ਤੇ ਸਾਰੇ ਸੰਸਾਰ ਦੀਆਂ ਮੁਸੀਬਤਾਂ ਦਾ ਸ਼ਿਕਾਰ ਬਣਨ ਲਈ ਦੁਨੀਆ ਦੇ ਹਵਾਲੇ ਕਰਕੇ ਚਲਾ ਜਾਂਦਾ ਹੈ, ਤੇ ਆਖਰ ਉਸ ਵਿਚਾਰੀ ਨੂੰ ਸ਼ਰਮ ਗੁਆ ਕੇ ਕੰਜਰੀ ਬਣਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹੋ ਜਿਹੇ ਦੁਰਾਚਾਰੀ ਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ, ਨਾ ਹੀ ਉਸਨੂੰ ਜਿਉਂਦੇ ਰਹਿਣ ਦਾ ਹੱਕ ਹੈ। ਤਾਰਾ ਚੰਦ ਪੱਥਰ ਦਾ ਬੁੱਤ ਬਣਿਆ ਬੈਠਾ ਸੀ। ਗੁਪਤੇਸ਼ਵਰ ਨੇ ਫਿਰ ਪੁੱਛਿਆ, ਕੀ ਅਜਿਹੇ ਚੰਡਾਲ ਨੂੰ ਜਿਉਂਦਾ ਰਹਿ ਕੇ ਇਸ ਧਰਤੀ ਦਾ ਭਾਰ ਵਧਾਉਣ ਦਾ ਕੋਈ ਹੱਕ ਹੈ? ਇਸ ਗੱਲ ਦਾ ਨਿਆਓ ਮੈਂ ਤੇਰੇ ਤੇ ਹੀ ਛੱਡਦਾ ਹਾਂ। ਛੇਤੀ ਦੱਸ, ਕੀ ਅਜਿਹੇ ਗੁਨਾਹਗਾਰ ਨੂੰ ਜਿਉਂਦੇ ਰਹਿਣਾ ਚਾਹੀਦਾ ਹੈ? ਉਸਨੇ ਸਿਰ ਹਿਲਾ ਕੇ ਨਹੀਂ ਵਿੱਚ ਉੱਤਰ ਦਿੱਤਾ। ਤਾਂ ਕੀ ਤੂੰ ਮਰਨ ਲਈ ਤਿਆਰ ਹੈ? ਉਸਨੇ ਸਿਰ ਹਿਲਾ ਕੇ ਹਾਂ ਵਿੱਚ ਉੱਤਰ ਦਿੱਤਾ। ਤਾਂ ਫਿਰ ਲੈ, ਤਿਆਰ ਹੋ ਜਾ, ਕਹਿ ਕੇ ਗੁਪਤੇਸ਼ਵਰ ਨੇ ਕਟਾਰ ਇਸ ਫੁਰਤੀ ਨਾਲ ਉਲਾਰੀ ਕਿ ਤਾਰਾ ਚੰਦ ਦੀ ਥਾਂ ਕੋਈ ਹੋਰ ਹੁੰਦਾ ਤਾਂ ਇਸ ਦ੍ਰਿਸ਼ ਨੂੰ ਵੇਖ ਕੇ ਹੀ ਉਸਦਾ ਦਿਲ ਦਹਿਲ ਜਾਂਦਾ। ਇਸ ਵੇਲੇ ਕਮਰੇ ਵਿੱਚ ਕਾਫੀ ਹਨੇਰਾ ਹੋ ਚੁੱਕਾ ਸੀ। ਇਹ ਸੋਚ ਕੇ ਕਿ ਨਿਸ਼ਾਨਾ ਖੁੱਝ ਨਾ ਜਾਵੇ, ਗੁਪਤੇਸ਼ਵਰ ਨੇ ਉਲਾਰਿਆ ਹੋਇਆ ਹੱਥ ਰੋਕ ਲਿਆ। ਝਟਪਟ ਬਿਜਲੀ ਦਾ ਬਟਨ ਨੱਪ ਦਿੱਤਾ, ਜਿਸ ਨਾਲ ਕਮਰਾ ਜਗਮਗਾ ਉੱਠਿਆ। ਉਸਨੂੰ ਇਹ ਫਿਕਰ ਸੀ ਕਿ ਤਾਰਾ ਚੰਦ ਕਿਤੇ ਬਚ ਕੇ ਨਾ ਨਿਕਲ ਜਾਏ। ਕਮਰੇ ਦਾ ਕੁੰਡਾ ਵੀ ਅੜਾ ਦਿੱਤਾ। ਉਸਦੀ ਨਜ਼ਰ ਜਦ ਚਾਨਣ ਵਿੱਚ ਉਸ ਉੱਤੇ ਪਈ ਤਾਂ ਉਸਨੇ ਡਿੱਠਾ ਕਿ ਤਾਰਾ ਚੰਦ ਕੰਬਦੇ ਹੱਥਾਂ ਨਾਲ ਕੋਟ ਤੇ ਕਮੀਜ਼ ਦੇ ਬਟਨ ਖੋਲ ਕੇ ਆਪਣੀ ਛਾਤੀ ਨੰਗੀ ਕਰ ਰਿਹਾ ਸੀ। ਤਾਰਾ ਚੰਦ ਦੀ ਇਸ ਨਿਰਭੈਤਾ ਨੇ ਮਾਨੋ ਉਹ ਪਹਿਲਾਂ ਤੋਂ ਹੀ ਮਰਨ ਲਈ ਤਿਆਰ ਹੋ ਕੇ ਆਇਆ ਹੈ, ਗੁਪਤੇਸ਼ਵਰ ਨੂੰ ਸਖਤੀ ਵਿੱਚ ਲੈ ਆਂਦਾ। ਫਿਰ ਉਸਨੇ ਖਿਆਲ ਕੀਤਾ, ਇਹ ਸ਼ੈਤਾਨ ਕਿਸੇ ਤਰ੍ਹਾਂ ਮੇਰਾ ਦਿਲ ਨਰਮ ਕਰਕੇ ਮੈਥੋਂ ਜਾਨ ਬਚਾਉਣ ਦਾ ਯਤਨ ਕਰ ਰਿਹਾ ਹੈ। ਉਸਨੇ ਹੋਰ ਦੇਰ ਕਰਨੀ ਮੁਨਾਸਿਬ ਨਾ ਸਮਝੀ ਤੇ ਕਟਾਰ ਵਾਲਾ ਹੱਥ ਦੁਬਾਰਾ ਉਲਾਰ ਕੇ ਉਸ ਵੱਲ ਇਤਨੀ ਤੇਜ਼ੀ ਨਾਲ ਲਪਕਾਇਆ ਜਿਵੇਂ ਇੱਕੋ ਵਾਰ ਨਾਲ ਉਸਦਾ ਸੱਥਰ ਲਾਲ ਸੁੱਟੇਗਾ। ਪਰ ਉਸਦਾ ਹੱਥ ਅਜੇ ਉਸਦੀ ਛਾਤੀ ਤੱਕ ਵੀ ਨਹੀਂ ਸੀ ਪਹੁੰਚਿਆ ਕਿ ਤਾਰਾ ਚੰਦ ਦੇ ਚਿਹਰੇ ਉੱਤੇ ਉਸਦੀ ਨਜ਼ਰ ਜਾ ਪਈ। ਗੁਪਤੇਸ਼ਵਰ ਦਾ ਹੱਥ ਅਗਾਂਹ ਵਧਣੋਂ ਰੁਕ ਕੇ ਪਿੱਛੇ ਹਟ ਗਿਆ ਤੇ ਉਹ ਆਪ ਅਗਾਂਹ ਵਧਿਆ। ਗਿੱਚੀ ਹਲੂਣਨ ਕਰਕੇ ਤਾਰਾ ਚੰਦ ਦੀ ਪੱਗ ਲੱਥ ਗਈ ਸੀ ਤੇ ਐਨਕ ਦੀ ਕਮਾਨੀ ਵੀ ਪੱਗ ਨਾਲ ਅੜ ਕੇ ਇੱਕ ਕੰਨ ਤੋਂ ਉਤਰ ਗਈ ਸੀ। ਗੁਪਤੇਸ਼ਵਰ ਨੇ ਜਦ ਉਸਦੇ ਸਰੀਰ ਨੂੰ ਹੱਥ ਲਾਇਆ ਤਾਂ ਉਹ ਮੁੜ ਕੇ ਨਾ ਨਹਾਤਾ ਪਿਆ ਤੇ ਠੰਡਾ ਬਰਫ਼ ਵਰਗਾ ਹੋ ਰਿਹਾ ਸੀ। ਗੁਪਤੇਸ਼ਵਰ ਚਾਂਗਰ ਮਾਰ ਕੇ ਪਿੱਛੇ ਹਟ ਗਿਆ। ਉਸਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਦੂਜੇ ਪਲ ਉਹ ਫੇਰ ਅਗਾਂਹ ਵਧਿਆ ਤੇ ਤਾਰਾ ਚੰਦ ਦੀ ਐਨਕ ਲਾ ਕੇ ਉਸਨੇ ਚੰਗੀ ਤਰ੍ਹਾਂ ਉਸਦੇ ਚਿਹਰੇ ਨੂੰ ਡਿੱਠਾ। ਉਸਦੇ ਮੂੰਹੋਂ ਚੀਕ ਵਰਗੀ ਆਵਾਜ਼ ਨਿਕਲੀ, ਹੈ ਬਾਬੂ ਸ਼ਾਮ ਦਾਸ ਜੀ?
ਗੁਪਤੇਸ਼ਵਰ ਦੀਆਂ ਅੱਖਾਂ ਅੱਗੇ ਸਾਰਾ ਕਮਰਾ ਘੁੰਮ ਰਿਹਾ ਸੀ। ਉਸਨੂੰ ਇਹ ਸਭ ਕੁਝ ਜਾਦੂ ਦਾ ਖੇਲ ਜਿਹਾ ਮਾਲੂਮ ਹੋਣ ਲੱਗਾ। ਕਿੰਨਾ ਹੀ ਚਿਰ ਉਹ ਕਿਸੇ ਤਰ੍ਹਾਂ ਖਲੋਤਾ ਉਸ ਵੱਲ ਬਿਤਰ-ਬਿਤਰ ਤੱਕਦਾ ਰਿਹਾ। ਇੱਕ ਵਾਰੀ ਫੇਰ ਉਸਦਾ ਕਟਾਰ ਵਾਲਾ ਹੱਥ ਉਤਾਂਹ ਉੱਠਿਆ। ਉਹ ਫਿਰ ਨੀਵਾਂ ਹੋ ਗਿਆ ਤੇ ਕਟਾਰ ਉਸਦੇ ਹੱਥੋਂ ਪੂੰਝੇ ਡਿੱਗ ਪਈ। ਹੁਣ ਤਾਰਾ ਚੰਦ ਦੀ ਛਾਤੀ ਨਾਲ ਗੁਪਤੇਸ਼ਵਰ ਲੱਗਾ ਹੋਇਆ ਸੀ। ਪਿਤਾ ਪੁੱਤਰੀ ਦਾ ਅਨੋਖਾ ਤੇ ਹੈਰਾਨੀ ਭਰਿਆ ਮਿਲਾਪ। ਪਿਤਾ ਪੁੱਤਰੀ ਦਾ ਅਨੋਖਾ ਤੇ ਹੈਰਾਨੀ ਭਰਿਆ ਮਿਲਾਪ। ਬਾਬੂ ਸ਼ਾਮ ਦਾਸ ਉਸ ਨੂੰ ਗਲ ਨਾਲ ਘੁੱਟ ਕੇ ਅੱਥਰੂ ਕੇਰਦਾ ਹੋਇਆ ਕਹਿ ਰਿਹਾ ਸੀ, ਉਹ ਸ਼ੈਤਾਨ ਪਿਓ ਦੀ ਬਦਨਸੀਬ ਲੜਕੀ ਸੁੰਦਰੀ, ਤੂੰ ਅਜੇ ਤੀਕ ਆਪਣੇ ਕਸਾਈ ਪਿਓ ਨੂੰ ਜਿਉਂਦਾ ਵੇਖ ਰਹੀ ਹੈ। ਇਸ ਵੇਲੇ ਸ਼ਾਮ ਦਾਸ ਦੀ ਨਜ਼ਰ ਫਰਸ਼ ਤੇ ਪਈ। ਉਹ ਜਰਾ ਕੁ ਸੁਸਤਾ ਕੇ ਉੱਠਿਆ ਤੇ ਫੇਰ ਇੱਕ ਜ਼ੋਰ ਦਾ ਹੰਭਲਾ ਮਾਰਿਆ। ਦੂਜੇ ਪਲ ਉਹੀ ਕਟਾਰ ਉਸਦੇ ਹੱਥ ਵਿੱਚ ਸੀ। ਸ਼ਾਮ ਦਾਸ ਨੇ ਆਪਣੀ ਛਾਤੀ ਉੱਤੇ ਕਟਾਰ ਦੀ ਸੇਧ ਕਰਕੇ ਹੱਥ ਪਿਛਾਂਹ ਹਟਾਇਆ। ਕਰੀਬ ਸੀ ਕਿ ਕਟਾਰ ਛਾਤੀ ਨੂੰ ਚੀਰ ਕੇ ਰੀੜ੍ਹ ਦੀ ਹੱਡੀ ਨਾਲ ਜਾ ਟਕਰਾਂਦੀ ਕਿ ਝੱਟ ਹੀ ਗੁਪਤੇਸ਼ਵਰ ਨੇ ਦੋਹਾਂ ਹੱਥਾਂ ਦੇ ਪੂਰੇ ਜ਼ੋਰ ਨਾਲ ਉਸਦੀ ਵੀਣੀ ਫੜ ਲਈ। ਇਸ ਤੋਂ ਪਹਿਲਾਂ ਕਿ ਕਟਾਰ ਦੀ ਨੋਕ ਸ਼ਾਮਦਾਸ ਦੇ ਸੀਨੇ ਨੂੰ ਛੂੰਹਦੀ ਉਸਦੇ ਹੱਥਾਂ ਵਿੱਚ ਇਸ ਤਰ੍ਹਾਂ ਥਰਥਰਾਹਟ ਹੋਣ ਲੱਗ ਪਈ ਜੀਕਣ ਹਵਾ ਵਿੱਚ ਦੀਵਾ ਕੰਬਦਾ ਹੈ। ਇਸ ਦੇ ਨਾਲ ਹੀ ਉਸਨੂੰ ਇੱਕ ਪਿਆਰ ਭਰੀ ਆਵਾਜ਼ ਆਈ, ਪਿਤਾ ਜੀ, ਇਹ ਬਸ ਇਹ ਕੰਮ ਨਾ ਕਰਨਾ, ਜੋ ਹੋਣਾ ਸੀ ਹੋ ਚੁੱਕਾ। ਸ਼ਾਮਦਾਸ ਉਸਨੂੰ ਕਹਿ ਰਿਹਾ ਸੀ, ਮੇਰੀ ਬੱਚੀ, ਮੈਨੂੰ ਬਖਸ਼ ਲੈ। ਸੁੰਦਰੀ, ਇਸ ਦੁਸ਼ਟ ਪਿਓ ਨੂੰ ਬਖਸ਼ ਲੈ, ਪਰ ਜਿਉਂਦਾ ਰੱਖ ਕੇ ਨਹੀਂ, ਮਾਰ ਕੇ। ਮੇਰੀ ਬੇਟੀ, ਹੁਣ ਮੇਰਾ ਜਿਉਣਾ ਤੇ ਫਿਰ ਤੇਰੇ ਸਾਹਮਣੇ ਜਿਉਣਾ 1000 ਵਾਰੀ ਮਰਨ ਨਾਲੋਂ ਬਦਤਰ ਹੈ। ਇਸ ਕਰਕੇ ਮੈਂ ਹੁਲੀਆ ਵਟਾ ਕੇ ਤੇਰੇ ਸਾਹਮਣੇ ਮੌਜੂਦ ਹੋਇਆ ਸਾਂ, ਜੋ ਤੇਰੇ ਕੰਮ ਵਿੱਚ ਰੁਕਾਵਟ ਨਾ ਪਵੇ। ਸੁੰਦਰੀ, ਛੇਤੀ ਕਰ ਤੇ ਇਸ ਹਾਲਤ ਵਿੱਚ ਮੈਨੂੰ ਜਿਉਂਦਾ ਰੱਖ ਕੇ ਮੇਰੇ ਪਾਪਾਂ ਦੀ ਪੰਡ ਨੂੰ ਹੋਰ ਭਾਰੀ ਨਾ ਕਰ। ਨਾਲੇ ਆਪਣਾ ਫਰਜ਼ ਪੂਰਾ ਕਰ। ਹਾਂ, ਉਸ ਬਦਨਸੀਬ ਮਾਂ ਦੇ ਹੁਕਮ ਦੀ ਪਾਲਣਾ ਕਰ, ਨਹੀਂ ਤਾਂ ਉਸ ਦੀ ਰੂਹ ਸਦਾ ਲਈ ਕਲਪਦੀ ਰਹੇਗੀ, ਜਿਸ ਦਾ ਪਾਪ ਤੇਰੀ ਗਰਦਨ ਤੇ ਹੋਵੇਗਾ। ਸੁੰਦਰੀ ਨੇ, ਗੁਪਤੇਸ਼ਵਰ ਨੇ ਨਹੀਂ, ਸੁੰਦਰੀ ਨੇ ਉਸ ਨੂੰ ਬੜੇ ਪਿਆਰ ਨਾਲ ਉਠਾਇਆ ਤੇ ਮੰਜੇ ਤੇ ਬਿਠਾਉਂਦੀ ਹੋਈ ਉਸਦੇ ਗਲੇ ਵਿੱਚ ਬਾਹਾਂ ਪਾ ਕੇ ਬੋਲੀ, ਪਿਤਾ ਜੀ, ਮੇਰਾ ਫਰਜ਼ ਪੂਰਾ ਹੋ ਗਿਆ। ਮਾਂ ਨੇ ਜਿਸ ਨੂੰ ਮਾਰਨ ਦਾ ਕੰਮ ਮੇਰੇ ਸਪੁਰਦ ਕੀਤਾ ਸੀ, ਉਹ ਮੇਰੇ ਮਾਰਨ ਤੋਂ ਪਹਿਲਾਂ ਹੀ ਮਰ ਚੁੱਕਾ ਹੈ। ਉਸ ਦੀਆਂ ਬੁਰੀਆਂ ਆਦਤਾਂ ਤੇ ਉਸਦੇ ਪਾਪ ਸਭ ਇੱਕ-ਇੱਕ ਕਰਕੇ ਮਰ ਚੁੱਕੇ ਨੇ। ਹੁਣ ਉਹ ਕਿਸੇ ਹੋਰ ਜੀਵਨ ਵਿੱਚ ਹੈ, ਜਿਸ ਨੂੰ ਮਹਾਂਪੁਰਖਾਂ ਦਾ ਜੀਵਨ ਕਹਿੰਦੇ ਨੇ। ਬਾਬੂ ਸ਼ਾਮਦਾਸ ਇਸ ਵੇਲੇ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਸਿਸਕ ਰਿਹਾ ਸੀ। ਸੁੰਦਰੀ ਉਸਦੇ ਪਾਸ ਬੈਠ ਗਈ ਤੇ ਪਿਆਰ ਨਾਲ ਆਪਣਾ ਹੱਥ ਉਸਦੇ ਮੱਥੇ ਤੇ ਫੇਰਦੀ ਹੋਈ ਬੋਲੀ, ਪਿਤਾ ਜੀ, ਤੁਸੀਂ ਜੀਓ ਤੇ ਜੁਗ-ਜੁਗ ਜੀਓ। ਤੁਹਾਡੀ ਅਜੇ ਮੈਨੂੰ ਬੜੀ ਲੋੜ ਹੈ। ਬਾਬੂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲਦੀ। ਸੁੰਦਰੀ ਫਿਰ ਬੋਲੀ, ਪਿਤਾ ਜੀ, ਉੱਠੋ, ਮੈਨੂੰ ਪਿਆਰ ਕਰੋ। ਮੈਂ ਤੁਹਾਡੀ ਸੁੰਦਰੀ ਹਾਂ। ਆ ਮੇਰੇ ਬਾਪੂ, ਮੈਨੂੰ ਰੱਜ ਕੇ ਪਿਆਰ ਕਰੋ। ਬਾਬੂ ਦੇ ਧੀਰਜ ਦਾ ਬੰਨ ਰੁੜ ਗਿਆ। ਉਸਨੇ ਰੋਂਦਿਆਂ ਰੋਂਦਿਆਂ ਸੁੰਦਰੀ ਦਾ ਮੱਥਾ ਚੁੰਮਿਆ, ਪਰ ਉਸਦੇ ਮੂੰਹੋਂ ਗੱਲ ਨਹੀਂ ਸੀ ਨਿਕਲਦੀ। ਇਸ ਤੋਂ ਚੋਖਾ ਚਿਰ ਬਾਅਦ ਤੱਕ ਦੋਵੇਂ ਇੱਕ ਦੂਜੇ ਵੱਲ ਤੱਕਦੇ ਰਹੇ, ਮਾਨੋ ਉਹਨਾਂ ਦੇ ਸਾਰੇ ਅੰਗ ਅੱਖਾਂ ਦਾ ਹੀ ਕੰਮ ਕਰ ਰਹੇ ਸਨ। ਸੁੰਦਰੀ ਬੋਲੀ, ਬਾਊ ਜੀ, ਤੁਸੀਂ ਮੈਨੂੰ ਪਹਿਲਾਂ ਹੀ ਪਛਾਣ ਲਿਆ ਸੀ। ਬਾਬੂ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ, ਪੁੱਤਰ, ਪੂਰੀ ਤਰ੍ਹਾਂ ਤਾਂ ਨਹੀਂ, ਪਰ ਸ਼ੱਕ ਜਿਹਾ ਪੈ ਗਿਆ ਸੀ। ਪਰ ਜਦ ਤੂੰ ਰੁਮਾਲ ਦੀ ਮੰਗ ਕੀਤੀ ਤਾਂ ਮੇਰਾ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ ਸੀ। ਤੇ ਇਸ ਤੋਂ ਬਾਅਦ ਜਦ ਤੂੰ ਮੇਰਾ ਹੀ ਪਤਾ ਟਿਕਾਣਾ ਪੁੱਛਿਆ, ਉਸ ਵੇਲੇ ਮੈਂ ਤੇਰੀਆਂ ਅੱਖਾਂ ਵੱਲ ਤੱਕਿਆ ਤਾਂ ਮੈਨੂੰ ਨਿਸ਼ਚਾ ਹੋ ਗਿਆ ਕਿ ਉਹ ਗੁਪਤੇਸ਼ਵਰ ਹੀ ਸੁੰਦਰੀ ਹੈ। ਰਹਿੰਦਾ ਖੁੰਦਾ ਮਾਮਲਾ ਉਦੋਂ ਸਾਫ਼ ਹੋ ਗਿਆ ਜਦ ਮੈਂ ਉਹ ਰੁਮਾਲ ਵੇਖਿਆ। ਸੁੰਦਰੀ ਨੂੰ ਖਿਆਲ ਆਇਆ ਕਿ ਬਚਨ ਸਿੰਘ ਫਾਂਸੀ ਲੱਗਣ ਤੋਂ ਬਾਅਦ ਉਸਨੇ ਰੁਮਾਲ ਦੀ ਨੁੱਕਰ ਤੇ ਇਹ ਆਖਰੀ ਸੂਈ ਧਾਗੇ ਨਾਲ ਕੱਢੇ ਹੋਏ ਬਦਨਸੀਬ ਸੁੰਦਰੀ ਦੇ ਗੁਆਚੇ ਤਾਜੀ ਦੇ ਆਖਰੀ ਨਿਸ਼ਾਨੀ। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਹੋਇਆਂ ਬਾਬੂ ਸ਼ਾਮ ਦਾਸ ਫਿਰ ਬੋਲਿਆ, ਪੁੱਤਰੀ, ਅਸਲ ਵਿੱਚ ਤਾਂ ਇਸ ਪਛਾਣ ਦਾ ਮੁੱਢ ਇੱਕ ਤਰ੍ਹਾਂ ਨਾਲ ਉਸ ਵੇਲੇ ਹੀ ਵੱਜਾ ਸੀ ਜਦ ਮੈਂ ਤੈਨੂੰ ਸਟੇਸ਼ਨ ਤੇ ਗ੍ਰਿਫਤਾਰ ਕੀਤਾ ਸੀ। ਤੇਰੀਆਂ ਅੱਖਾਂ ਵੱਲ ਨਜ਼ਰ ਪੈਂਦਿਆਂ ਹੀ ਤੇਰੀ ਮਾਂ ਗੁਰਦੇਈ ਦੀ ਤਸਵੀਰ ਮੇਰੇ ਸਾਹਮਣੇ ਆ ਗਈ ਸੀ। ਉਸਦੀਆਂ ਅੱਖਾਂ ਬਿਲਕੁਲ ਤੇਰੇ ਵਰਗੀਆਂ ਸਨ। ਦੂਜੇ ਲਫ਼ਜ਼ਾਂ ਵਿੱਚ ਕੱਲ 18-19 ਵਰ੍ਹਿਆਂ ਬਾਅਦ ਤੇਰੀ ਮਾਂ ਨੂੰ ਤੇਰੀਆਂ ਹੀ ਅੱਖਾਂ ਵਿੱਚੋਂ ਵੇਖਿਆ ਸੀ। ਪਰ ਸੁਭਾਵਕ ਹੀ ਕਈ ਲੋਕਾਂ ਦਾ ਚਿਹਰਾ ਇੱਕ ਦੂਜੇ ਨਾਲ ਮਿਲ ਜਾਂਦਾ ਹੈ। ਮੈਂ ਇਸ ਗੱਲ ਵੱਲ ਖਾਸ ਗੌਰ ਨਾ ਕੀਤੀ। ਪੁੱਤਰੀ, ਤੇਰੀ ਸਾਰੀ ਜੀਵਨ ਕਥਾ ਮੈਂ ਇਸ ਰੁਮਾਲ ਦਾ ਜ਼ਿਕਰ ਕੀਤੇ ਨਹੀਂ ਸੁਣਿਆ। ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਕਿਹਾ, ਪਿਤਾ ਜੀ, ਕਿਤਾਬ ਵਿੱਚ ਤੁਸਾਂ ਸੁਣਿਆ
ਨਹੀਂ ਸੀ। ਜਦੋਂ ਬਾਬੇ ਰੋਡੂ ਦੀ ਕੁੱਲੀ ਵਿੱਚ ਮੈਂ ਰਹਿੰਦੀ ਸਾਂ ਤੇ ਉਹ ਇੱਕ ਦਿਨ ਆਏ ਸਨ ਜਿੱਦਣ ਸਾਡੀ ਬਾਂਦਰੀ ਗੁਆਚੀ ਸੀ। ਮੈਂ ਜਦ ਰੋਈ ਸਾਂ ਤਾਂ ਉਹਨਾਂ ਰੁਮਾਲ ਕੱਢ ਕੇ ਮੇਰੀਆਂ ਅੱਖਾਂ ਪੂੰਝੀਆਂ ਸਨ। ਇਹ ਉਹੀ ਰੁਮਾਲ ਹੈ ਜਿਹੜਾ ਉਸ ਤੋਂ ਬਾਅਦ ਮੇਰੇ ਹੀ ਪਾਸ ਰਿਹਾ। ਬਸ ਇਹੋ ਇੱਕ ਉਹਨਾਂ ਦੀ। ਕਹਿੰਦਿਆਂ ਕਹਿੰਦਿਆਂ ਸੁੰਦਰੀ ਦੀਆਂ ਅੱਖਾਂ ਛਲਕ ਪਈਆਂ ਤੇ ਉਸਦਾ ਗਲਾ ਭਰ ਆਇਆ। ਬਾਬੂ ਨੇ ਠੰਡਾ ਸਾਹ ਭਰ ਕੇ ਫਿਰ ਪੁੱਛਿਆ, ਪਰ ਪੁੱਤਰੀ, ਤੂੰ ਤਾਂ ਇਸ ਵਿੱਚ ਲਿਖਿਆ ਸੀ ਕਿ ਸੁੰਦਰੀ ਦਰਿਆ ਵਿੱਚ ਛਾਲ ਮਾਰ ਕੇ ਡੁੱਬ ਗਈ ਸੀ। ਮੈਂ ਠੀਕ ਡੁੱਬ ਗਈ ਸਾਂ, ਪਰ ਮੋਈ ਨਹੀਂ ਸਾਂ। ਮੈਨੂੰ ਇੱਕ ਬੁੱਢੇ ਮਲਾਹ ਨੇ ਰੁੜੀ ਜਾਂਦੀ ਨੂੰ ਕੱਢ ਕੇ ਬਚਾ ਲਿਆ ਸੀ। ਉਹ ਬੜਾ ਨੇਕ ਬੰਦਾ ਸੀ। ਉਸ ਨੂੰ ਮੈਂ ਹੁਣ ਵੀ ਰੋਜ਼ ਕਈ ਵਾਰੀ ਯਾਦ ਕਰਦੀ ਹਾਂ। ਤੇ ਪੁੱਤਰ, ਤੂੰ ਫਿਰ ਅੰਮ੍ਰਿਤਸਰ ਆ ਗਈ? ਜੀ ਹਾਂ। ਤੇ ਆਪਣਾ ਭੇਸ ਕਿਉਂ ਵਟਾ ਲਿਆ? ਇਹਦੇ ਕਈ ਕਾਰਨ ਸਨ। ਇੱਕ ਤਾਂ ਪੁਲਿਸ ਦੇ ਡਰ ਕਰਕੇ, ਕਿਉਂਕਿ ਮੈਂ 3 ਖੂਨ ਕੀਤੇ ਸਨ। ਦੂਜਾ, ਉਹਨਾਂ ਦਾ ਹੁਕਮ ਸੀ ਮਾਈ ਦੀ ਪਰਵਰਿਸ਼ ਦਾ, ਸੋ ਉਸ ਲਈ ਕੁਝ ਪੈਸੇ ਸਾਹਿਤ ਲਿਖ ਕੇ ਕਮਾਉਣੇ ਚਾਹੁੰਦੀ ਸਾਂ। ਤੀਜੇ, ਮੈਂ ਇਹ ਵੀ ਚਾਹੁੰਦੀ ਸਾਂ ਕਿ ਹੋਰ ਕਿਤਾਬਾਂ ਤੋਂ ਛੁੱਟ ਮੇਰੀ ਹੱਡ ਬੀਤੀ ਤੇ ਨਾਲ ਹੀ ਆਪਣੇ ਸਮਾਜ ਦੇ ਚਿੱਟੇ ਲਹੂ ਦੀ ਤਸਵੀਰ ਵੀ ਇੱਕ ਕਿਤਾਬ ਦੀ ਸ਼ਕਲ ਵਿੱਚ ਤਿਆਰ ਕਰਾਂ, ਜਿਸ ਤੋਂ ਦੁਨੀਆ ਨੂੰ ਕੁਝ ਲਾਭ ਪਹੁੰਚੇ। ਤੇ ਚੌਥਾ ਕੰਮ ਸੀ ਤੁਹਾਨੂੰ। ਕਹਿੰਦੀ ਕਹਿੰਦੀ ਉਹ ਰੁਕ ਗਈ ਤੇ ਉਸਦੀਆਂ ਅੱਖਾਂ ਨੀਵੀਆਂ ਹੋ ਗਈਆਂ। ਬਾਬੂ ਨੇ ਉਹਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਕਿਹਾ, ਤੇ ਬੇਟੀ, ਹੁਣ ਤਾਂ ਤੇਰੇ ਸਾਰੇ ਕੰਮ ਪੂਰੇ ਹੋ ਗਏ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਸੁੰਦਰੀ ਬੋਲੀ, ਜੀ ਹਾਂ, ਸਭ ਕੰਮਾਂ ਤੋਂ ਹੁਣ ਮੈਂ ਸੁਰਖਰੂ ਹਾਂ। ਤਾਂ ਹੁਣ ਤੂੰ ਸਦਾ ਲਈ ਮੇਰੀਆਂ ਅੱਖਾਂ ਦੇ ਸਾਹਮਣੇ ਰਹੇਂਗੀ ਨਾ? ਹਾਂ ਪਿਤਾ ਜੀ, ਜਦ ਤੱਕ ਜੀਵਾਂਗੀ ਤੁਹਾਡੇ ਪਾਸ ਹੀ ਰਹਾਂਗੀ। ਬਾਬੂ ਨੇ ਪ੍ਰੇਮ ਬਹਿਬਲ ਹੋ ਕੇ ਕਿਹਾ, ਮੈਂ ਆਪਣੀ ਬੱਚੀ ਲਈ ਹੁਣੇ ਜਾ ਕੇ ਕੱਪੜੇ ਸਵਾ ਲਿਆਵਾਂਗਾ ਤੇ ਤੂੰ ਆਪਣਾ ਹੁਲੀਆ ਬਦਲ ਲਈ। ਆਹੋ ਪਿਤਾ ਜੀ, ਮੈਂ ਕੱਲ ਆਪਣਾ ਹੁਲੀਆ ਜ਼ਰੂਰ ਬਦਲ ਲਵਾਂਗੀ ਤੇ ਆਪਣੇ ਅਸਲੀ ਰੰਗ ਰੂਪ ਵਿੱਚ ਹੋਵਾਂਗੀ। ਤੈਨੂੰ ਉਸ ਰੂਪ ਵਿੱਚ ਵੇਖ ਕੇ ਮੈਂ ਕਿੱਡਾ ਖੁਸ਼ ਹੋਵਾਂਗਾ। ਪਿਤਾ ਜੀ, ਤੁਹਾਨੂੰ ਜ਼ਰੂਰ ਖੁਸ਼ ਹੋਣਾ ਚਾਹੀਦਾ ਹੈ। ਜੇ ਤੁਹਾਡਾ ਦਿਲ ਖੁਸ਼ ਹੋਣ ਨੂੰ ਨਾ ਕਰੇ ਤਾਂ ਵੀ ਹੋਣਾ। ਇੱਕ ਮੇਰੀ ਕਾਮਯਾਬੀ ਦੀ ਖੁਸ਼ੀ ਵਿੱਚ ਤੇ ਦੂਜਾ ਮੇਰਾ ਅਸਲੀ ਰੂਪ ਵਿੱਚ ਪ੍ਰਗਟ ਹੋਣ ਦੀ ਖੁਸ਼ੀ ਵਿੱਚ। ਵਾਹ ਮੇਰੀ ਭੋਲੀ ਬੱਚੀ, ਮੇਰਾ ਦਿਲ ਕਿਉਂ ਨਾ ਖੁਸ਼ ਹੋਵੇਗਾ? ਇਹ ਵੀ ਕੋਈ ਗੱਲ ਹੈ? ਵਾਹਿਗੁਰੂ ਕਰੇ ਐਸਾ ਹੀ ਹੋਵੇ। ਹਾਂ ਤੇ ਪੁੱਤਰ, ਅਧੂਰੇ ਕਾਂਡ ਦਾ ਬਾਕੀ ਹਿੱਸਾ? ਉਹ ਭਲਕੇ ਵੱਡੇ ਵੇਲੇ ਤੁਹਾਡੇ ਸਾਹਮਣੇ ਹੋਵੇਗਾ। ਫਿਰ ਕੁਝ ਚਿਰ ਠਹਿਰ ਕੇ ਸੁੰਦਰੀ ਬੋਲੀ, ਪਿਤਾ ਜੀ, ਪਰ ਤੁਸਾਂ ਤਾਂ ਮੇਰਾ ਹਾਲ ਕੁਝ ਵੀ ਨਹੀਂ ਦੱਸਿਆ। ਆਪਣਾ ਹਾਲ ਕੁਝ ਵੀ ਨਹੀਂ ਦੱਸਿਆ ਪੁੱਤਰੀ। ਮੇਰੇ ਹਾਲਾਤ ਐਸੇ ਪਾਪਮਈ ਤੇ ਦੁਰਾਚਾਰਪੂਰਨ ਹਨ ਕਿ ਤੇਰੇ ਸਾਹਮਣੇ ਉਹ ਮੇਰੀ ਜ਼ੁਬਾਨ ਤੇ ਨਹੀਂ ਆ ਸਕਦੇ। ਸ਼ੁਕਰ ਹੈ ਕਿ ਮੈਂ ਤੈਨੂੰ ਦੱਸ ਨਹੀਂ ਬੈਠਾ। ਸਿਰਫ ਇਤਨਾ ਹੀ ਦੱਸਦਾ ਹਾਂ ਕਿ ਜਦ ਮੈਂ ਤੇਰੀ ਮਾਂ ਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਸਭ ਕੁਝ ਸਮੇਟ ਕੇ ਨੱਸ ਆਇਆ ਸਾਂ ਤਾਂ ਕੁਝ ਚਿਰ ਟੱਕਰਾਂ ਮਾਰਨ ਤੋਂ ਬਾਅਦ ਮੈਨੂੰ ਇੱਥੇ ਰੇਲਵੇ ਵਿੱਚ ਨੌਕਰੀ ਮਿਲ ਗਈ। ਉਹ ਵੀ ਸਬੱਬ ਹੀ ਬਣ ਗਿਆ ਕਿ ਰੇਲਵੇ ਮੁਲਾਜ਼ਮਾਂ ਦੀਆਂ ਉਨੀ ਦਿਨੀ ਹੜਤਾਲਾਂ ਹੋ ਰਹੀਆਂ ਸਨ ਤੇ ਡਾਕ ਤੋਂ ਛੁੱਟ ਸਭ ਟ੍ਰੇਨਾਂ ਬੰਦ ਸਨ। ਅਖੀਰ ਰੇਲਵੇ ਤੇ ਕੰਮ ਚਲਾਉਣ ਲਈ ਨਵੀਂ ਭਰਤੀ ਸ਼ੁਰੂ ਕੀਤੀ ਤੇ ਮੈਨੂੰ ਇਸ ਤਰ੍ਹਾਂ ਸੀਟ ਮਿਲ ਗਈ। ਤੇ ਨਾਉ ਆਪਣਾ ਮੈਂ ਇਸ ਕਰਕੇ ਵਟਾ ਲਿਆ ਸੀ ਕਿ ਮੇਰੀ ਪਿਛਲੀ ਜ਼ਿੰਦਗੀ ਅਜਿਹੀ ਖਤਰਨਾਕ ਸੀ ਜਿਸ ਤੋਂ ਮੈਨੂੰ ਕਈ ਤਰ੍ਹਾਂ ਦੇ ਖਤਰੇ ਭਾਸ ਰਹੇ ਸਨ। ਇਹ ਵੀ ਡਰ ਸੀ ਕਿ ਪਿਛਲੀਆਂ ਜਾਲਸਾਜ਼ੀਆਂ ਤੇ ਕੁਕਰਮਾਂ ਕਰਕੇ ਅਜਿਹਾ ਨਾ ਹੋਵੇ ਜੋ ਕਦੇ ਮੈਨੂੰ ਅਦਾਲਤ ਤੇ ਕਟਹਿਰੇ ਵਿੱਚ ਖੜਨਾ ਹੋਣਾ ਪਵੇ। ਇਸ ਤੋਂ ਬਾਅਦ ਸ਼ਾਮਦਾਸ ਨੇ ਬਾਜ਼ਾਰੋਂ ਜਾ ਕੇ ਉਸ ਲਈ ਕੱਪੜੇ ਲੈ ਆਂਦੇ। ਦੋਵੇਂ ਰਾਤ ਗਈ ਤੱਕ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਹੋਏ ਸੌਂ ਗਏ। ਵੱਡੇ ਵੇਲੇ ਜਦ ਸ਼ਾਮਦਾਸ ਸੁੰਦਰੀ ਦੇ ਕਮਰੇ ਵਿੱਚ ਗਿਆ, ਉਸਨੇ ਵੇਖਿਆ ਕਿ ਉਹ ਜਨਾਨੇ ਪਹਿਰਾਵੇ ਵਿੱਚ ਸੁੰਦਰੀ ਲੰਮੀਆਂ ਤਾਣੀ ਸੁੱਤੀ ਹੋਈ ਸੀ। ਉਸਨੇ ਆਵਾਜ਼ਾਂ ਦਿੱਤੀਆਂ, ਫਿਰ ਹਲੂਣੇ ਦਿੱਤੇ, ਪਰ ਉਹ ਨਾ ਬੋਲੀ ਤੇ ਨਾ ਹੀ ਹਿੱਲੀ ਝੁੱਲੀ। ਉਸਨੇ ਜਦ ਉਸਦੇ ਮੂੰਹ ਤੋਂ ਕੱਪੜਾ ਲਾਇਆ ਤਾਂ ਮੱਥਾ ਫੜ ਕੇ ਬੈਠ ਗਿਆ। ਸੁੰਦਰੀ ਸਦਾ ਦੀ ਨੀਂਦਰ ਸੌਂ ਚੁੱਕੀ ਸੀ। ਉਸਦੇ ਚਿਹਰੇ ਉੱਤੇ ਕੋਈ ਸਵਰਗੀ ਕਿਰਨ ਖੇਡ ਰਹੀ ਸੀ ਤੇ ਬੁੱਲ੍ਹਾਂ ਉੱਤੇ ਸਫਲਤਾ ਦੀ ਮੁਸਕਰਾਹਟ। ਕੱਲ ਵਾਲਾ ਰੁਮਾਲ ਉਸਦੀ ਛਾਤੀ ਤੇ ਸੀ, ਜਿਸ ਨੂੰ ਉਸਦੇ ਦੋਹਾਂ ਹੱਥਾਂ ਨੇ ਕੁਝ ਅਜਿਹੇ ਢੰਗ ਨਾਲ ਘੁੱਟਿਆ ਹੋਇਆ ਸੀ ਜਿਕਨ ਲੰਬੇ ਵਿਛੋੜੇ ਵੇਲੇ ਕੋਈ ਆਪਣੇ ਪ੍ਰਾਣ ਪਿਆਰੇ ਸੱਜਣ ਦਾ ਹੱਥ ਘੁੱਟਦਾ ਹੈ। ਕਿਉਂਕਿ ਰੁਮਾਲ ਦਾ ਰੰਗ ਗੂੜਾ ਲਾਲ ਸੀ, ਇਸ ਕਰਕੇ ਬਾਬੂ ਸ਼ਾਮਦਾਸ ਝੱਟ-ਪੱਟ ਸਮਝ ਨਾ ਸਕਿਆ ਕਿ ਕੋਈ ਹੋਰ ਚੀਜ਼ ਇਸ ਰੰਗ ਨੂੰ ਹੋਰ ਵੀ ਗੂੜਾ ਕਰ ਰਹੀ ਹੈ। ਰੁਮਾਲ ਦੇ ਹੇਠ ਉਸਨੂੰ ਉਸੇ ਕੱਲ ਵਾਲੀ ਕਟਾਰ ਦਾ ਦਸਤਾ ਨਜ਼ਰ ਪਿਆ, ਜਿੱਦਾਂ ਸਾਰਾ ਫਲ ਸੁੰਦਰੀ ਦੀ ਛਾਤੀ ਵਿੱਚ ਖੁੱਭਿਆ ਹੋਇਆ ਸੀ। ਬਾਬੂ ਦੇ ਕਲੇਜੇ ਵਿੱਚੋਂ ਹੂੰ ਨਿਕਲ ਗਈ ਤੇ ਉਹ ਢਾਹੀਂ ਮਾਰਨ ਲੱਗ ਪਿਆ। ਇਸ ਵੇਲੇ ਉਸਦੀ ਨਜ਼ਰ ਤਰਪਾਈ ਉੱਤੇ ਪਏ ਹੋਏ ਕੁਝ ਕਾਗਜ਼ਾਂ ਤੇ ਪਈ। ਇਹ ਸੁੰਦਰੀ ਦੀ ਅੰਤਮ ਚਿੱਠੀ ਸੀ, ਜੋ ਇਸ ਤਰ੍ਹਾਂ ਸੀ, ਮੇਰੇ ਮਾਣਯੋਗ ਪਿਤਾ ਜੀ, ਮੈਨੂੰ ਪਤਾ ਹੈ ਕਿ ਤੁਸੀਂ ਬੜੇ ਧੀਰਜ ਤੇ ਹੌਸਲੇ ਵਾਲੇ ਹੋ।
ਤੇ ਨਾਲੇ ਆਤਮਿਕ ਗਿਆਨ ਵੀ ਰੱਖਦੇ ਹੋ। ਮੈਂ ਇਤਨੀ ਛੇਤੀ ਤੋਂ ਹੱਥੋਂ ਵਿਛੜ ਰਹੀ ਹਾਂ, ਇਸ ਦਾ ਦੁੱਖ ਤੁਹਾਨੂੰ ਥੋੜ੍ਹਾ ਜਿਹਾ ਨਹੀਂ ਹੋਵੇਗਾ। ਪਰ ਪਿਤਾ ਜੀ, ਜੇ ਇਸ ਸੰਬੰਧੀ ਮੇਰੀ ਹਾਲਤ ਦਾ ਅਨੁਮਾਨ ਲਾਉਂਗੇ ਤਾਂ ਜ਼ਰੂਰ ਤੁਹਾਡੇ ਦਿਲ ਨੂੰ ਸ਼ਾਂਤੀ ਆ ਜਾਵੇਗੀ। ਤੁਹਾਨੂੰ ਪਤਾ ਹੈ ਆਪਣੇ ਜੀਵਨ ਆਧਾਰ ਤੋਂ ਬਿਨਾਂ ਮੈਂ ਇਹ 2-2.5 ਸਾਲ ਕਿਸ ਤਰ੍ਹਾਂ ਬਿਤਾਏ ਨੇ। ਇਹ ਕੇਵਲ ਉਹਨਾਂ ਦੇ ਹੁਕਮ ਦੀ ਪਾਲਣਾ ਬਦਲੇ। ਉਹਨਾਂ ਦੇ ਹੁਕਮ ਵਿੱਚ ਇਹ ਤਾਕਤ ਸੀ ਕਿ ਮੈਂ ਉਹਨਾਂ ਦੇ ਵਿਛੋੜੇ ਵਿੱਚ ਹੁਣ ਤੱਕ ਜਿਉਂਦੀ ਰਹੀ ਹਾਂ। ਨਹੀਂ ਤਾਂ ਮੇਰੇ ਲਈ ਉਹਨਾਂ ਤੋਂ ਵਿਛੜ ਕੇ ਇੱਕ ਸਾਹ ਲੈਣਾ ਵੀ ਅਣਹੋਣੀ ਗੱਲ ਸੀ। ਪਰ ਪਿਤਾ ਜੀ, ਇਤਨਾ ਕੁਝ ਹੋਣ ਤੇ ਵੀ ਮੈਨੂੰ ਇੱਕ ਗੱਲ ਮੁੜ-ਮੁੜ ਗੋਤਿਆਂ ਵਿੱਚ ਪਾ ਦਿੰਦੀ ਹੈ। ਮੈਥੋਂ ਇੱਕ ਅਜਿਹਾ ਪਾਪ ਹੋ ਚੁੱਕਾ ਹੈ, ਕੇਵਲ ਪਾਪ ਹੀ ਨਹੀਂ, ਆਪਣੇ ਮਾਲਕ ਦੀ ਹੁਕਮ ਅਦੂਲੀ ਵੀ, ਜਿਸ ਦੇ ਬਦਲੇ ਵਾਹਿਗੁਰੂ ਤਾਂ ਮੈਨੂੰ ਸਜ਼ਾ ਦੇਵੇਗਾ ਹੀ, ਪਰ ਮੈਨੂੰ ਡਰ ਹੈ ਪਤਾ ਨਹੀਂ ਉਹ ਵੀ ਮੈਨੂੰ ਖਿਮਾ ਕਰਨਗੇ ਕਿ ਨਹੀਂ। ਉਹ ਪਾਪ ਹੈ ਪਾਲਾ ਸਿੰਘ ਤੇ ਉਸਦੇ ਸਾਥੀਆਂ ਦੀ ਜਾਨ ਲੈਣ ਦਾ। ਪਰ ਮੈਂ ਉਸ ਵੇਲੇ ਅੰਨ੍ਹੀ ਸਾਂ। ਕ੍ਰੋਧ ਤੇ ਹਿੰਸਾ ਨੇ ਮੇਰੀ ਮੱਤ ਮਾਰ ਦਿੱਤੀ ਸੀ। ਭਾਵੇਂ ਉਹਨਾਂ ਨੇ ਮੈਨੂੰ ਸਮਝਾਉਣ ਦੀ ਹੱਦੋਂ ਵੱਧ ਕੋਸ਼ਿਸ਼ ਕੀਤੀ ਤੇ ਮੈਂ ਸਮਝ ਵੀ ਗਈ, ਪਰ ਫਿਰ ਵੀ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਇਹੋ ਸਮਝਣ ਲੱਗੀ ਕਿ ਉਹਨਾਂ ਦੇ ਖੂਨ ਦਾ ਬਦਲਾ ਲੈਣ ਲਈ ਇਸ ਤੋਂ ਚੰਗਾ ਤਰੀਕਾ ਕੋਈ ਨਹੀਂ ਹੈ। ਪਰ ਮੈਨੂੰ ਅੱਜ ਪਤਾ ਲੱਗਾ ਹੈ ਪਿਤਾ ਜੀ, ਤੁਹਾਡੇ ਵੱਲ ਵੇਖ ਕੇ ਮੇਰੀਆਂ ਅੱਜ ਅੱਖਾਂ ਖੁੱਲ੍ਹ ਗਈਆਂ ਹਨ ਕਿ ਬਦਲਾ ਲੈਣ ਦਾ ਸਭ ਤੋਂ ਚੰਗਾ ਤੇ ਕੁਦਰਤੀ ਢੰਗ ਇਹੋ ਹੈ ਜਿਸ ਤਰ੍ਹਾਂ ਮੈਂ ਤੁਹਾਥੋਂ ਲਿਆ ਹੈ। ਅਰਥਾਤ ਜਿਸ ਤਰ੍ਹਾਂ ਮੇਰੀਆਂ ਰਚਨਾਵਾਂ ਨੂੰ ਪੜ੍ਹ ਕੇ ਤੁਹਾਡੇ ਜੀਵਨ ਦੀ ਕਾਇਆ ਪਲਟ ਗਈ ਹੈ। ਇਹੋ ਹਥਿਆਰ ਹੈ ਜੇ ਮੈਂ ਉਹਨਾਂ ਕਾਤਲਾਂ ਤੇ ਆਪਣੇ ਸਮਾਜ ਲਈ ਵਰਤਦੀ ਹੋਈ ਦਿਲ ਦੀ ਥਾਂ ਦਿਮਾਗ ਤੇ ਛੁਰੀ ਦੀ ਥਾਂ ਕਲਮ ਤੋਂ ਹੀ ਕੰਮ ਲੈਂਦੀ ਤੁਰੀ ਜਾਂਦੀ, ਤਾਂ ਕੇਵਲ ਉਹਨਾਂ ਦਾ ਹੀ ਜੀਵਨ ਨਹੀਂ ਸੀ ਪਲਟ ਜਾਣਾ, ਸਗੋਂ ਹੋਰ ਕਈ ਕੁਰਾਈਆਂ ਨੇ ਵੀ ਰਾਹੇ ਪੈ ਜਾਣਾ ਸੀ। ਪਰ ਬੀਤ ਗਿਆ ਵੇਲਾ ਹੁਣ ਹੱਥ ਨਹੀਂ ਆਉਂਦਾ। ਸੋ ਮੇਰੇ ਪਿਆਰੇ ਪਿਤਾ ਜੀ, ਤੁਸੀਂ ਉਸ ਸਿਰਜਣਹਾਰ ਅੱਗੇ ਇਹੋ ਪ੍ਰਾਰਥਨਾ ਕਰਨੀ ਕਿ ਮੇਰੇ ਉੱਤੇ ਰਹਿਮ ਕਰੇ। ਮੈਨੂੰ ਉਹਨਾਂ ਦਾ ਹੁਕਮ ਸੀ ਕਿ ਜਦ ਤੱਕ ਉਹਨਾਂ ਦੀ ਬਿਰਧ ਮਾਤਾ ਵੱਲੋਂ ਬੇਫਿਕਰ ਨਾ ਹੋ ਜਾਵਾਂ, ਤਦ ਤੱਕ ਉਹਨਾਂ ਦੇ ਪਾਸ ਨਾ ਜਾਵਾਂ। ਸੋ ਪਿਤਾ ਜੀ, ਹੁਣ ਜਦ ਤੁਸੀਂ ਮੈਨੂੰ ਲੱਭ ਪਏ ਹੋ ਤਾਂ ਮੈਂ ਆਪਣੀ ਸੱਸ ਵੱਲੋਂ ਸਦਾ ਲਈ ਬੇਫਿਕਰ ਹੋ ਗਈ ਹਾਂ ਤੇ ਇਹ ਫਿਕਰ ਅੱਜ ਤੋਂ ਤੁਹਾਡੇ ਮੋਢਿਆਂ ਤੇ ਹੈ। ਇਸ ਤੋਂ ਛੁੱਟ ਆਪਣੀ ਮਾਤਾ ਦਾ ਜੋ ਫਰਜ਼ ਮੇਰੇ ਜਿੰਮੇ ਸੀ, ਉਸ ਨੂੰ ਵੀ ਮੈਂ ਉਤਾਰ ਚੱਲੀ ਹਾਂ। ਉਸਦੀ ਆਤਮਾ ਜੋ ਤੁਹਾਡੇ ਲਹੂ ਨਾਲ ਸ਼ਾਂਤ ਹੋਣਾ ਚਾਹੁੰਦੀ ਸੀ, ਤੁਹਾਡੇ ਅਥਰੂਆਂ ਨਾਲ ਉਸ ਤੋਂ ਵੀ ਵੱਧ ਸ਼ਾਂਤ ਹੋਵੇਗੀ, ਇਸ ਦੀ ਮੈਨੂੰ ਪੂਰੀ ਉਮੀਦ ਹੈ। ਚੌਥਾ ਫਰਜ਼ ਆਪਣਾ ਮੇਰੇ ਜਿੰਮੇ ਸੀ ਤੇ ਉਹ ਸੀ ਇਸ ਆਪਣੀ ਹੱਡਬੀਤੀ ਨੂੰ ਨਾਵਲ ਦੀ ਸ਼ਕਲ ਵਿੱਚ ਲਿਖ ਕੇ ਆਪਣੀ ਕਠੋਰ ਤੇ ਨਿਰਦਈ ਸਮਾਜ ਦਾ ਜਿਉਂਦਾ ਜਾਗਦਾ ਖਾਕਾ ਖਿੱਚ ਕੇ ਦੁਨੀਆ ਅੱਗੇ ਰੱਖਣਾ। ਇਹ ਕੰਮ ਵੀ ਪੂਰਾ ਹੋ ਗਿਆ। ਹੁਣ ਮੈਂ ਆਪਣੇ ਜੀਵਨ ਦੇ ਸਾਰੇ ਫਰਜ਼ ਪੂਰੇ ਕਰਕੇ ਆਪਣੇ ਸਰੀਰ ਦਾ ਠੀਕਰਾ ਇਸ ਸਮਾਜ ਦੇ ਸਿਰ ਭੰਨ ਕੇ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਜਾ ਰਹੀ ਹਾਂ। ਮੇਰੇ ਪਿਆਰੇ ਪਿਤਾ ਜੀ, ਤੁਸੀਂ ਆਪ ਹੀ ਰਾਤੀ ਕਿਹਾ ਸੀ ਕਿ ਮੈਂ ਪੁੱਤਰੀ ਤੈਨੂੰ ਤੇਰੇ ਅਸਲੀ ਰੂਪ ਵਿੱਚ ਵੇਖ ਕੇ ਖੁਸ਼ ਹੋਵਾਂਗਾ। ਸੋ ਉਮੀਦ ਹੈ ਤੁਸੀਂ ਆਪਣੇ ਬਚਨ ਨੂੰ ਜ਼ਰੂਰ ਪਾਲੋਗੇ ਤੇ ਮੈਨੂੰ ਇਸ ਮੇਰੇ ਅਸਲੀ ਰੂਪ ਵਿੱਚ ਵੇਖ ਕੇ ਜ਼ਰੂਰ ਪ੍ਰਸੰਨ ਹੋਵੋਗੇ। ਮੈਂ ਜਿਉਂਦੀ ਰਹਿ ਕੇ ਆਪਣੇ ਪਿਤਾ ਦੀਆਂ ਛਾਵਾਂ ਨਹੀਂ ਮਾਣ ਸਕੀ, ਪਰ ਪਿਤਾ ਜੀ, ਮੇਰਾ ਜਿਉਣਾ ਹੁਣ ਮਾਹਲ ਤੋਂ ਬਿਨਾਂ ਚਰਖਾ ਕੱਤਣ ਵਾਲੀ ਗੱਲ ਸੀ। ਨਾਲੇ ਟੁੱਟਾ ਹੋਇਆ ਦਿਲ ਤੇ ਜੁੜਿਆ ਹੋਇਆ ਕਿੱਲ ਆਖਰ ਕਿੰਨੀਆਂ ਕੁ ਸੱਟਾਂ ਸਹਾਰ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਮੈਂ ਇੱਕ ਭਗੌੜੇ ਖੂਨੀ ਦੀ ਹੈਸੀਅਤ ਵਿੱਚ ਹਾਂ। ਫਾਹੇ ਲੱਗਣ ਨਾਲੋਂ ਛੁਰੀ ਖਾਣੀ ਮੈਨੂੰ ਸੁਖਦਾਈ ਜਾਪਦੀ ਹੈ। ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ ਕਿ ਜਦ ਤੱਕ ਜੀਵਾਂਗੀ ਤੁਹਾਡੇ ਹੀ ਪਾਸ ਰਹਾਂਗੀ। ਸੋ ਤੁਸੀਂ ਵੇਖ ਰਹੇ ਹੋ ਮੇਰਾ ਇਹ ਇਕਰਾਰ ਅੰਤ ਤੱਕ ਸੱਚਾ ਸਿੱਧ ਹੋਇਆ ਹੈ ਤੇ ਨਾਲੇ ਇਸ ਤੋਂ ਛੁੱਟ ਅਧੂਰੇ ਕਾਂਡ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਵੀ ਤੁਸੀਂ ਮੈਨੂੰ ਕਈ ਵੇਰਾਂ ਤਾਕੀਦ ਕੀਤੀ ਸੀ। ਤੁਸੀਂ ਜਾਣਦੇ ਹੋ ਕਿ ਮੇਰੀ ਕਿਤਾਬ ਤੇ ਮੇਰਾ ਜੀਵਨ ਅਸਲ ਵਿੱਚ ਦੋਵੇਂ ਇੱਕ ਚੀਜ਼ ਹਨ। ਇਸ ਲਈ ਜਿੱਥੇ ਅੱਜ ਮੇਰੇ ਨਾਵਲ ਦੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਸਮਾਪਤ ਹੁੰਦਾ ਹੈ, ਉੱਥੇ ਹੀ ਮੇਰੇ ਜੀਵਨ ਰੂਪੀ ਨਾਵਲ ਦੇ ਅਧੂਰੇ ਕਾਂਡ ਦਾ ਅੰਤਮ ਹਿੱਸਾ ਪੂਰਾ ਹੋ ਗਿਆ ਹੈ। ਸੋ ਮੇਰੇ ਪੂਜਯ ਪਿਤਾ ਜੀ, ਅਸੀਸ ਦਿਓ ਕਿ ਮੈਂ ਸਵਰਗਾਂ ਵਿੱਚ ਜਾ ਕੇ ਆਪਣੇ ਪ੍ਰੀਤਮ ਦੇ ਗਲ ਲੱਗ ਕੇ ਇਸ ਲੰਮੇ ਵਿਛੋੜੇ ਦੇ ਦੁੱਖਾਂ ਨੂੰ ਭੁੱਲ ਜਾਵਾਂ ਤੇ ਅੰਤ ਕਾਲ ਤੱਕ ਉਸ ਜੀਵਨ ਉਧਾਰ ਦੇ ਚਰਨਾਂ ਦੀ ਸੇਵਾ ਕਰਦੀ ਰਹਾਂ। ਮੇਰੇ ਪਿਆਰੇ ਪਿਤਾ ਜੀ, ਤੁਹਾਡੀ ਬੱਚੀ ਵੱਲੋਂ ਅੰਤਮ ਪ੍ਰਣਾਮ। ਜੀਵਨ ਵਿੱਚ ਪਹਿਲੀ ਵੇਰਾਂ ਤੇ ਅੰਤਲੀ ਵੇਰਾਂ ਮਿਲ ਕੇ ਸਦਾ ਲਈ ਵਿਛੜ ਜਾਣ ਲਈ ਇੱਕ ਰਾਹ ਮੁਸਾਫਰ, ਤੁਹਾਡੀ ਸੁੰਦਰੀ। ਸਮਾਪਤ। ਧੰਨਵਾਦ।